हेलो। 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 हाँ जी सर। हाँ। हाँ जी मैडम, अपनी स्क्रीन मैं ਤੁਹਾਨੂੰ co-host ਬਣਾਉਣ ਲੱਗਾ। ठीक है जी। ਠੀਕ ਹੈ ਜੀ। ਤੁਸੀਂ ਕਿਸੇ ਨੂੰ ਅਨਮਿਊਟ ਕਰ ਸਕਦੇ ਹੋ। ਠੀਕ ਹੈ ਜੀ। ठीक है जी। ओके। बाकी वैसे तो सर सारे म्यूट ही कर देना एक बारी तो जो ਹਾਂ, लाइव ਇੱਕ ਵਾਰੀ ਮੈਂ ਸਾਰਿਆਂ ਨੂੰ ਮਿਊਟ ਕਰ ਦੇਣਾ, ਤੁਸੀਂ ਅਨਮਿਊਟ ਕਰ ਸਕਦੇ ਹੋ। ठीक है सर। मैं जसप्रीत कौर गवर्नमेंट ITI वूमेन कोटकपूरा तो ते ਅੱਜ ਦਾ ਮੇਰਾ ਵਿਸ਼ਾ ਹੈਗਾ ਡਰਾਫਟਿੰਗ ਪੈਟਰਨ ਅਤੇ ਲੇਆਊਟ ਦੀ ਡਰਾਫਟ ਡਰੈਸ ਮੇਕਿੰਗ ਤੇ ਸਿਵਿੰਗ ਟੈਕਨੋਲੋਜੀ ਦੇ ਕੋਰਸਾਂ ਦੇ ਵਿੱਚ ਕੀ ਮਹੱਤਤਾ ਹੈ। ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਦੋਂ ਅਸੀਂ ਡਰਾਫਟ ਪੈਟਰਨ ਅਤੇ ਲੇਆਊਟ ਕੋਈ ਵੀ ਸਿਖਿਆਰਥੀ ਜਦੋਂ ਸਿਲਾਈ ਸਿੱਖਣ ਦਾ ਕੰਮ ਕਰਦਾ ਹੈ ਸਿਵਿੰਗ ਟੈਕਨੋਲੋਜੀ ਦਾ ਡਿਪਲੋਮਾ ਜਾਂ ਡਰਾਫਟਿੰਗ ਡਰੈਸ ਮੇਕਿੰਗ ਫੈਸ਼ਨ ਟੈਕਨੋਲੋਜੀ ਦਾ ਡਿਪਲੋਮਾ ਕਰਦਾ ਹੈ ਤਾਂ ਉਹਦੇ ਵਿੱਚ ਡਰਾਫਟ ਪੈਟਰਨ ਅਤੇ ਲੇਆਊਟ ਦੇ ਮੰਤਵ ਦੇ ਨਾਲ ਹੀ ਕਿਸੇ ਵੀ ਵਸਤਰ ਨੂੰ ਅਸੀਂ ਤਿਆਰ ਕਰਦੇ ਹਾਂ ਤਾਂ ਹਰੇਕ ਸਿਖਿਆਰਥੀ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਡਰਾਫਟ ਤੇ ਪੈਟਰਨ ਅਤੇ ਲੇਆਊਟ ਬਣਾਉਣਾ ਕਿਉਂ ਜ਼ਰੂਰੀ ਹੈ ਸਾਡੇ ਲਈ। ਸਿਖਿਆਰਥੀ ਜਦੋਂ ਵੀ ਸਿਲਾਈ ਸਿੱਖਦਾ ਹੈ ਤਾਂ ਡਰਾਫਟ ਪੈਟਰਨ ਨੂੰ ਅਸੀਂ ਨਮੂਨੇ ਵੀ ਕਹਿੰਦੇ ਹਾਂ ਅਤੇ ਲੇਆਊਟ ਬਾਰੇ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਡਰਾਫਟ ਦੇ ਵਿੱਚ ਕੀ ਹੁੰਦਾ ਹੈ ਜਦੋਂ ਵੀ ਅਸੀਂ ਕਿਸੇ ਕੱਪੜੇ ਦੇ ਉੱਪਰ ਜੋ ਇੱਕ ਨਾਪ ਦੇ ਆਧਾਰ ਤੇ ਦਿੱਤੇ ਹੋਏ ਨਾਪ ਦੇ ਆਧਾਰ ਤੇ ਅਸੀਂ ਖਾਕਾ ਤਿਆਰ ਕਰਦੇ ਹਾਂ ਤਾਂ ਉਹ ਸਾਡੇ ਲਈ ਡਰਾਫਟ ਹੁੰਦਾ ਹੈ। ਤਾਂ ਆਪਣੀ ਜਿਹੜੀ ਟ੍ਰੇਡ ਹੈ ਉਹਦੇ ਵਿੱਚ ਤਾਂ ਅਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹੀ ਹਾਂ। ਪਲੱਸ ਕੋਈ ਵੀ ਪ੍ਰੋਡਕਟ ਜਦੋਂ ਵੀ ਤਿਆਰ ਹੁੰਦਾ ਤਾਂ ਉਹਦਾ ਇੱਕ ਉਹਦੀ ਡਾਇਗਰਾਮ ਜ਼ਰੂਰੀ ਹੁੰਦੀ ਆ, ਇੱਕ ਉਹਦਾ ਪੈਟਰਨ ਨਮੂਨਾ ਜ਼ਰੂਰੀ ਹੁੰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਆਈਟਮ ਨੂੰ ਤਿਆਰ ਕਰ ਰਹੇ ਹੋ। ਤਾਂ ਉਹਦੇ ਲਈ ਜੋ ਅਸੀਂ ਵਸਤਰ ਬਣਾ ਰਹੇ ਹਾਂ ਤਾਂ ਉੱਥੇ ਅਸੀਂ ਇਹ ਚੀਜ਼ ਨੂੰ ਜੇ ਬਣਾਵਾਂਗੇ ਤਾਂ ਸਾਡੀ ਉੱਥੇ ਸਮੇਂ ਦੀ ਬੱਚਤ ਹੁੰਦੀ ਹੈ। ਡਰਾਫਟ ਜਦੋਂ ਅਸੀਂ ਬਣਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਜਦੋਂ ਉਹਨੂੰ ਅਸੀਂ ਕੈਂਚੀ ਨਾਲ ਕੱਟ ਲੈਂਦੇ ਹਾਂ ਦਿੱਤੇ ਹੋਏ ਨਿਸ਼ਾਨਾਂ ਨੂੰ ਜਦੋਂ ਅਸੀਂ ਕੈਂਚੀ ਨਾਲ ਪ੍ਰੋਪਰ ਕੱਟ ਲੈਂਦੇ ਹਾਂ ਤਾਂ ਸਾਡੇ ਕੋਲੇ ਉਸ ਚੀਜ਼ ਦਾ ਪੈਟਰਨ ਬਣ ਜਾਂਦਾ ਹੈ। ਉਸੇ ਤਰ੍ਹਾਂ ਹੀ ਜਦੋਂ ਅਸੀਂ ਪੈਟਰਨ ਨੂੰ ਕਿਸੇ ਕੱਪੜੇ ਦੇ ਉੱਪਰ ਰੱਖ ਕੇ ਕੱਪੜੇ ਦਾ ਸਹੀ ਅੰਦਾਜ਼ਾ ਲਗਾ ਲਈਏ ਤਾਂ ਉਹ ਸਾਡੇ ਲਈ ਲੇਆਊਟ ਕਹਾਉਂਦਾ ਹੈ। ਇਹਦੀ ਤੁਹਾਡੇ ਲਈ ਸਾਰੇ ਸਿਖਿਆਰਥੀਆਂ ਲਈ ਕੀ ਮਹੱਤਤਾ ਹੈ ਅੱਜ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੀ। ਇਹਦੇ ਨਾਲ ਕੀ ਹੁੰਦਾ ਜੇਕਰ ਤੁਸੀਂ ਸਟੈਪ ਬਾਏ ਸਟੈਪ ਕਿਸੇ ਵੀ ਵਸਤਰ ਨੂੰ ਤਿਆਰ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਹੁੰਦਾ ਵੀ ਤੁਸੀਂ ਜਿਹੜਾ ਕੰਮ ਸਿੱਖ ਰਹੇ ਹੋ ਉਹਦੇ ਵਿੱਚ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਤੁਸੀਂ ਉਸ ਚੀਜ਼ ਨੂੰ ਸਿੱਖ ਸਕੋਗੇ। ਪਲੱਸ ਤੁਹਾਡੀਆਂ ਜਿਹੜੀਆਂ ਗਲਤੀਆਂ ਹੋਣੀਆਂ ਉਹ ਬਹੁਤ ਘੱਟ ਹੋਣਗੀਆਂ। ਜਿਹਦੇ ਵਿੱਚ ਕੀ ਹੁੰਦੀਆਂ ਕਈ ਵਾਰੀ ਅਸੀਂ ਕੋਈ ਜਿਵੇਂ ਮੋਢੇ ਦੀ ਗਹਿਰਾਈ ਹੈ ਜਾਂ ਕਿਸੇ ਤਰ੍ਹਾਂ ਦੀ ਗਲੇ ਦੀ ਗਹਿਰਾਈ ਹੈ ਤਾਂ ਕਈ ਵਾਰੀ ਕੀ ਹੁੰਦੀ ਹੈ ਸਿਖਿਆਰਥੀ ਸਿੱਧਾ ਹੀ ਕੱਪੜੇ ਦੀ ਕਟਿੰਗ ਕਰ ਲੈਂਦੇ ਆ ਤਾਂ ਉਹਦੇ ਵਿੱਚ ਕੀ ਦਿੱਕਤ ਆ ਜਾਂਦੀ ਹੈ ਜਦੋਂ ਤੁਹਾਡੀ ਗਲਾਈ ਦੀ ਜਿਹੜੀ ਡੂੰਘਾਈ ਜ਼ਿਆਦਾ ਪੈ ਜਾਵੇ ਤਾਂ ਤੁਹਾਡਾ ਜਿਹੜਾ ਵਸਤਰ ਹੈਗਾ ਉੱਥੇ ਹੀ ਉਹਦੇ ਵਿੱਚ ਕਮੀ ਰਹਿ ਜਾਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ ਤੇ ਵਸਤਰ ਜਿਹੜਾ ਹੈਗਾ ਤੁਹਾਡਾ ਖਰਾਬ ਹੋ ਸਕਦਾ ਹੈ। ਤਾਂ ਇਸ ਲਈ ਸਾਨੂੰ ਡਰਾਫਟ ਤੇ ਪੈਟਰਨ ਬਾਰੇ ਜੇ ਜਾਣਕਾਰੀ ਹੋਊਗੀ ਤਾਂ ਅਸੀਂ ਸਾਡੀਆਂ ਗਲਤੀਆਂ ਜਿਹੜੀਆਂ ਬਹੁਤ ਘੱਟ ਹੋਣਗੀਆਂ। ਉਸੇ ਤਰ੍ਹਾਂ ਹੀ ਜੇ ਤੁਸੀਂ ਡਰਾਫਟ ਪੈਟਰਨ ਤੇ ਲੇਆਊਟ ਬਣਾ ਕੇ ਕੰਮ ਕਰੋਗੇ ਤਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜੋ ਵੀ ਵਸਤਰ ਤੁਸੀਂ ਸਟਿਚ ਕਰ ਰਹੇ ਹੋ ਤਾਂ ਤੁਹਾਡੀ ਉੱਥੇ ਸਮੇਂ ਦੀ ਵੀ ਬੱਚਤ ਹੋਣੀ ਆ। ਪੈਟਰਨ ਜੋ ਤੁਸੀਂ ਬਣਾਉਂਦੇ ਹੋ ਤਾਂ ਤੁਹਾਡੀਆਂ ਉੱਥੇ ਗਲਤ ਹੋਈਆਂ ਗਲਾਈਆਂ ਨੂੰ ਤੁਸੀਂ ਕੱਪੜੇ ਦੀ ਕਟਿੰਗ ਤੋਂ ਪਹਿਲਾਂ ਕਿਉਂਕਿ ਜੋ ਤੁਸੀਂ ਪੈਟਰਨ ਬਣਾਇਆ ਉਹ ਤੁਸੀਂ ਇੱਕ ਪੇਪਰ ਤੇ ਤਿਆਰ ਕੀਤਾ ਹੈ। ਜੇਕਰ ਤੁਹਾਡੀਆਂ ਉੱਥੇ ਕੋਈ ਗਲਾਈ ਵਗੈਰਾ ਗਲਤ ਪਈ ਹੋਈ ਹੈ ਠੀਕ ਹੈ ਤਾਂ ਉਹਨੂੰ ਤੁਸੀਂ ਇਰੇਜ਼ ਕਰਕੇ ਕਟਿੰਗ ਤੋਂ ਪਹਿਲਾਂ ਕੱਪੜੇ ਦੀ ਜਦੋਂ ਤੁਸੀਂ ਕਟਿੰਗ ਕਰਨੀ ਹੈ ਤਾਂ ਉਹਦੇ ਤੋਂ ਪਹਿਲਾਂ ਜੇ ਤੁਸੀਂ ਸੈੱਟ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਕੱਪੜਾ ਹੈਗਾ ਵੇਸਟ ਨਹੀਂ ਜਾਂਦਾ। ਤਾਂ ਕਿਸੇ ਵੀ ਲੇਆਊਟ ਦੀ ਕੀ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਲੇਆਊਟ ਹੁੰਦਾ ਉਹ ਕੱਪੜੇ ਦਾ ਸਹੀ ਅੰਦਾਜ਼ਾ ਲਗਾਉਣ ਨੂੰ ਹੀ ਅਸੀਂ ਲੇਆਊਟ ਕਹਿੰਦੇ ਹਾਂ। ਜੇਕਰ ਮੰਨ ਲਓ ਤੁਸੀਂ ਕਿਸੇ ਦੀ ਬੱਚੇ ਦੀ ਬॉडी ਫਰਾਕ ਨੂੰ ਤਿਆਰ ਕਰਨਾ ਤਾਂ ਤੁਸੀਂ ਇੱਕ ਉਹਦਾ ਡਰਾਫਟ ਤੇ ਪੈਟਰਨ ਉਹਦੇ ਦਿੱਤੇ ਹੋਏ ਨਾਪ ਦੇ ਅਕੋਰਡਿੰਗ ਤੁਸੀਂ ਬਣਾ ਲਿਆ ਤਾਂ ਤੁਹਾਡੀ ਉੱਥੇ ਕੀ ਹੋ ਜਾਂਦਾ ਹੈ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਵੀ ਤੁਸੀਂ ਇੱਥੇ ਕਿੰਨੇ ਅਰਜ ਦਾ ਕੱਪੜਾ ਲੈਣਾ ਅਤੇ ਕਿੰਨੇ ਸੈਂਟੀਮੀਟਰ ਤੁਹਾਡਾ ਉੱਥੇ ਕੱਪੜਾ ਲੈਣਾ। ਠੀਕ ਹੈ ਇਹ ਸਾਰੀਆਂ ਗੱਲਾਂ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਉਸ ਤੋਂ ਬਾਅਦ ਹੁਣ ਅਸੀਂ ਸਾਰਿਆਂ ਨਾਲੋਂ ਪਹਿਲਾਂ ਕਰਾਂਗੇ ਗੱਲ ਡਰਾਫਟ ਬਾਰੇ। ਡਰਾਫਟ ਹੁੰਦਾ ਕੀ ਹੈ? ਤਾਂ ਡਰਾਫਟ ਕੀ ਹੁੰਦਾ ਹੈਗਾ, ਕਿਸੇ ਵੀ ਮਨੁੱਖ ਦਾ ਨਾਪ ਲੈਣ ਤੋਂ ਬਾਅਦ ਅਤੇ ਕੱਪੜੇ ਦੀ ਕਟਾਈ ਤੋਂ ਪਹਿਲਾਂ ਦਿੱਤੇ ਗਏ ਨਾਪ ਦੇ ਆਧਾਰ ਤੇ ਅਸੀਂ ਜੋ ਵੀ ਖਾਕਾ ਤਿਆਰ ਕਰ ਲੈਂਦੇ ਆ ਉਹ ਸਾਡੇ ਲਈ ਡਰਾਫਟ ਕਹਾਉਂਦਾ ਹੈ। ਹੁਣ ਤੁਸੀਂ ਦੇਖੋ, ਡਰਾਫਟ ਅਸੀਂ ਇੱਕ ਪੇਪਰ ਤੇ ਵੀ ਕਰਦੇ ਆ, ਜਿਹੜਾ ਡਰਾਫਟ ਅਸੀਂ ਬਣਾਉਂਦੇ ਆ ਇੱਕ ਡਰਾਫਟਿੰਗ ਫਾਈਲ 'ਚ ਵੀ ਬਣਾਉਂਦੇ ਆ, ਤੇ ਇੱਕ ਅਸੀਂ ਡਰਾਫਟ ਡਾਇਰੈਕਟ ਕੱਪੜੇ ਦੇ ਉੱਪਰ ਵੀ ਜਦੋਂ ਤੁਸੀਂ ਨਿਸ਼ਾਨ ਲਗਾ ਲੈਂਦੇ ਹੋ, ਜਿਹਦੇ ਵਿੱਚ ਤੁਸੀਂ ਕੀ ਕਰਦੇ ਹੋ, ਗਾਈਡਲਾਈਨਾਂ, ਜਿਵੇਂ ਤੁਸੀਂ ਸ਼ੋਲਡਰ ਦੀ ਲਾਈਨ ਹੋ ਗਈ, ਤੁਹਾਡੀ ਚੈਸਟ ਲਾਈਨ ਹੋ ਗਈ, ਕਮਰ ਲਾਈਨ ਹੋ ਗਈ, ਤੁਹਾਡੀ ਹਿਪ ਲਾਈਨ ਹੋ ਗਈ, ਇਹ ਸਾਰੀਆਂ ਜਦੋਂ ਤੁਸੀਂ ਨਿਸ਼ਾਨ ਲਾ ਲੈਂਦੇ ਹੋ ਤਾਂ ਤੁਹਾਡੇ ਕੱਪੜੇ ਦੇ ਉੱਪਰ ਵੀ ਜਿਹੜਾ ਡਰਾਫਟ ਹੁੰਦਾ ਉਹ ਵੀ ਇੱਕ ਤੁਹਾਡਾ ਡਰਾਫਟ ਹੀ ਹੁੰਦਾ। ਪਰ ਜੇ ਤੁਸੀਂ ਕੱਪੜੇ ਤੇ ਡਾਇਰੈਕਟ ਡਰਾਫਟ ਕਰਨ ਨਾਲੋਂ ਇੱਕ ਪੇਪਰ ਤੇ ਉਸ ਚੀਜ਼ ਨੂੰ ਤੁਸੀਂ ਤਿਆਰ ਕਰ ਲਿਆ ਹੈਗਾ, ਤਾਂ ਉੱਥੇ ਤੁਹਾਡਾ ਕੀ ਹੈਗਾ, ਕੱਪੜੇ ਦੀ ਕਟਿੰਗ ਵੇਲੇ ਤੁਹਾਡੇ ਜੇ ਮੰਨ ਲਓ ਕੋਈ ਨਿਸ਼ਾਨ ਗਲਤ ਲੱਗਿਆ ਤਾਂ ਤੁਸੀਂ ਉਹਨਾਂ ਨੂੰ ਸੈੱਟ ਕਰ ਸਕਦੇ ਹੋ ਪੇਪਰ ਦੇ ਉੱਪਰ ਹੀ। ਤਾਂ ਇਸ ਤੋਂ ਬਾਅਦ ਗੱਲ ਕਰੀਏ, ਜੇ ਆਪਾਂ ਡਰਾਫਟ ਨੂੰ ਆਪਾਂ ਹਮੇਸ਼ਾ ਹੀ 1/4 ਹਿੱਸੇ, ਨਾਪ ਦੇ 1/4 ਹਿੱਸੇ ਵਿੱਚ ਤਿਆਰ ਕਰਦੇ ਆ। ਜਿਵੇਂ ਤੁਹਾਨੂੰ ਪਤਾ ਹੀ ਹੈ, ਆਪਾਂ ਬਾਡੀ ਦੇ ਵਿੱਚ ਜਦੋਂ ਵਸਤਰ ਪਾਉਂਦੇ ਆ, ਅਪਰ ਬਾਡੀ ਦੇ ਜਾਂ ਲੋਅਰ ਬਾਡੀ 'ਚ ਕੋਈ ਵੀ ਵਸਤਰ ਪਾਉਂਦੇ ਆ ਤਾਂ ਫਰੰਟ ਤੇ ਬੈਕ ਬਾਡੀ ਨੂੰ ਅਸੀਂ ਕਵਰ ਕਰਦੇ ਆ। ਤਾਂ ਜਦੋਂ ਤੁਸੀਂ ਨਾਪ ਵੀ ਲੈਂਦੇ ਹੋ ਤਾਂ ਰਾਉਂਡ ਦੇ ਵਿੱਚ ਅਸੀਂ ਨਾਪ ਲੈਂਦੇ ਆ, ਬੈਕ ਵੀ ਫਰੰਟ ਵੀ। ਤਾਂ ਜਦੋਂ ਤੁਸੀਂ ਡਰਾਫਟ ਬਣਾਉਂਦੇ ਹੋ ਤਾਂ ਉੱਥੇ ਅਸੀਂ ਚੌਥਾ ਹਿੱਸਾ ਹੀ ਲੈਂਦੇ ਆ। ਮੰਨ ਲਓ ਤੁਸੀਂ ਇੱਕ 32 ਛਾਤੀ ਦੀ ਕੋਈ ਬਾਡੀ ਫਰਾਕ ਜਾਂ 32 ਛਾਤੀ ਦਾ ਕੋਈ ਤੁਸੀਂ ਬਲਾਊਜ਼ ਤਿਆਰ ਕਰਦੇ ਪਏ ਹੋ, ਤਾਂ ਤੁਸੀਂ ਉਹਦੇ 32 ਇੰਚ ਨਹੀਂ ਲੈਂਦੇ ਆਪਾਂ, ਹਨਾ। ਅਸੀਂ ਉੱਥੇ ਤੁਹਾਨੂੰ ਇਹ ਕਹਿੰਦੇ ਆ ਵੀ ਤੁਸੀਂ ਉੱਥੇ 8 ਇੰਚ ਦੀ, ਜਦੋਂ ਤੁਸੀਂ ਉਹਦਾ ਚੌੜਾਈ ਦਾ ਨਾਪ ਲੈਣੇ ਤਾਂ ਤੁਸੀਂ ਉੱਥੇ 8 ਇੰਚ ਲੈਣੇ ਆ, ਤਾਂ ਉਹਦਾ ਚੌਥਾ ਹਿੱਸਾ ਲੈਣੇ ਆ ਅਸੀਂ ਉਸ ਜਗ੍ਹਾ ਤੇ। ਇਸ ਕਰਕੇ ਹਮੇਸ਼ਾ ਹੀ ਜਦੋਂ ਤੁਸੀਂ ਡਰਾਫਟ ਬਣਾਉਣਾ ਹੈ ਤਾਂ ਜਿਹੜਾ ਵੀ ਤੁਸੀਂ ਨਾਪ ਲੈਣਾ ਹੈਗਾ ਉਹਨੂੰ ਉਹਦਾ ਚੌਥੇ ਹਿੱਸੇ ਦੇ ਵਿੱਚ ਬਣਾ ਕੇ ਹੀ ਡਰਾਫਟ ਬਣਾਇਆ ਜਾਂਦਾ ਹੈ। ਤੇ ਡਰਾਫਟ ਜਦੋਂ ਵੀ ਤੁਸੀਂ ਬਣਾਉਂਦੇ ਹੋ ਹਮੇਸ਼ਾ ਬੈਕ ਵਾਲੇ ਹਿੱਸੇ ਦਾ ਹੀ ਬਣਦਾ ਹੈ। ਇਹ ਕਹਿਣਾ ਸਹੀ ਵੀ ਹੈ, ਕਿਉਂਕਿ ਜਦੋਂ ਵੀ ਤੁਸੀਂ ਕੋਈ ਨਾਪ ਲੈਣੇ ਹੋ, ਜਿਹੜਾ ਬੈਕ ਵਾਲੇ ਹਿੱਸੇ ਦੇ ਵਿੱਚ ਹੀ ਅਸੀਂ ਸਾਰੇ ਨਾਪ ਨੂੰ ਸੈੱਟ ਕਰਦੇ ਆ। ਕਿਉਂਕਿ ਕੋਈ ਵੀ ਬਾਡੀ, ਜਿਵੇਂ ਅਪਰ ਬਾਡੀ ਦੇ ਤੁਸੀਂ ਮੰਨ ਲਓ ਡਰਾਫਟਿੰਗ ਕਰ ਰਹੇ ਹੋ, ਤੁਸੀਂ ਉਹਦੇ ਵਿੱਚ ਇੱਕ ਬਾਡੀ ਫਰਾਕ ਦੀ ਡਰਾਫਟਿੰਗ ਕੀਤੀ ਹੈ, ਤਾਂ ਉਹਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ ਬਾਡੀ ਬਣਾਈ ਹੈ, ਤਾਂ ਤੁਸੀਂ ਬੈਕ ਦੇ ਅਕੋਰਡਿੰਗ, ਮਤਲਬ ਤੁਹਾਡੇ ਕੋਲੇ ਜੋ ਨਾਪ ਹੈਗਾ ਉਹਦਾ ਤੁਸੀਂ ਬੈਕ ਵਾਲਾ ਹਿੱਸਾ ਹੀ ਡਰਾਫਟ ਦੇ ਵਿੱਚ ਤਿਆਰ ਕਰਦੇ ਹੋ। ਉਹਦੀ ਜਿਹੜੀ ਓਪਨ ਫੱਟੀ ਰੱਖਣੀ ਹੈਗੀ ਹੈ ਤੁਸੀਂ, ਜਾਂ ਕੋਈ ਗਲੇ ਦੀ, ਫਰੰਟ ਗਲੇ ਦੀ ਤੁਸੀਂ ਗੋਲਾਈ ਦਿਖਾ ਰਹੇ ਹੋ, ਤਾਂ ਉੱਥੇ ਤੁਸੀਂ ਕੀ ਕਰਦੇ ਹੈਗੇ ਹੋ, ਅਲੱਗ ਕਲਰ ਦੀਆਂ ਲਾਈਨਾਂ ਲਗਾਉਂਦੇ ਹੋ। ਉੱਥੇ ਤੁਸੀਂ ਕੀ ਹੈਗੇ, ਗਾਈਡ ਲਾਈਨਾਂ, ਡਾਟਡ ਲਾਈਨਾਂ, ਜਾਂ ਉਹਨਾਂ ਨੂੰ ਅਲੱਗ-ਅਲੱਗ ਕਲਰ ਦੀਆਂ ਪੈਨਸਲਾਂ ਨਾਲ ਤੁਸੀਂ ਸ਼ੋਅ ਕਰ ਸਕਦੇ ਹੋ। ਇਹਦੇ ਨਾਲ, ਕਿਉਂਕਿ ਬੈਕ ਵਾਲੇ ਹਿੱਸੇ ਤੋਂ ਜਿਹੜਾ ਡਰਾਫਟ ਬਣਦਾ ਉਹ ਹਮੇਸ਼ਾ ਇੱਕ ਹੀ ਤਿਆਰ ਹੁੰਦਾ ਬੈਕ ਵਾਲੇ ਨਾਪ ਦਾ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਜੇ ਕੋਈ ਕਈ ਵਸਤਰ ਜਿਹੜੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀ ਡਰਾਫਟਿੰਗ ਤੁਸੀਂ ਅਲੱਗ ਤੋਂ ਵੀ ਕਰ ਸਕਦੇ ਹੋ, ਅਲੱਗ-ਅਲੱਗ ਪਾਰਟਸ ਬਣਦੇ। ਜਿਵੇਂ ਤੁਸੀਂ ਚੋਲੀ ਕੱਟ ਬਲਾਊਜ਼ ਬਣਾਉਂਦੇ ਹੋ, ਤਾਂ ਚੋਲੀ ਕੱਟ ਬਲਾਊਜ਼ ਦੇ ਵਿੱਚ ਵੀ ਤੁਸੀਂ ਪਹਿਲਾਂ ਬੈਕ ਦੀ ਡਰਾਫਟਿੰਗ ਕਰ ਲਈ ਹੈਗੀ, ਤਾਂ ਤੁਸੀਂ ਉਹਦੇ ਤੋਂ ਪੈਟਰਨ ਤਿਆਰ ਕਰ ਲਿਆ ਡਰਾਫਟਿੰਗ ਤੇ ਚੋਲੀ ਦੇ ਵਿੱਚ ਸਭ ਨੂੰ ਹੀ ਪਤਾ, ਚੋਲੀ ਕੱਟ ਬਲਾਊਜ਼ ਦੇ ਜਿਹੜੇ ਪੀਸਿਸ ਹੁੰਦੇ ਆ ਫਰੰਟ ਦੇ, ਉਹ ਕਿੰਨੇ 3 ਜਾਂ 4 ਪੀਸਿਸ ਉਹਨੇ ਬਣ ਜਾਂਦੇ ਆ। ਤਾਂ ਉਹਦੇ ਲਈ ਕੀ ਕਰਦੇ ਆ, ਅਸੀਂ ਪਹਿਲਾਂ ਬੈਕ ਵਾਲੇ ਜਿਹੜੇ ਡਰਾਫਟਿੰਗ ਕੀਤੀ ਹੈਗੀ ਆ ਉਹ ਸੇਮ ਉਸੇ ਤਰ੍ਹਾਂ ਹੀ ਉਹਦੇ ਨਾਪ ਜਿਹੜੇ ਹੈਗੇ ਨਿਸ਼ਾਨ ਲਗਾ ਕੇ, ਉਹਦੀਆਂ ਜਿਹੜੀਆਂ ਚੋਲੀਆਂ ਜਾਂ ਉਹਦੀ ਜਿਹੜੀ ਤੁਸੀਂ ਬੈਲਟ ਪੱਟੀ ਬਣਾਉਣੀ ਹੈ ਤਾਂ ਉਹਦੇ ਚ ਫਰੰਟ ਚ ਤੁਸੀਂ ਉਸ ਚੀਜ਼ ਨੂੰ ਸ਼ੋਅ ਕਰ ਸਕਦੇ ਹੋ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਜਦੋਂ ਕਿਸੇ ਵੀ ਤਰ੍ਹਾਂ ਦੀਆਂ ਮੋਢੇ ਦੀਆਂ ਗਲਾਈਆਂ ਆਦਿ, ਜੋ ਤੁਸੀਂ ਫਰੰਟ ਬੈਕ ਵਾਲੀ ਗਹਿਰਾਈ ਪਾ ਲਈ ਹੈ, ਤਾਂ ਉਹਦੇ ਵਿੱਚ ਜਦੋਂ ਤੁਸੀਂ ਮੋਢੇ ਦੀ ਅਗਲੀ ਗਲਾਈ ਦਿਖਾਉਣੀ ਹੈਗੀ ਹੈ, ਉਹਦੇ ਵਿੱਚ ਤੁਸੀਂ ਗਾਈਡਲਾਈਨਾਂ ਲਗਾਉਂਦੇ ਹੋ, ਜਾਂ ਉਹਦੇ ਵਿੱਚ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਪੈਨਸਲ ਨੂੰ ਯੂਜ਼ ਕਰਕੇ ਬਣਾ ਸਕਦੇ ਹੋ। ਤਾਂ ਜਦੋਂ ਉਹਨੂੰ ਪੈਟਰਨ ਬਣਾਉਣਾ ਸੀ ਤਾਂ ਉਹਨਾਂ ਗਾਈਡਲਾਈਨਾਂ ਨੂੰ ਤੁਸੀਂ ਪਰਫੋਰੇਸ਼ਨਸ, ਭਾਵ ਛੋਟੇ-ਛੋਟੇ ਛੇਕ ਬਣਾ ਲੈਣੇ ਆ, ਅਸੀਂ ਖੁੱਟਕੇ ਲਗਾ ਲੈਣੇ ਆ, ਤਾਂ ਉਹਦੇ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਦਰਸਾ ਸਕਦੇ ਹੋ। ਜਿਵੇਂ ਕਿ ਹੁਣ ਤੁਸੀਂ ਡਰਾਫਟਿੰਗ ਕਰ ਲਈ ਨਾਰਮਲ ਕੱਪੜੇ ਦੀ, ਪਰ ਕਈ ਵਾਰੀ ਜਦੋਂ ਤੁਸੀਂ ਡਿਜ਼ਾਈਨਦਾਰ ਕੱਪੜਾ ਤਿਆਰ ਕਰਨਾ ਹੋਵੇ ਤਾਂ ਹਮੇਸ਼ਾ ਇਹ ਯਾਦ ਰੱਖੋ ਕਿ ਤੁਸੀਂ ਡਰਾਫਟ ਦੇ ਵਿੱਚ ਹੀ ਡਿਜ਼ਾਈਨ ਨੂੰ ਸੈੱਟ ਕਰਨਾ, ਮਤਲਬ ਜੋ ਵੀ ਤੁਸੀਂ ਡਿਜ਼ਾਈਨ ਬਣਾ ਰਹੇ ਹੋ ਉਹਨੂੰ ਤੁਸੀਂ ਡਰਾਫਟ ਦੇ ਵਿੱਚ ਹੀ ਲੈਣਾ ਹੈਗਾ। ਇਹ ਨਹੀਂ ਹੈਗਾ ਤੁਸੀਂ ਸਿੰਪਲ ਡਰਾਫਟਿੰਗ ਕਰ ਲਈ ਹੈ ਤਾਂ ਡਿਜ਼ਾਈਨ ਤੁਸੀਂ ਉਹਦੇ ਵਿੱਚ ਬਾਅਦ ਚੋਂ ਸੈੱਟ ਕਰੋ। ਉੱਥੇ ਕੀ ਹੋ ਜਾਂਦਾ, ਜੇ ਤੁਸੀਂ ਡਿਜ਼ਾਈਨ ਨੂੰ ਬਾਅਦ ਵਿੱਚ ਸੈੱਟ ਕਰਦੇ ਹੋ ਤਾਂ ਤੁਹਾਡਾ ਡਿਜ਼ਾਈਨ ਹੈਗਾ ਗਲਤ ਹੋ ਜਾਂਦਾ। ਕਈ ਵਾਰੀ ਤੁਸੀਂ ਮਾਈਨਰ ਜਿਹਾ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਨਾਲ ਤੁਹਾਡੇ ਕੀ ਹੈ, ਕੱਪੜੇ ਦੀ ਵੇਸਟੇਜ ਹੁੰਦੀ ਹੈ। ਠੀਕ ਹੈ। ਤਾਂ ਜਦੋਂ ਵੀ ਤੁਸੀਂ ਡਰਾਫਟ ਬਣਾਉਣ ਲੱਗੇ ਹੋ ਤਾਂ ਉਹਦੇ ਵਿੱਚ ਡਿਜ਼ਾਈਨ ਨੂੰ ਵੀ ਉੱਥੇ ਹੀ ਸੈੱਟ ਕਰ ਦੇਣਾ, ਜਿਵੇਂ ਕਿ ਤੁਹਾਨੂੰ ਪਿਕਚਰ ਦੇ ਵਿੱਚ ਦਿਖਾਈ ਦਿੰਦਾ ਹੀ ਪਿਆ ਹੈਗਾ। ਤੁਹਾਡੇ ਇੱਧਰ ਡਾਟਡ ਜਿਹੜਾ ਕੱਪੜਾ ਹੈਗਾ ਉਹ ਤੁਹਾਨੂੰ ਸ਼ੋ ਕੀਤਾ ਹੋਇਆ। ਜਿਵੇਂ ਤੁਸੀਂ ਇੱਥੇ ਗਲੇ ਦੇ, ਬਾਡੀ ਦੀ ਗਲੇ ਦੇ ਉੱਪਰ ਤੁਸੀਂ ਡਿਜ਼ਾਈਨ ਪਾਉਣਾ ਤਾਂ ਤੁਸੀਂ ਡਾਟਡ ਜਿਹੜਾ ਵਸਤਰ
ਵਿੱਚ ਕੱਪੜਾ ਪਾਉਣਾ ਸੀ ਉਹ ਤੁਸੀਂ ਇੱਥੇ ਹੀ ਡਰਾਫਟਿੰਗ ਦੇ ਵਿੱਚ ਸ਼ੋਅ ਕਰ ਲਿਆ ਵੀ ਇੱਥੇ ਅਸੀਂ ਡਿਜ਼ਾਈਨਦਾਰ ਕੱਪੜੇ ਨੂੰ ਲਗਾਉਣਾ ਹੈਗਾ। ਠੀਕ ਹੈ, ਡਰਾਫਟ ਕਰਨ ਦੇ ਨਾਲ ਕੀ ਹੁੰਦਾ, ਤੁਹਾਡਾ ਗਲਾਈਆਂ ਦਾ ਅਭਿਆਸ ਹੋ ਜਾਂਦਾ ਹੈ। ਮੰਨ ਲਓ ਤੁਸੀਂ ਜਦੋਂ ਡਰਾਫਟ ਬਣਾਉਂਦੇ ਹੋ ਨਾ ਬਰਾਊਨ ਪੇਪਰ ਦੇ ਉੱਪਰ, ਜਿਹੜੀਆਂ ਤੁਸੀਂ ਉਹਦੇ ਵਿੱਚ ਕੋਈ ਗਲਾਈਆਂ ਪਾ ਰਹੇ ਹੋ ਫਰੰਟ ਦੀ, ਗਲੇ ਦੀ, ਤਾਂ ਜਦੋਂ ਤੁਸੀਂ ਉਹਨੂੰ ਵਾਰ-ਵਾਰ ਰਿਪੀਟ ਕਰੋਗੇ ਤਾਂ ਤੁਹਾਡੀ ਉੱਥੇ ਕੱਪੜੇ ਦੀ ਕਟਿੰਗ ਵੇਲੇ ਇਹਨਾਂ ਚੀਜ਼ਾਂ ਦੇ ਵਿੱਚ ਕੀ ਹੈ, ਗਲਤੀਆਂ ਜਿਹੜੀਆਂ ਘੱਟ ਜਾਂਦੀਆਂ, ਤੁਹਾਡੀ ਉੱਥੇ ਇਹਦੀ ਪ੍ਰੈਕਟਿਸ ਹੋ ਜਾਂਦੀ ਹੈ, ਜਿਹਦੇ ਨਾਲ ਕੀ ਹੈ ਜਿਹੜਾ ਤੁਹਾਨੂੰ ਡਰਾਫਟ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਂਦੀ। ਇਸ ਤੋਂ ਬਾਅਦ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਉਹਦੇ ਲਈ ਕਾਫੀ ਤਰ੍ਹਾਂ ਦੇ ਟੂਲਸ ਵਰਤਣੇ ਪੈਂਦੇ ਆ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਸਤਰ ਤਿਆਰ ਕਰਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਡਕਟ ਤਿਆਰ ਕਰਦੇ ਆ ਤਾਂ ਹਰੇਕ ਦੇ ਕੰਮ ਦੇ ਲਈ ਅਲੱਗ-ਅਲੱਗ ਤਰ੍ਹਾਂ ਦੇ ਔਜ਼ਾਰ ਬਣੇ ਹੋਏ ਆ। ਤੇ ਸਾਡੇ ਲਈ ਡਰਾਫਟਿੰਗ ਦੇ ਵਿੱਚ ਤੁਹਾਨੂੰ ਇੱਥੇ ਮੈਂ ਸਕਰੀਨ ਦੇ ਉੱਤੇ ਦਿਖਾਏ ਹੋਏ ਆ, ਡਰਾਫਟਿੰਗ ਦੇ ਲਈ ਸਾਨੂੰ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਟੂਲਸ ਆ ਉਹ ਵਰਤਣੀਆਂ ਹੁੰਦੀਆਂ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਜਿਵੇਂ ਸਕੇਲ। ਡਰਾਫਟਿੰਗ ਦੇ ਵਿੱਚ ਸਕੇਲ ਇੱਕ ਜ਼ਰੂਰੀ ਔਜ਼ਾਰ ਹੈ, ਕਿਉਂਕਿ ਇਹਦੇ ਨਾਲ ਕੀ ਹੈਗਾ, ਤੁਸੀਂ ਡਰਾਫਟਿੰਗ ਦੇ ਵਿੱਚ ਜੋ ਵੀ ਲਾਈਨਾਂ ਲਗਾਉਣੀਆਂ ਉਹ ਬਿਲਕੁਲ ਪਰਫੈਕਟ ਲੱਗੀਆਂ ਹੋਣੀਆਂ ਚਾਹੀਦੀਆਂ ਹਨਾ। ਤਾਂ ਇਹਦੇ ਲਈ ਅਸੀਂ ਸਿੰਪਲ ਸਕੇਲ ਦੀ ਵਰਤੋਂ ਕਰਦੇ ਹਾਂ, ਜਿਹੜਾ ਸਕੇਲ ਤੁਹਾਡੇ ਕੋਲੇ 0 ਤੋਂ ਲੈ ਕੇ 24 ਇੰਚ ਤੱਕ ਦਾ ਵੀ ਮਿਲਦਾ ਹੈ, 0 ਤੋਂ ਲੈ ਕੇ 30 ਇੰਚ ਤੱਕ ਦਾ ਵੀ ਮਿਲਦਾ ਹੈ, 0 ਤੋਂ 6 ਇੰਚ ਦਾ ਵੀ। ਹਰੇਕ ਤਰ੍ਹਾਂ ਦਾ ਸਕੇਲ ਜਿਹੜਾ ਅਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹਾਂ ਤੁਹਾਡੀ ਲੋੜ ਦੇ ਅਨੁਸਾਰ, ਜਿਹੜੇ ਦੇ ਅਕੋਰਡਿੰਗ ਤੁਸੀਂ ਇਸ ਚੀਜ਼ ਨੂੰ ਬਣਾ ਰਹੇ ਹੈਗੇ ਆ। ਤੇ ਉਸ ਤੋਂ ਬਾਅਦ ਤੁਸੀਂ ਪੈਨਸਲ ਯੂਜ਼ ਕਰਦੇ ਹੋ। ਪੈਨਸਲ ਨੂੰ ਤੁਸੀਂ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਡਰਾਫਟਿੰਗ ਬਣਾਉਣ ਦੇ ਲਈ ਜੋ ਅਸੀਂ ਕੰਮ ਕਰਦੇ ਹਾਂ ਉਹ ਸਾਰਾ ਅਸੀਂ ਪੈਨਸਲ ਨਾਲ ਹੀ ਬਣਾਉਣਾ ਹੈਗਾ। ਪੈਨਸਲ ਦੇ ਵਿੱਚ ਕੀ ਹੁੰਦਾ ਹੈਗਾ, ਤੁਸੀਂ ਡਰਾਫਟਿੰਗ ਸਿੰਪਲ ਬਲੈਕ ਪੈਨਸਲ ਨਾਲ ਕੀਤੀ ਹੈ, ਪਰ ਉਹਦੇ ਵਿੱਚ ਜਦੋਂ ਤੁਸੀਂ ਲਾਈਨਾਂ, ਜਿਵੇਂ ਤੁਹਾਨੂੰ ਮੈਂ ਬੈਕ ਤੇ ਦੱਸਿਆ ਹੀ ਹੈ, ਗਾਈਡ ਲਾਈਨਸ ਹੋ ਗਈਆਂ, ਡਾਟਡ ਲਾਈਨਸ ਹੋ ਗਈਆਂ, ਉਹਨਾਂ ਨੂੰ ਤੁਸੀਂ ਕਿਹਦੇ ਨਾਲ ਸ਼ੋ ਕਰਦੇ ਹੋ, ਕਲਰਫੁਲ ਹੋਰ ਪੈਨਸਲਾਂ ਯੂਜ਼ ਕਰ ਸਕਦੇ ਹਾਂ ਅਸੀਂ, ਹੈ ਨਾ। ਉਹਦੇ ਵਿੱਚ ਰੈੱਡ, ਬਲੂ, ਬਲੈਕ, ਇਹ ਤੁਸੀਂ ਜਿਹੜੀਆਂ ਹੈਗੀਆਂ ਕਲਰਫੁਲ ਪੈਨਸਲਾਂ ਦੇ ਨਾਲ ਇਹਨਾਂ ਚੀਜ਼ਾਂ ਨੂੰ ਬਣਾ ਸਕਦੇ ਹਾਂ। ਟ੍ਰੇਸਿੰਗ ਵੀਲ ਦੀ ਵਰਤੋਂ ਅਸੀਂ ਕਿੱਥੇ ਕਰਦੇ ਹੈਗੇ ਆ, ਟ੍ਰੇਸਿੰਗ ਵੀਲ ਦੀ ਵਰਤੋਂ ਅਸੀਂ ਕਿਸੇ ਵੀ ਕੱਪੜੇ ਦੇ ਉੱਪਰ, ਜਦੋਂ ਤੁਸੀਂ ਇਹ ਜਾਣਦੇ ਹੋ ਕਿ ਟ੍ਰੇਸਿੰਗ ਵੀਲ ਕੀ ਕੰਮ ਕਰਦਾ ਹੈਗਾ, ਕਿਸੇ ਕੱਪੜੇ ਦੀ ਇੱਕ ਤਹਿ ਤੋਂ ਜਦੋਂ ਤੁਸੀਂ ਦੂਸਰੀ ਤਹਿ ਦੇ ਵਿੱਚ ਨਿਸ਼ਾਨ ਲੈ ਕੇ ਜਾਣੇ ਆ ਤਾਂ ਉੱਥੇ ਅਸੀਂ ਟ੍ਰੇਸਿੰਗ ਵੀਲ ਨੂੰ ਵਰਤਦੇ ਹਾਂ। ਟ੍ਰੇਸਿੰਗ ਵੀਲ ਦਾ ਕੰਮ ਕੀ ਹੁੰਦਾ, ਜਦੋਂ ਤੁਸੀਂ ਮੰਨ ਲਓ ਤੁਸੀਂ ਫਿਟਿੰਗ ਦੇ ਨਿਸ਼ਾਨ ਲਗਾਉਣੇ ਆ, ਕਿਉਂਕਿ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਸੀ ਕੱਪੜੇ ਨੂੰ ਵਾਰ-ਵਾਰ ਹਿਲਾਉਣਾ ਨਹੀਂ ਹੁੰਦਾ ਹਨਾ। ਹਿਲਾਉਣ ਦੇ ਨਾਲ ਕੀ ਹੈਗਾ, ਤੁਹਾਡੀ ਜਿਹੜਾ ਮੇਜਰਮੈਂਟ ਹੈਗਾ ਉਹਦੇ ਵਿੱਚ ਡਿਸਟਰਬੈਂਸ ਹੋ ਜਾਂਦੀ ਹੈ। ਤਾਂ ਤੁਸੀਂ ਉੱਥੇ ਕੀ ਕਰਨਾ, ਟ੍ਰੇਸਿੰਗ ਵੀਲ ਨੂੰ ਯੂਜ਼ ਕਰਨਾ। ਤੁਸੀਂ ਇੱਕ ਕੱਪੜੇ ਦੇ ਉੱਪਰ ਜਿਹੜੇ ਨਿਸ਼ਾਨ ਹੈਗੇ ਉਹ ਲਾ ਚੁੱਕੇ ਹੋ ਤੇ ਦੂਸਰੀ ਤਹਿ ਤੇ ਜਦੋਂ ਤੁਸੀਂ ਕੱਪੜੇ ਦੇ ਨਿਸ਼ਾਨ ਲੈ ਕੇ ਜਾਣੇ ਆ ਤਾਂ ਉੱਥੇ ਤੁਸੀਂ ਕੀ ਕਰਨਾ ਹੈਗਾ, ਟ੍ਰੇਸਿੰਗ ਵੀਲ ਨੂੰ ਥੋੜਾ ਦਬਾ ਕੇ ਚਲਾ ਦੇਣਾ, ਜਿਹਦੇ ਨਾਲ ਤੁਹਾਡੇ ਇੱਕ ਤਹਿ ਦੇ ਨਿਸ਼ਾਨ ਜਿਹੜੇ ਆ ਦੂਸਰੀ ਤਹਿ ਦੇ ਉੱਪਰ ਚਲੇ ਜਾਂਦੇ ਆ। ਟ੍ਰੇਸਿੰਗ ਵੀਲ ਵੀ ਦੋ ਪ੍ਰਕਾਰ ਦੇ ਹੁੰਦੇ ਆ, ਇੱਕ ਸਿੰਪਲ ਤੇ ਇੱਕ ਪਿੰਨ ਦੀ ਸ਼ੇਪ ਦੇ ਵਿੱਚ ਥੋੜਾ ਜਿਹਾ ਅੱਗੋਂ ਸ਼ਾਰਪ ਬਣਿਆ ਹੁੰਦਾ। ਇਸ ਤੋਂ ਬਾਅਦ ਅਸੀਂ ਬਰਾਊਨ ਪੇਪਰ ਦੀ ਗੱਲ ਕਰੀਏ, ਖਾਕੀ ਕਾਗਜ਼ ਵਰਤਦੇ ਹਾਂ ਅਸੀਂ ਡਰਾਫਟਿੰਗ ਬਣਾਉਣ ਵੇਲੇ। ਜਿਹੜੇ ਵੀ ਅਸੀਂ ਕਾਗਜ਼ ਦੀ ਵਰਤੋਂ ਕਰਦੇ ਆ ਉਹ ਖਾਕੀ ਰੰਗ ਦਾ ਹੀ ਹੁੰਦਾ, ਬਰਾਊਨ ਕਲਰ ਦਾ ਹੁੰਦਾ ਹੈਗਾ। ਇਹਦੇ ਵਿੱਚ ਅਸੀਂ ਪੈਨਸਲ ਦੇ ਨਾਲ, ਸਕੇਲ ਦੇ ਨਾਲ ਡਰਾਫਟਿੰਗ ਕੀਤੀ ਜਾਂਦੀ ਹੈ। ਤੇ ਬਰਾਊਨ ਪੇਪਰ ਦੀ ਇੱਕ ਖਾਸੀਅਤ ਉਹਦੇ ਵਿੱਚ ਕੀ ਹੈਗੀ ਆ ਕਿ ਉਹਦੇ ਸਿੱਧੇ ਰੁੱਖ, ਉਹਦੀ ਲੰਬਾਈ ਦੇ ਵਿੱਚ ਉਹਦੀ ਡਿਜ਼ਾਈਨਿੰਗ ਇਸ ਤਰ੍ਹਾਂ ਕੀਤੀ ਹੁੰਦੀ ਹੈ ਕਿ ਬਿਲਕੁਲ ਬਰੀਕ ਬਰੀਕ ਲਾਈਨਾਂ ਦੀ ਤਰ੍ਹਾਂ ਬਣਿਆ ਹੁੰਦੀ ਹੈ। ਉਹਦੀ ਡਿਜ਼ਾਈਨਿੰਗ ਜਿਹੜੀ ਹੋਈ ਹੁੰਦੀ ਹੈ, ਬਰੀਕ ਬਰੀਕ ਲਾਈਨਾਂ ਹੁੰਦੀਆਂ, ਜਿਹਦੇ ਤੋਂ ਸਾਨੂੰ ਕੀ ਪਤਾ ਲੱਗਦਾ ਉਸਦੀ ਲੰਬਾਈ, ਉਸਦੀ ਚੌੜਾਈ ਬਾਰੇ, ਤਾਂ ਜੋ ਸਾਨੂੰ ਕੀ ਡਰਾਫਟਿੰਗ ਬਣਾਉਣ ਵੇਲੇ ਉਹਦੇ ਵਿੱਚ ਆਸਾਨੀ ਰਵੇ, ਸਾਨੂੰ ਉਸਦੀ ਲੰਬਾਈ ਦਾ ਗਿਆਨ ਹੋ ਸਕੇ। ਇਸ ਤੋਂ ਬਾਅਦ ਅਸੀਂ ਸਕੇਲ ਵਰਤਦੇ ਆ, ਹਨਾ। ਤੇ ਉਸ ਤੋਂ ਬਾਅਦ ਅਸੀਂ ਮਿਲਟਨ ਕਲਾਥ ਨੂੰ ਤੁਸੀਂ ਸਾਰੇ ਹੀ ਪੜ੍ਹਿਆ ਹੀ ਆ ਤੁਹਾਡੀ ਬੁੱਕ ਦੇ ਵਿੱਚ, ਡਰਾਫਟਿੰਗ ਦੇ ਵਿੱਚ ਔਜ਼ਾਰਾਂ ਦੇ ਵਿੱਚ। ਮਿਲਟਨ ਕਲਾਥ ਦੀ ਵਰਤੋਂ ਵੀ ਅਸੀਂ ਡਰਾਫਟਿੰਗ ਦੇ ਲਈ ਹੀ ਕਰਦੇ ਹਾਂ। ਇਹ ਇੱਕ ਗਾੜੇ ਨੀਲੇ ਰੰਗ ਦਾ ਤੇ ਜਾਂ ਕਾਲੇ ਰੰਗ ਦਾ ਇੱਕ ਕੱਪੜਾ ਹੁੰਦਾ ਹੈ ਜਿਹਦੇ ਉੱਪਰ ਅਸੀਂ ਡਰਾਫਟਿੰਗ ਕਰਦੇ ਹਾਂ, ਜਿਸ ਤਰ੍ਹਾਂ ਅਸੀਂ ਬਰਾਊਨ ਪੇਪਰ ਤੇ ਡਰਾਫਟਿੰਗ ਕਰਦੇ ਹਾਂ। ਇਹਦੇ ਵਿੱਚ ਫਰਕ ਕੀ ਹੁੰਦਾ, ਇਹ ਵੀ ਤੁਹਾਡੇ ਲਈ ਇੱਕ ਬਲੈਕ ਬੋਰਡ ਦਾ ਹੀ ਕੰਮ ਕਰਦਾ ਹੈ। ਬਲੈਕ ਬੋਰਡ ਤੇ ਜਿਵੇਂ ਤੁਸੀਂ ਕੋਈ ਕੰਮ ਕਰ ਲੈਂਦੇ ਹੋ ਤਾਂ ਉਸ ਤੋਂ ਬਾਅਦ ਉਹਨੂੰ ਤੁਸੀਂ ਮਿਟੇ ਕੇ ਅਗਲਾ ਤੁਸੀਂ ਚੈਪਟਰ ਉਹਦੇ ਤੇ ਬਣਾ ਲੈਂਦੇ ਹੋ। ਤਾਂ ਸਭ ਤੋਂ ਪਹਿਲਾਂ ਮਿਲਟਨ ਕਲਾਥ ਦੇ ਵਿੱਚ ਇਹਦੀ ਇੱਕ ਖਾਸੀਅਤ ਤਾਂ ਇਹ ਹੈ ਕਿ ਇਹ ਤੁਹਾਡੀ ਪੈਸੇ ਦੀ ਬੱਚਤ ਹੁੰਦੀ ਹੈ ਇਹਦੇ ਨਾਲ। ਜੋ ਤੁਸੀਂ ਜ਼ਰੂਰੀ ਨਹੀਂ ਹੈ ਤੁਸੀਂ ਬਾਜ਼ਾਰੋਂ ਨਵਾਂ ਕੱਪੜਾ ਹੀ ਖਰੀਦਣਾ, ਤੁਹਾਡੇ ਘਰ ਦੇ ਵਿੱਚ ਬਲੂ ਜਾਂ ਬਲੈਕ ਕਲਰ ਦਾ ਕੋਈ ਵੀ ਪੁਰਾਣੇ ਟਾਈਮ ਦੇ ਵਿੱਚ ਕੰਬਲ ਹੁੰਦੇ ਸੀ, ਠੀਕ ਹੈ, ਉਸ ਚੀਜ਼ ਨੂੰ ਵੀ ਤੁਸੀਂ ਇਸ ਦੇ ਲਈ ਵਰਤ ਸਕਦੇ ਹੋ। ਉਹਨੂੰ ਤੁਸੀਂ ਇੱਕ ਟੇਬਲ ਦੇ ਉੱਪਰ ਲਗਾ ਲਓ, ਉਸ ਟੇਬਲ ਦੇ ਉੱਪਰ ਤੁਸੀਂ ਇਸ ਤਰ੍ਹਾਂ ਡਾਇਰੈਕਸ਼ਨ 'ਚ ਵਿਛਾ ਲਓ ਕਿ ਉਸ ਦੇ ਉੱਪਰ ਤੁਸੀਂ ਡਰਾਫਟਿੰਗ ਦੇ ਜੋ ਵੀ ਤੁਸੀਂ ਕੱਪੜੇ ਦੀ ਸਟਿਚਿੰਗ ਕਰਨੀ ਹੈਗੀ ਆ ਉਹਦੇ ਨਾਪ ਦੇ ਆਧਾਰ ਤੇ ਤੁਸੀਂ ਉਹਦੇ ਤੇ ਖਾਕੇ ਬਣਾ ਸਕਦੇ ਹੋ। ਤਾਂ ਉਸ ਤੋਂ ਬਾਅਦ ਉਹਦੇ ਤੋਂ ਤੁਸੀਂ ਪੈਟਰਨ ਉਤਾਰ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਇਸ ਤੇ ਕੰਮ ਕਰਦੇ ਹੋ ਨਾ ਤਾਂ ਤੁਸੀਂ ਚਾਕ ਦੀ ਸਹਾਇਤਾ ਨਾਲ ਇਹਦੇ ਤੇ ਡਰਾਫਟਿੰਗ ਕੀਤੀ ਹੈ। ਚਾਕ ਦੇ ਜਿਹੜੇ ਨਿਸ਼ਾਨ ਹੈਗੇ ਤੁਹਾਡੇ ਬਰਾਊਨ ਪੇਪਰ ਤੇ ਲੱਗ ਜਾਂਦੇ ਆ, ਥੋੜਾ ਜਿਹਾ ਉਹਨੂੰ ਤੁਸੀਂ ਪ੍ਰੈਸ ਕਰੋਗੇ ਸਾਰੇ ਨਿਸ਼ਾਨ ਤੁਹਾਡੇ ਮਿਲਟਨ ਕਲਾਥ ਦੇ ਤੁਹਾਡੇ ਡਰਾਫਟਿੰਗ ਪੇਪਰ ਤੇ ਆ ਜਾਣੇ ਆ। ਜੇ ਤੁਸੀਂ ਡਰਾਫਟਿੰਗ ਪੇਪਰ ਤੋਂ ਚਾਕ ਦੇ ਨਿਸ਼ਾਨ ਲੈ ਲੈਂਦੇ ਹੋ ਤਾਂ
ਉਹਦੇ ਤੋਂ ਤੁਹਾਡਾ ਪੈਟਰਨ ਜਿਹੜਾ ਹੈਗਾ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ। ਮਿਲਟਨ ਕਲੌਥ ਨਾਲ ਕੀ ਹੁੰਦਾ, ਤੁਹਾਡਾ ਜੋ ਤੁਸੀਂ ਉਹਦੇ ਤੋਂ ਕੰਮ ਲੈ ਲਿਆ ਉਸ ਤੋਂ ਬਾਅਦ ਤੁਸੀਂ ਉਹਨੂੰ ਬ੍ਰਸ਼ ਦੀ ਸਹਾਇਤਾ ਨਾਲ ਅਰੇਜ਼ ਕਰ ਸਕਦੇ ਹੋ, ਉਸ ਚੀਜ਼ ਨੂੰ ਤੁਸੀਂ ਖਤਮ ਕਰ ਸਕਦੇ ਹੋ ਤੇ ਦੁਬਾਰਾ ਉਹਨੂੰ ਫਿਰ ਵਰਤੋਂ ਚ ਲਿਆ ਸਕਦੇ ਹੋ। ਬਰਾਊਨ ਪੇਪਰ ਜੇ ਤੁਸੀਂ ਯੂਜ਼ ਕਰਦੇ ਹੈਗੇ ਹੋ ਤਾਂ ਤੁਸੀਂ ਇੱਕ ਵਾਰੀ ਉਹ ਤੇ ਡਰਾਫਟਿੰਗ ਕਰ ਲਈ ਤੇ ਦੁਬਾਰਾ ਰਬੜ ਨਾਲ ਜੇ ਤੁਸੀਂ ਮਟੇਨੇ ਹੋ ਤਾਂ ਤੁਹਾਡਾ ਉਹ ਪੇਪਰ ਫਟਣ ਦਾ ਡਰ ਰਹਿੰਦਾ ਹੈ। ਇਸ ਕਰਕੇ ਮਿਲਟਨ ਕਲੌਥ ਹੈ ਜਿਹੜਾ ਤੁਹਾਡੇ ਪੈਸੇ ਦੀ ਵੀ ਬਚਤ ਕਰਾਉਂਦਾ ਹੈ। ਉਸ ਤੋਂ ਬਾਅਦ ਟ੍ਰੇਸਿੰਗ ਵੀਲ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ। ਉਸ ਤੋਂ ਬਾਅਦ ਤੁਸੀਂ ਡਰਾਫਟਿੰਗ ਟੇਬਲ ਵਰਤਦੇ ਹੋ। ਡਰਾਫਟਿੰਗ ਟੇਬਲ ਕੀ ਤੁਹਾਡਾ ਸਮਤਲ ਹੋਣਾ ਚਾਹੀਦਾ, ਜਿੱਥੇ ਤੁਸੀਂ ਡਰਾਫਟਿੰਗ ਕਰ ਰਹੇ ਹੋਗੇ ਜਿਹੜਾ ਟੇਬਲ ਹੈਗਾ ਉਹਦੀ ਉਚਾਈ ਤੇ ਉਹਦੀ ਜੇ ਤੁਸੀਂ ਖੜ ਕੇ ਕਰਨਾ ਤਾਂ ਤੁਹਾਡੀ ਉਨੀ ਉਚਾਈ ਤੁਹਾਡੀ ਲੈਂਥ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ, ਵੀ ਤੁਹਾਨੂੰ ਝੁੱਕ ਕੇ ਨਾ ਉਹਦੇ ਉੱਪਰ ਕਰਨਾ ਪਵੇ, ਤਾਂ ਜੋ ਤੁਹਾਨੂੰ ਸਰਵਾਈਕਲ ਆਦਿ ਦੀ ਪ੍ਰੋਬਲਮ ਹੋ ਸਕਦੀ ਹੈ। ਜੇ ਤੁਸੀਂ ਬੈਠ ਕੇ ਨੀਚੇ ਇੱਕ ਕਈ ਜਿਹੜੇ ਘਰਾਂ ਦੇ ਵਿੱਚ ਕੰਮ ਕਰਦੇ ਹੈਗੇ ਆ ਉਹ ਨੀਚੇ ਪੀੜੀ ਟਾਈਪ ਟੇਬਲ ਵੀ ਬਣਾ ਲੈਂਦੇ ਹੈਗੇ ਵਰਤੋਂ ਦੇ ਲਈ, ਤਾਂ ਉਹਨਾਂ ਨੂੰ ਉਸ ਅਕੋਰਡਿੰਗ ਬਣਾਉਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਵੀ ਉਹਦੇ ਤੇ ਅੱਗੇ ਝੁੱਕ ਕੇ ਨਾ ਡਰਾਫਟਿੰਗ ਕਰਾਉਣੀ ਪਵੇ। ਤਾਂ ਇਸ ਕਰਕੇ ਹਮੇਸ਼ਾ ਹੀ ਜਦੋਂ ਤੁਸੀਂ ਡਰਾਫਟਿੰਗ ਟੇਬਲ ਦੀ ਵਰਤੋਂ ਕਰਨੀ ਹੈ ਤਾਂ ਇਸ ਅਕੋਰਡਿੰਗ ਤੁਹਾਡਾ ਹੋਣਾ ਚਾਹੀਦਾ ਕਿ ਤੁਸੀਂ ਉਹਦੇ ਤੇ ਪ੍ਰੋਪਰ ਖੜੇ ਹੋ ਕੇ ਜਾਂ ਪ੍ਰੋਪਰ ਬੈਠ ਕੇ, ਜਿਹਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਝੁਕਾਅ ਨਾ ਹੋਵੇ, ਉਸ ਤਰੀਕੇ ਨਾਲ ਤੁਸੀਂ ਡਰਾਫਟਿੰਗ ਟੇਬਲ ਦੇ ਉੱਪਰ ਕੰਮ ਕਰਨਾ ਹੈ। ਇਹ ਪੂਰਾ ਸਮਤਲ ਹੋਣਾ ਚਾਹੀਦਾ, ਠੀਕ ਹੈ। ਉਹਦੇ ਉੱਪਰ ਕਿਸੇ ਤਰ੍ਹਾਂ ਦੇ ਜਿਹੜੇ ਜੋੜ ਹੁੰਦੇ ਆ ਉਹ ਇੱਕ ਤੋਂ ਵੱਧ ਜੋੜ ਨਹੀਂ ਹੋਣੇ ਚਾਹੀਦੇ। ਇਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਅਸੀਂ ਗਲਾਈਆਂ ਲਈ ਕਾਫੀ ਤਰ੍ਹਾਂ ਦੇ ਸਕੇਲ ਦੀ ਵਰਤੋਂ ਕਰਦੇ ਹਾਂ। ਡਰਾਫਟਿੰਗ ਦੇ ਵਿੱਚ ਤੁਹਾਨੂੰ ਸਭ ਨੂੰ ਹੀ ਪਤਾ ਹੈ, ਆਪਣੀਆਂ ਸਾਰੀਆਂ ਲੈਬ ਦੇ ਵਿੱਚ ਹਰੇਕ ਤਰ੍ਹਾਂ ਦੇ ਸਕੇਲ ਵਰਤਣ ਨੂੰ ਆਉਂਦੇ ਨੇ, ਜਿਹਦੇ ਵਿੱਚ ਫ੍ਰੈਂਚ ਕਰਵਸ ਹੋ ਗਈਆਂ ਮੋਢੇ ਦੀਆਂ ਗਲਾਈਆਂ ਲਈ, ਕੋਟ ਦੀਆਂ ਗਹਿਰਾਈਆਂ ਲਈ ਫ੍ਰੈਂਚ ਕਰਵਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਵਿੱਚ ਤੁਸੀਂ ਲੈਗ ਸ਼ੇਪਰ ਯੂਜ਼ ਕਰਦੇ ਹੋ, ਜਦੋਂ ਤੁਸੀਂ ਪੈਂਟ ਦੀ ਕਟਿੰਗ ਕਰਨੀ ਹੈਗੀ ਹੈ ਤਾਂ ਉੱਥੇ ਤੁਹਾਨੂੰ ਲੈਗ ਸ਼ੇਪਰ ਯੂਜ਼ ਕਰਨੇ ਪੈਂਦੇ ਆ। ਇਸੇ ਤਰ੍ਹਾਂ ਹੀ ਤੁਸੀਂ ਸਕੇਲ ਵਰਤਦੇ ਹੋ, ਅਲੱਗ-ਅਲੱਗ ਤਰ੍ਹਾਂ ਦੀਆਂ ਫੱਟੀਆਂ ਜਿਹੜੀਆਂ ਹੈਗੀਆਂ ਉਹ ਸਾਰੇ ਕੰਮਾਂ ਦੇ ਲਈ ਯੂਜ਼ ਕੀਤੀਆਂ ਜਾਂਦੀਆਂ। ਕਟਰ ਹੈ, ਕਟਰ ਦੀ ਵਰਤੋਂ ਤੁਸੀਂ ਕਿੱਥੇ ਕਰਦੇ ਹੋ, ਛੋਟੀ ਕੈਂਚੀ ਵੀ ਲੈ ਸਕਦੇ ਹਾਂ ਅਸੀਂ, ਤੇ ਕਟਰ ਦੀ ਵਰਤੋਂ ਅਸੀਂ ਕਰਦੇ ਹਾਂ ਜਦੋਂ ਤੁਸੀਂ ਡਰਾਫਟਿੰਗ ਤੋਂ ਬਾਅਦ ਪੈਟਰਨ ਬਣਾਉਣੇ ਹੋ ਤਾਂ ਉੱਥੇ ਪਰਫੋਰੇਸ਼ਨਸ ਲਗਾਉਣ ਲਈ ਤੁਸੀਂ ਕਟਰ ਦੀ ਵਰਤੋਂ ਕਰਦੇ ਹੋ। ਤੁਸੀਂ ਉਹਨਾਂ ਦੀਆਂ ਫਰੰਟ ਦੀਆਂ ਗਲਾਈਆਂ ਆਦਿ ਦਿਖਾਉਣ ਦੇ ਲਈ ਅਸੀਂ ਇਸ ਚੀਜ਼ ਨੂੰ ਵਰਤਦੇ ਹਾਂ। ਇਸ ਤੋਂ ਬਾਅਦ ਫੀਤਾ ਕੀ ਹੁੰਦਾ ਹੈ, ਮੇਜਰਮੈਂਟ। ਤੁਸੀਂ ਇੰਚੀ ਟੇਪ ਦੀ ਵਰਤੋਂ ਕਰਦੇ ਹੋ, ਉਹ ਹੁੰਦਾ ਫੀਤਾ। ਜਿਹੜਾ ਫੀਤਾ ਹੈਗਾ ਉਹਨੂੰ ਵੀ ਅਸੀਂ ਡਰਾਫਟਿੰਗ ਦੇ ਵਿੱਚ ਵਰਤਦੇ ਹਾਂ, ਪਰ ਡਰਾਫਟਿੰਗ ਦੇ ਵਿੱਚ ਜ਼ਿਆਦਾ ਅਸੀਂ ਨਾਪ ਲੈਣ ਵੇਲੇ ਹੀ ਇਸ ਚੀਜ਼ ਨੂੰ ਵਰਤਦੇ ਹਾਂ, ਕਿਉਂਕਿ ਅਸੀਂ ਕਿਸੇ ਵੀ ਬੰਦੇ ਦਾ ਜਦੋਂ ਨਾਪ ਲੈ ਰਹੇ ਹਾਂ, ਕਿਸੇ ਵੀ ਇਨਸਾਨ ਦਾ ਜਾਂ ਕਿਸੇ ਤੁਸੀਂ ਕੱਪੜੇ ਤੋਂ ਨਾਪ ਲੈ ਰਹੇ ਹੋ ਤਾਂ ਉੱਥੇ ਤੁਸੀਂ ਇੰਚੀ ਟੇਪ ਦੀ ਵਰਤੋਂ ਕਰੋਗੇ। ਉੱਥੇ ਤੁਹਾਡੇ ਤੋਂ ਸਕੇਲ ਦੇ ਨਾਪ ਅਸੀਂ ਉਹਦੀ ਨਾਪ ਦੀ ਜਿਹੜੀ ਨਹੀਂ ਲੈ ਸਕਦੇ ਉੱਥੇ, ਕਿਉਂਕਿ ਉਹਦੀਆਂ ਗਲਾਈਆਂ ਨਹੀਂ ਮੁੜਦੀਆਂ ਸਕੇਲ ਦੇ ਨਾਲ। ਸਿੱਧੇ ਨਾਪ ਅਸੀਂ ਸਕੇਲ ਨਾਲ ਲੈਂਦੇ ਹਾਂ ਤੇ ਜਿਹੜੇ ਗਲਾਈ ਦੇ ਵਿੱਚ ਰਾਉਂਡ 'ਚ ਅਸੀਂ ਨਾਪ ਲੈਣੇ ਹੁੰਦੇ ਆ ਉੱਥੇ ਅਸੀਂ ਇੰਚੀ ਟੇਪ ਦੀ ਵਰਤੋਂ ਕਰਦੇ ਆ। ਇੰਚੀ ਟੇਪ ਵੀ ਇੱਕ ਕੱਪੜੇ ਦਾ ਉੱਪਰ ਪਲਾਸਟਿਕ ਨਾਲ ਉਹਨੂੰ ਲੈਮੀਨੇਸ਼ਨ ਕਰਕੇ ਤਿਆਰ ਕੀਤਾ ਹੋਇਆ ਸਹੀ ਇੰਚੀ ਟੇਪ ਖਰੀਦਣਾ ਚਾਹੀਦਾ। ਕਈ ਜਿਹੜੇ ਹੁੰਦੇ ਆ ਇੰਚੀ ਟੇਪ ਹੁੰਦੇ ਆ ਨਾ, ਉਹਨਾਂ ਤੇ ਨਿਸ਼ਾਨ ਲੱਗੇ ਹੁੰਦੇ ਆ, ਤੁਸੀਂ ਇਹ ਦੇਖੋ ਉਹਦੇ ਇੱਕ ਸਾਈਡ ਤੇ ਨਿਸ਼ਾਨ ਹੁੰਦੇ ਆ ਇੰਚੀ ਟੇਪ ਦੇ ਵਿੱਚ, ਮੀਟਰਾਂ ਦੇ ਵਿੱਚ, ਇੰਚਾਂ ਦੇ ਵਿੱਚ। ਇੱਕ ਜਿਹੜਾ ਇੰਚੀ ਟੇਪ ਹੈਗਾ ਉਹ 1.5 ਮੀਟਰ ਦਾ ਪੂਰਾ ਬਣਿਆ ਹੁੰਦਾ, ਉਹਦੇ ਇੱਕ ਸਾਈਡ ਦੇ ਉੱਪਰ ਇੰਚਸ ਦੇ ਨਿਸ਼ਾਨ ਹੁੰਦੇ ਆ ਤੇ ਉਹਦੀ ਦੂਜੀ ਸਾਈਡ ਦੇ ਵਿੱਚ ਜਿਹੜੇ ਹੈਗੇ ਆ ਸੈਂਟੀਮੀਟਰ ਦੇ ਨਿਸ਼ਾਨ ਲੱਗੇ ਹੁੰਦੇ ਆ, ਜਿਹਦੇ ਨਾਲ ਕਿ ਤੁਹਾਨੂੰ ਡਰਾਫਟਿੰਗ ਬਣਾਉਣ ਵਿੱਚ ਮੁਸ਼ਕਿਲ ਨਹੀਂ ਆਉਂਦੀ। ਇਸ ਤੋਂ ਬਾਅਦ ਅਸੀਂ ਡਰਾਫਟਿੰਗ ਪਿੰਨ ਯੂਜ਼ ਕਰਦੇ ਹਾਂ। ਹੁਣ ਜਦੋਂ ਵੀ ਤੁਸੀਂ ਡਰਾਫਟਿੰਗ ਬਣਾਉਣ ਲੱਗੇ ਹੋ ਤਾਂ ਡਰਾਫਟਿੰਗ ਪਿੰਨਾਂ ਨੂੰ ਜ਼ਰੂਰ ਵਰਤੋਂ ਵਿੱਚ ਲਿਆਓ, ਕਿਉਂਕਿ ਜਦੋਂ ਤੁਸੀਂ ਡਰਾਫਟਿੰਗ ਪੇਪਰ ਨੂੰ ਡਰਾਫਟਿੰਗ ਟੇਬਲ ਦੇ ਉੱਪਰ ਵਿਛਾ ਲੈਂਦੇ ਹੋ ਤਾਂ ਉਹਨੂੰ ਜੇ ਤੁਸੀਂ ਡਰਾਇੰਗ ਪਿੰਨ ਨਾਲ ਸੈੱਟ ਕੀਤਾ ਹੋਊਗਾ ਤਾਂ ਜਿਹੜੀ ਤੁਹਾਡੀ ਡਰਾਫਟਿੰਗ ਆ ਉਹ ਬਿਲਕੁਲ ਪ੍ਰੋਪਰ ਹੋਊਗੀ। ਕਿਉਂਕਿ ਵਾਰ-ਵਾਰ ਕਈ ਵਾਰੀ ਜਦੋਂ ਤੁਸੀਂ ਹਿਲਦੇ ਹੋ ਜਾਂ ਤੁਹਾਡਾ ਟੇਬਲ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਹਾਡੇ ਪੇਪਰ ਦੇ ਵਿੱਚ ਉੱਥੇ ਤੁਹਾਨੂੰ ਡਰਾਫਟਿੰਗ ਕਰਨ ਦੇ ਵਿੱਚ ਰੁਕਾਵਟ ਆਊਗੀ, ਤੁਹਾਡਾ ਪੇਪਰ ਹੈ ਵਾਰ-ਵਾਰ ਹਿੱਲੂਗਾ। ਤਾਂ ਇਸ ਕਰਕੇ ਤੁਸੀਂ ਪੇਪਰ ਨੂੰ ਪਹਿਲਾਂ ਡਰਾਇੰਗ ਪਿੰਨ ਦੇ ਨਾਲ ਚਾਰਾਂ ਕੋਨਿਆਂ ਤੋਂ ਪ੍ਰੋਪਰ ਉਸ ਚੀਜ਼ ਨੂੰ ਬੰਨ ਲੈਣਾ ਹੁੰਦਾ। ਇਸ ਤਰ੍ਹਾਂ ਦੇ ਹੋਰ ਅਸੀਂ ਕਈ ਔਜ਼ਾਰ ਜਿਹੜੇ ਹੈਗੇ ਆ ਡਰਾਫਟਿੰਗ ਦੇ ਕੰਮ ਦੇ ਲਈ ਵਰਤੋਂ ਵਿੱਚ ਲਿਆਉਂਦੇ ਹਾਂ। ਹੁਣ ਅਸੀਂ ਗੱਲ ਕਰੀਏ ਡਰਾਫਟਿੰਗ ਕਰਨ ਦੇ ਢੰਗ ਬਾਰੇ। ਜਦੋਂ ਅਸੀਂ ਸਾਰੇ ਹੀ ਡਰਾਫਟਿੰਗ ਤਾਂ ਬਣਾਉਂਦੇ ਆ, ਪਰ ਕਈ ਸਿਖਿਆਰਥੀ ਇਹੋ ਜਿਹੇ ਹੁੰਦੇ ਆ ਡਰਾਫਟਿੰਗ ਬਣਾ ਲੈਂਦੇ ਆ, ਜੋ ਵੀ ਇੱਕ ਇੰਸਟ੍ਰਕਟਰ ਨੇ ਸਿਖਾਤਾ ਉਹਨਾਂ ਨੇ ਉਸੇ ਤਰੀਕੇ ਨਾਲ ਹੀ ਉਹਨਾਂ ਲਾਈਨਾਂ ਨੂੰ ਬਣਾ ਲੈਣਾ ਹੁੰਦਾ ਹੈ। ਪਰ ਗੱਲ ਜੇ ਅਸੀਂ ਕਰੀਏ ਡਰਾਫਟਿੰਗ ਹਮੇਸ਼ਾ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਠੀਕ ਹੈ। ਇੱਕ ਤਾਂ ਪੂਰੇ ਇੰਚ ਦੇ ਵਿੱਚ ਡਰਾਫਟਿੰਗ, ਪੂਰੇ ਇੰਚਾਂ ਦੇ ਵਿੱਚ ਡਰਾਫਟਿੰਗ। ਇੱਕ ਹੁੰਦੀ ਹੈ ਛੋਟੇ ਸਕੇਲ ਦੇ ਵਿੱਚ ਡਰਾਫਟਿੰਗ। ਪੂਰੇ ਇੰਚ ਦੇ ਵਿੱਚ ਡਰਾਫਟਿੰਗ ਦੀ ਜੇ ਅਸੀਂ ਗੱਲ ਕਰੀਏ, ਤੁਸੀਂ ਕੱਪੜੇ ਨੂੰ ਜਿਹੜੀ ਤੁਸੀਂ ਕੱਪੜੇ ਦੇ ਉੱਪਰ ਨਿਸ਼ਾਨ ਲਗਾ ਲੈਂਦੇ ਹੋ ਉਹ ਤੁਹਾਡੀ ਫੁੱਲ ਸਕੇਲ ਦੇ ਵਿੱਚ ਡਰਾਫਟਿੰਗ ਹੈ। ਤੇ ਜਦੋਂ ਤੁਸੀਂ ਉਸ ਚੀਜ਼ ਨੂੰ ਪੇਪਰ ਦੇ ਉੱਪਰ ਬਣਾ ਰਹੇ ਹੋ, ਕਾਗਜ਼ ਨੂੰ ਹੀ ਤੁਸੀਂ ਕੱਪੜਾ ਮੰਨ ਕੇ ਕਾਗਜ਼ ਦੇ ਉੱਪਰ ਪੂਰੇ ਇੰਚ ਦੇ ਵਿੱਚ ਨਿਸ਼ਾਨ ਲਗਾ ਲਓ। ਮੰਨ ਲਓ ਤੁਸੀਂ ਇੱਕ 40 ਇੰਚ ਲੰਬੀ ਕਮੀਜ਼ ਬਣਾ ਰਹੇ ਹੋ ਤਾਂ ਤੁਸੀਂ ਕਾਗਜ਼ ਦੇ ਉੱਪਰ ਵੀ 40 ਇੰਚ ਲੰਬਾ ਹੀ ਨਿਸ਼ਾਨ ਲਗਾਓ, ਤਾਂ ਉਹ ਤੁਹਾਡਾ ਫੁੱਲ
ਜਿਹੜੇ ਇੰਚ ਆ ਪੂਰੇ ਇੰਚਾਂ ਦੇ ਵਿੱਚ ਜਿਹੜੀ ਡਰਾਫਟਿੰਗ ਉਹਦੇ ਤੇ ਹੋ ਜਾਂਦੀ ਹੈ। ਡਰਾਫਟਿੰਗ ਵੇਲੇ ਤੁਸੀਂ ਜਿਹੜਾ ਟੇਬਲ ਵਰਤਣਾ ਉਹ ਵੀ ਪੂਰਾ ਸਮਤਲ ਹੋਣਾ ਚਾਹੀਦਾ ਹੈ, ਅਤੇ ਜਿਹੜਾ ਤਾਂ ਜੋ ਜਿਹੜੇ ਕਾਗਜ਼ ਦੇ ਵਿੱਚ ਕਿਸੇ ਤਰ੍ਹਾਂ ਦੇ ਵਾਟਾ ਦੀ ਨਾ ਪੈਣ। ਠੀਕ ਹੈ, ਡਰਾਫਟਿੰਗ ਪੈਨ ਦੀ ਉੱਥੇ ਜ਼ਰੂਰ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਤਾਂ ਤੁਸੀਂ ਜੋ ਡਰਾਫਟਿੰਗ ਕਰਨੀ ਹੈ ਤਾਂ ਉਦੋਂ ਤੁਸੀਂ ਕਿਹੜੀਆਂ ਗੱਲਾਂ ਦੇਖਣੀਆਂ ਧਿਆਨ ਦੇ ਵਿੱਚ ਰੱਖਣੀਆਂ। ਡਰਾਫਟਿੰਗ ਕਰਨ ਵੇਲੇ ਕਾਗਜ਼ ਨੂੰ ਤੁਸੀਂ ਹਮੇਸ਼ਾ ਮੇਜ਼ ਦੇ ਉੱਪਰ ਸੱਜੇ ਹੱਥ ਰੱਖਣਾ। ਠੀਕ ਹੈ, ਕਿਉਂਕਿ ਤੁਸੀਂ ਦੇਖਿਆ ਤੁਹਾਨੂੰ ਸਾਰੇ ਟੀਚਰ ਹੀ ਦੱਸਦੇ ਆ ਵੀ ਤੁਸੀਂ ਆਪਦੇ ਜੋ ਤੁਸੀਂ ਡਰਾਫਟਿੰਗ ਫਾਈਲ ਦੇ ਵਿੱਚ ਡਰਾਫਟਿੰਗ ਕਰਦੇ ਹੋ ਜਾਂ ਤੁਹਾਡੀ ਪੇਪਰ ਦੇ ਵਿੱਚ ਜੋ ਤੁਹਾਨੂੰ ਡਰਾਫਟਿੰਗ ਆਉਂਦੀ ਹੈ ਤਾਂ ਤੁਸੀਂ ਆਪਦੇ ਸਹੀ ਹੱਥ ਡਰਾਫਟਿੰਗ ਕਰਨੀ ਹੈ, ਨਹੀਂ ਤਾਂ ਤੁਹਾਡੇ ਉੱਥੇ ਨੰਬਰ ਦੀ ਕੱਟੇ ਜਾਂਦੇ ਆ। ਇਸ ਕਰਕੇ ਕਦੀ ਵੀ ਜਦੋਂ ਤੁਸੀਂ ਡਰਾਫਟਿੰਗ ਕਰਨ ਲੱਗੇ ਹੋ ਤਾਂ ਕਾਗਜ਼ ਨੂੰ ਹਮੇਸ਼ਾ ਆਪਦੇ ਮੇਜ਼ ਦੇ ਸੱਜੇ ਹੱਥ ਰੱਖੋ। ਅਤੇ ਸਾਰਿਆਂ ਤੋਂ ਪਹਿਲਾਂ ਉਹਦੇ ਵਿੱਚ ਕੀ ਹੈਗਾ, ਤੁਸੀਂ 2.5 ਸੈਂਟੀਮੀਟਰ ਦਾ ਪੂਰੇ ਪੇਪਰ ਦੇ ਉੱਪਰ ਇੱਕ ਹਾਸ਼ੀਆ ਲਗਾ ਲੈਣਾ। ਹਾਸ਼ੀਆ ਲਗਾਉਣ ਦੀ ਲੋੜ ਅਸੀਂ ਕਿਉਂ ਸਮਝਦੇ ਹਾਂ, ਜਦੋਂ ਤੁਸੀਂ ਉਹਦੇ ਤੇ ਹਾਸ਼ੀਆ ਲਗਾਉਂਦੇ ਹੋ ਨਾ ਤਾਂ ਉਹਦੇ ਵਿੱਚ ਤੁਹਾਨੂੰ ਇਹ ਹੁੰਦਾ, ਮੰਨ ਲਓ ਤੁਸੀਂ ਕਿਸੇ ਤਰ੍ਹਾਂ ਦੀ ਡਰਾਫਟਿੰਗ ਕਰ ਰਹੇ ਹੋ ਤਾਂ ਤੁਹਾਡਾ ਸਾਈਡ ਤੋਂ ਕਈ ਵਾਰੀ ਪੇਪਰ ਫਟ ਵੀ ਸਕਦਾ ਹੈ। ਠੀਕ ਹੈ, ਤਾਂ ਡਰਾਫਟਿੰਗ ਜਿਹੜੀ ਤੁਹਾਡੀ ਹੈ ਉਹ ਹਾਸ਼ੀਏ ਦੇ ਅੰਦਰ ਰਹਿ ਜਾਵੇ, ਤਾਂ ਜੋ ਵੀ ਤੁਸੀਂ ਡਰਾਫਟਿੰਗ ਕੀਤੀ ਹੈ ਉਹਦਾ ਤੁਹਾਡੀ ਡਰਾਫਟਿੰਗ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ, ਡਰਾਫਟਿੰਗ ਦੇ ਵਿੱਚ ਹਾਸ਼ੀਆ ਲਗਾਉਣ ਤੋਂ ਬਾਅਦ ਜਿਹੜਾ ਜ਼ਰੂਰੀ ਨਾਪ ਹੈ ਤੁਹਾਡਾ, ਜਿਹੜਾ ਤੁਸੀਂ ਡਰਾਫਟਿੰਗ ਪੇਪਰ ਦੇ ਇੱਕ ਸਾਈਡ ਤੇ ਅਸੀਂ ਜ਼ਰੂਰੀ ਨਾਪ ਲਿਖਦੇ ਹਾਂ ਤੇ ਆਪਣੇ ਜਿਹੜੇ ਹੱਥ ਤੁਸੀਂ ਡਰਾਫਟਿੰਗ ਕਰਨੀ ਆ ਉਹਦੀ ਦੂਸਰੀ ਤਰਫ ਤੁਸੀਂ ਜ਼ਰੂਰੀ ਨਾਪ ਲਿਖਣਾ ਹੁੰਦਾ। ਹੁਣ ਜਦੋਂ ਜ਼ਰੂਰੀ ਨਾਪ ਤੁਹਾਨੂੰ ਸਭ ਨੂੰ ਹੀ ਪਤਾ ਹੈ ਵੀ ਉੱਪਰ ਬੋਡੀ ਦੇ ਵਿੱਚ ਜਦੋਂ ਅਸੀਂ ਜ਼ਰੂਰੀ ਨਾਪ ਹੁੰਦੇ ਆ ਉਹ ਛਾਤੀ ਦੇ ਆਧਾਰ ਤੇ ਬਣਾਏ ਜਾਂਦੇ ਆ ਨਾ, ਤਾਂ ਲੋਅਰ ਬਾਡੀ ਦੇ ਵਿੱਚ ਅਸੀਂ ਹਿੱਪ ਦੇ ਆਧਾਰ ਤੇ ਜਿਹੜੇ ਨਾਪ ਹੈ ਉਹ ਬਣਾਉਂਦੇ ਆ। ਪਰ ਕਈ ਵਾਰੀ ਸਾਡੇ ਕੋਲੇ ਕੀ ਹੁੰਦਾ ਹੈ, ਸਾਨੂੰ ਸਿਰਫ ਉਹਨਾਂ ਨੇ ਚੈਸਟ ਦਾ ਨਾਪ ਹੀ ਦਿੱਤਾ, ਤਾਂ ਅਸੀਂ ਉਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਫਾਰਮੂਲੇ ਲਗਾ ਕੇ ਉਹਦਾ ਤੀਰਾ, ਉਹਦਾ ਮੋਢਾ, ਉਹਦੀ ਲੰਬਾਈ, ਬਾਜੂ ਦੀ ਲੰਬਾਈ ਅਸੀਂ ਕੱਢਦੇ ਹਾਂ। ਤਾਂ ਜੋ ਵੀ ਅਸੀਂ ਫਾਰਮੂਲੇ ਲਗਾ ਕੇ ਉਹਦੇ ਨਾਪ ਕੱਢੇ ਹੈਗੇ ਆ ਉਹ ਵੀ ਤੁਸੀਂ ਜ਼ਰੂਰੀ ਨਾਪ ਦੇ ਵਿੱਚ ਇੱਕ ਸਾਈਡ ਤੇ ਉੱਥੇ ਹੀ ਲਿਖ ਲੈਣੇ ਚਾਹੀਦੇ ਆ, ਜਿਹਦੇ ਨਾਲ ਕੀ ਤੁਹਾਡੀ ਹੈਗੀ ਹੈ ਟਾਈਮ ਦੀ ਤੁਹਾਨੂੰ ਬਚਤ ਹੁੰਦੀ ਹੈ। ਤਾਂ ਇੱਥੇ ਕੀ ਹੈਗਾ, ਜੋ ਤੁਸੀਂ ਡਰਾਫਟਿੰਗ ਦੇ ਵਿੱਚ ਤੁਹਾਨੂੰ ਪਿੱਛੇ ਵੀ ਮੈਂ ਦੱਸਿਆ ਹੈਗਾ, ਡਰਾਫਟਿੰਗ ਦੇ ਵਿੱਚ ਤੁਸੀਂ ਜੋ ਵੀ ਡਿਜ਼ਾਈਨ ਸੈੱਟ ਕਰਨਾ, ਕਿਸੇ ਵੀ ਤਰ੍ਹਾਂ ਦਾ ਵਸਤਰ ਜੋ ਤੁਸੀਂ ਬਣਾਉਣ ਲੱਗੇ ਹੋ ਤਾਂ ਜਿਹੜਾ ਵੀ ਤੁਸੀਂ ਡਿਜ਼ਾਈਨ ਸੈੱਟ ਕਰਨਾ ਉਹ ਡਿਜ਼ਾਈਨ ਨੂੰ ਤੁਸੀਂ ਡਰਾਫਟਿੰਗ ਦੇ ਵਿੱਚ ਹੀ ਸੈੱਟ ਕਰ ਲੈਣਾ, ਤਾਂ ਜੋ ਪੈਟਰਨ ਬਣਾਉਣ ਵੇਲੇ ਤੁਹਾਨੂੰ ਇਸ ਚੀਜ਼ ਦੀ ਦਿੱਕਤ ਨਾ ਆਵੇ। ਤਾਂ ਹੁਣ ਅਸੀਂ ਗੱਲ ਕਰੀਏ ਛੋਟੇ ਸਕੇਲ 'ਚ, ਉਹ ਸੀਗੇ ਤੁਹਾਡੇ ਕੋਲੇ ਵੱਡੇ ਸਕੇਲ 'ਚ ਜੋ ਵੀ ਤੁਹਾਡੇ ਕੋਲੇ ਪ੍ਰੋਪਰ ਨਾਪ ਹੁੰਦਾ ਤੁਸੀਂ ਉਸੇ ਅਕੋਰਡਿੰਗ ਹੀ ਵੱਡੇ ਸਕੇਲ ਦੇ ਵਿੱਚ ਡਰਾਫਟਿੰਗ ਕਰ ਲਈ। ਪਰ ਛੋਟੇ ਸਕੇਲ ਦੇ ਡਰਾਫਟ ਕੀ ਹੁੰਦੇ ਆ, ਜਦੋਂ ਤੁਸੀਂ ਕਿਸੇ ਵੀ ਵਸਤਰ ਦਾ ਹਿਸਾਬ ਕਿਤਾਬ ਹੈ ਨਾਪ ਦਾ ਉਹ ਇੱਕ ਜਗ੍ਹਾ ਤੇ ਇਕੱਠੇ ਕਰਨ ਦੇ ਲਈ ਅਸੀਂ ਕੀ ਹੈਗਾ ਡਰਾਫਟਿੰਗ ਫਾਈਲ ਵਰਤਦੇ ਆ ਨਾ। ਤੁਸੀਂ ਹੁਣ ਆਪਣੇ ਸਿਲੇਬਸ ਦੇ ਅਕੋਰਡਿੰਗ ਤੁਸੀਂ ਸਾਰਿਆਂ ਨੇ ਡਰਾਫਟਿੰਗ ਫਾਈਲ ਨੂੰ ਯੂਜ਼ ਕਰਦੇ ਹੋ ਨਾ, ਡਰਾਫਟਿੰਗ ਫਾਈਲ ਦੇ ਉੱਪਰ ਤੁਸੀਂ ਡਰਾਫਟਿੰਗ ਕਰਦੇ ਹੋ। ਤਾਂ ਉਹਦੇ ਵਿੱਚ ਕੀ ਹੁੰਦਾ ਹੈ, ਕੋਈ ਵੀ ਤੁਸੀਂ ਜੇ ਅਸੀਂ ਗੱਲ ਕਰੀਏ ਵੀ ਅਸੀਂ ਛੋਟੇ ਸਕੇਲ 'ਚ ਕਿਉਂ ਕਰਦੇ ਆ ਡਰਾਫਟਿੰਗ, ਤਾਂ ਸਭ ਨੂੰ ਹੀ ਪਤਾ ਹੈ ਕਿ ਤੁਹਾਡਾ ਪੇਪਰ ਹੈ ਜਿਹੜਾ ਡਰਾਫਟਿੰਗ ਪੇਜ ਦਾ ਜਿਹੜਾ ਪੇਪਰ ਹੁੰਦਾ ਉਹਦੀ ਜਿਹੜੀ ਲੰਬਾਈ ਹੈ ਉਹ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ। ਠੀਕ ਹੈ, 22 ਜਿਹੜਾ ਪੇਜ ਹੈਗਾ ਉਹ A4 ਸਾਈਜ਼ ਦੇ ਅਕੋਰਡਿੰਗ ਜਿਹੜਾ ਛੋਟਾ ਹੁੰਦਾ ਹੈ। ਤਾਂ ਇਸ ਕਰਕੇ ਅਸੀਂ ਕੀ ਕਰਦੇ ਹਾਂ, ਜੋ ਤੁਹਾਨੂੰ ਸਭ ਨੂੰ ਹੀ ਪਤਾ ਹੈਗਾ ਵੀ ਤੁਸੀਂ ਜੇ 50 ਸੈਂਟੀਮੀਟਰ ਜਾਂ 70 ਸੈਂਟੀਮੀਟਰ ਲਾਈਨ ਲਾਉਣੀ ਹੈ ਤਾਂ ਤੁਹਾਡੀ ਉਹ ਫਾਈਲ ਦੇ ਉੱਪਰ ਪੂਰੀ ਨਹੀਂ ਆਉਂਦੀ। ਤਾਂ ਉਹਦੇ ਲਈ ਅਸੀਂ ਕੀ ਕਰਦੇ ਹਾਂ, ਛੋਟੇ ਸਕੇਲ ਬਣਾ ਲੈਂਦੇ ਹਾਂ। ਛੋਟੇ ਸਕੇਲ ਤੁਹਾਨੂੰ ਥਿਊਰੀ ਦੀ ਬੁੱਕ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੇ ਨਾ, ਉਹਦੇ ਵਿੱਚ ਫ੍ਰੀ ਆਫ ਕਾਸਟ ਤੁਹਾਨੂੰ ਛੋਟਾ ਸਕੇਲ ਜਿਹੜਾ ਹੈਗਾ ਉਹ ਦਿੱਤਾ ਹੁੰਦਾ, ਜਿਹਦੇ ਤੇ 1.5 1.4 ਲਿਖ ਕੇ ਤੁਹਾਡੇ ਉਹਦੇ ਦੇ ਨਾਪ ਬਣਾਏ ਹੁੰਦੇ ਆ। ਪਰ ਉੱਥੇ ਕੀ ਹੁੰਦਾ, ਕਈ ਬੱਚਿਆਂ ਨੂੰ ਉਹ ਸਕੇਲ ਵਰਤਣੇ ਨਹੀਂ ਆਉਂਦੇ। ਠੀਕ ਹੈ, ਉਸ ਸਕੇਲਾਂ ਨੂੰ ਵਰਤਣਾ ਨਹੀਂ ਆਉਂਦਾ, ਤਾਂ ਇਸ ਕਰਕੇ ਅਸੀਂ ਜਿਹੜੇ ਸਕੇਲ ਹੈ ਉਹ ਬਣਾ ਲੈਂਦੇ ਆ। ਤੁਸੀਂ ਇੱਕ ਨਾਰਮਲ ਸਕੇਲ ਤੋਂ ਵੀ ਛੋਟੇ ਸਕੇਲ ਦਾ ਕੰਮ ਲੈ ਸਕਦੇ ਹੋ। ਤੁਸੀਂ ਕੀ ਕਰਦੇ ਹੈਗੇ ਹੋ, ਤੁਸੀਂ ਜਿਹੜਾ ਨਾਪ ਹੁੰਦਾ ਉਹਦਾ ਤੁਸੀਂ ਚੌਥਾ, 16ਵਾਂ ਜਾਂ 8ਵਾਂ ਕੋਈ ਵੀ ਨਾਪ ਦਾ ਹਿੱਸਾ ਰੱਖ ਕੇ 5ਵਾਂ ਰੱਖ ਕੇ ਤਾਂ ਤੁਸੀਂ ਉਸ ਚੀਜ਼ ਦੇ ਜਿਹੜੇ ਹਿੱਸੇ ਆ ਉਹ ਕੱਟ ਕੇ ਡਰਾਫਟ ਕਰ ਲੈਣਾ। ਪੂਰੇ ਨਾਪ ਨੂੰ ਤੁਸੀਂ ਉਸ ਸਕੇਲ 'ਚ ਡਿਵਾਈਡ ਕਰ ਲੈਣਾ। ਮੰਨ ਲਓ ਤੁਸੀਂ 1/4 ਸਕੇਲ ਲਿਖ ਲਿਆ, ਤੁਸੀਂ ਕੋਈ ਵੀ ਸ਼ਰਟ ਬਣਾ ਰਹੇ ਹੋ ਉਹਦੇ ਤੇ ਤੁਸੀਂ ਜ਼ਰੂਰੀ ਨਾਪ ਦੇ ਨਾਲ ਹੀ ਉੱਥੇ ਸਕੇਲ ਜ਼ਰੂਰ ਲਿਖੀਦਾ। ਜੇ ਤੁਸੀਂ ਡਰਾਫਟਿੰਗ ਕਰਦੇ ਹੋ ਨਾ, ਜੇ ਤੁਸੀਂ ਸਕੇਲ ਨਹੀਂ ਲਿਖਿਆ ਤਾਂ ਇੱਥੋਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਿੰਨੇ ਸਕੇਲ ਦੇ ਵਿੱਚ ਡਰਾਫਟ ਕੀਤਾ, ਕਿਉਂਕਿ ਜੇ ਤੁਸੀਂ ਨਹੀਂ ਲਿਖਿਆ ਤਾਂ ਇਹਦਾ ਮਤਲਬ ਉਹ ਫੁੱਲ ਸਕੇਲ 'ਚ ਹੈ, ਤਾਂ ਤੁਹਾਡੀ ਜਿਹੜੀ ਡਾਇਗਰਾਮ ਦੇ ਅਕੋਰਡਿੰਗ ਉਹ ਛੋਟਾ ਬਣ ਜਾਂਦਾ। ਤਾਂ ਜਦੋਂ ਤੁਸੀਂ ਡਰਾਫਟ ਕਰਨ ਲੱਗੇ ਹੋ ਤਾਂ ਉਹਦੀ ਸਾਈਡ ਤੇ ਜ਼ਰੂਰੀ ਨਾਪ ਦੇ ਨਾਲ ਹੀ ਸਕੇਲ ਨੂੰ ਵੀ ਮੈਂਸ਼ਨ ਕਰਨਾ ਜ਼ਰੂਰੀ ਹੋ ਜਾਂਦਾ। ਹੁਣ ਮੰਨ ਲਓ ਤੁਸੀਂ ਜਿਹੜੀ ਸਕੇਲ ਜਦੋਂ ਤੁਸੀਂ ਛੋਟਾ ਕਰ ਲਿਆ, 1/4 ਸਕੇਲ ਕਰ ਲਿਆ, ਤਾਂ ਜਿਹੜਾ ਤੁਹਾਡਾ 1 ਸੈਂਟੀਮੀਟਰ ਹੈ ਤੁਹਾਡੇ ਸਕੇਲ ਤੇ ਜਿਹੜਾ 0 ਤੋਂ ਲੈ ਕੇ 1.1 ਸੈਂਟੀਮੀਟਰ ਹੈਗਾ ਉਹ ਤੁਹਾਡੇ ਲਈ ਕੀ ਬਣ ਜਾਂਦੇ ਆ। ਉਹਦੇ ਵਿੱਚ ਕੀ ਹੁੰਦੇ ਆ ਤੁਹਾਡੇ ਦੇਖਿਆ ਨਾ, 1 ਸੈਂਟੀਮੀਟਰ ਤੋਂ ਵਿੱਚ ਅੱਧੇ ਸੈਂਟੀਮੀਟਰ ਤੇ ਲਾਈਨ ਹੁੰਦੀ ਆ ਤੇ ਉਹਦੇ ਵਿੱਚ ਫਿਰ ਛੋਟੀਆਂ 4 ਲਾਈਨਾਂ ਲੱਗੀਆਂ ਹੁੰਦੀਆਂ, ਬਰੀਕ ਉਹਨੂੰ ਪੁਆਇੰਟ ਦਿੱਤੇ ਹੁੰਦੇ ਆ। ਇੱਕ ਬਰੀਕ ਲਾਈਨਾਂ ਲਗਾ ਕੇ ਦਿਖਾਇਆ ਹੁੰਦਾ, ਉਹ ਤੁਹਾਡੇ 2.50 mm
2.5 mm ਦੀਆਂ ਉਹ ਲਾਈਨਾਂ ਲੱਗੀਆਂ ਹੁੰਦੀਆਂ। ਤੁਸੀਂ ਕੀ ਉਹਨੂੰ ਦੇਖ ਕੇ ਉਹਨੂੰ ਕੀ ਕਰ ਲੈਣਾ, ਜਿਹੜਾ ਤੁਸੀਂ ਸਕੇਲ ਦੇ ਵਿੱਚ ਲੈ ਲਿਆ, ਮੰਨ ਲਓ ਤੁਸੀਂ 4 ਸੈਂਟੀਮੀਟਰ ਲੰਬੀ ਲਾਈਨ ਲਾਉਣੀ ਹੈ ਤਾਂ ਤੁਹਾਡੇ ਲਈ ਜਿਹੜਾ 1 ਸੈਂਟੀਮੀਟਰ ਹੈ ਉਹ 4 ਸੈਂਟੀਮੀਟਰ ਦੇ ਬਰਾਬਰ ਹੋ ਜਾਂਦਾ ਹੈ। ਤਾਂ ਇਸ ਕਰਕੇ ਜਿਵੇਂ ਹੁਣ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਿਆ ਹੀ ਹੈ ਮੈਂ ਕਿ ਜੇ ਤੁਸੀਂ 8 ਸੈਂਟੀਮੀਟਰ ਲੰਬੀ ਲਾਈਨ ਲਗਾਉਣੀ ਹੈ ਨਾ ਤਾਂ ਤੁਸੀਂ 1/4 ਸਕੇਲ ਦੇ ਵਿੱਚ ਸਿਰਫ 2 ਸੈਂਟੀਮੀਟਰ ਲੰਬੀ ਹੀ ਲਾਈਨ ਲਾਓਗੇ ਤਾਂ ਤੁਹਾਡੇ ਲਈ ਉਹ ਕਿੰਨੀ ਹੋ ਜੂਗੀ, 8 ਸੈਂਟੀਮੀਟਰ ਲੰਬੀ ਲਾਈਨ ਹੋ ਜੂਗੀ। ਇਸ ਤਰ੍ਹਾਂ ਅਸੀਂ ਕੀ ਹੈ ਜਿਹੜਾ ਸਾਰਾ ਹੀ ਡਰਾਫਟ ਅਸੀਂ ਬਣਾ ਲੈਣੇ ਉਹ ਛੋਟੇ ਸਕੇਲ ਦੇ ਵਿੱਚ ਵੱਡੇ ਸਕੇਲ ਦੀ ਤਰ੍ਹਾਂ ਹੀ ਕਰ ਲੈਣਾ, ਸਿਰਫ ਤੁਸੀਂ ਸਕੇਲ ਬਦਲਣਾ। ਠੀਕ ਹੈ, ਜਦੋਂ ਤੁਸੀਂ ਸਕੇਲ ਬਦਲ ਲਿਆ ਤਾਂ ਤੁਹਾਡਾ ਨਾਪ ਹੈ ਉਹ ਆਟੋਮੈਟਿਕਲੀ ਉਸੇ ਅਕੋਰਡਿੰਗ ਹੀ ਚੱਲੂਗਾ। ਜਿਵੇਂ ਤੁਹਾਡੇ ਕੋਲੇ ਜੋ ਵੀ ਨਾਪ ਹੈ ਉਹਨੂੰ ਤੁਸੀਂ ਚੌਥੇ ਹਿੱਸੇ ਦੇ ਵਿੱਚ ਕਰਨ ਦੀ ਕਰਕੇ ਸਕੇਲ ਦੇ ਵਿੱਚ ਬਦਲ ਕੇ ਤਾਂ ਤੁਸੀਂ ਜਿਹੜੀ ਲਾਈਨ ਲਗਾਉਣੀ ਹੈ, ਨਾਪ ਤੁਹਾਡਾ ਉਹੀ ਹੈ, ਜਿਹੜੀ ਤੁਸੀਂ ਲਾਈਨ ਲਗਾਉਣੀ ਹੈ ਉਹਨੂੰ ਤੁਸੀਂ ਸਕੇਲ ਦੇ ਵਿੱਚ ਕਨਵਰਟ ਕੀਤੀ ਹੈ ਤਾਂ ਉਹਦੇ ਨਾਲ ਤੁਹਾਡੀ ਕੀ ਹੈ ਜਿਹੜੀ ਹੈ ਡਰਾਫਟਿੰਗ ਉਹ ਸੌਖੀ ਹੋ ਜਾਂਦੀ ਹੈ। ਠੀਕ ਹੈ, ਡਰਾਫਟਿੰਗ ਨੂੰ ਅਸੀਂ ਆਸਾਨੀ ਨਾਲ ਸਮਝਣ ਲਈ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਲਾਈਨਾਂ ਦਾ ਪ੍ਰਯੋਗ ਕਰਦੇ ਆ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਰਾਫਟਿੰਗ ਬਣਾ ਲੈਂਦੇ ਹੋ ਤਾਂ ਉਹਦੇ ਵਿੱਚ ਕੀ ਹੁੰਦਾ, ਤੁਸੀਂ ਪ੍ਰੋਪਰ ਜਿਹੜੀ ਡਰਾਫਟਿੰਗ ਬਣਾਉਂਦੇ ਹੋ ਉਹ ਪਲੇਨ ਲਾਈਨ ਨਾਲ, ਤੁਸੀਂ ਬਲੈਕ ਪੈਨਸਲ ਨਾਲ ਯੂਜ਼ ਕੀਤਾ ਪਲੇਨ ਲਾਈਨ ਲਗਾ ਲੈਂਦੇ ਹੋ ਹਨਾ। ਤਾਂ ਗਾਈਡ ਲਾਈਨ ਜਿਹੜੀ ਹੈ ਡਾਟਡ ਲਾਈਨ ਅਸੀਂ ਉਹਦੇ ਵਿੱਚ ਵਰਤਦੇ ਹਾਂ। ਡਾਟਡ ਲਾਈਨ ਕੀ ਹੁੰਦੀ ਹੈ, ਛੋਟੀ ਲਾਈਨ ਜਗ੍ਹਾ ਜਗ੍ਹਾ ਤੇ ਉਹਦੇ ਵਿੱਚ ਥੋੜੇ ਥੋੜੇ ਪਾਰਟ ਨੂੰ ਛੱਡ ਕੇ ਜਦੋਂ ਅਸੀਂ ਲਾਈਨ ਲਗਾ ਲਈਏ ਉਹ ਗਾਈਡ ਲਾਈਨ ਹੁੰਦੀ ਹੈ। ਗਾਈਡ ਲਾਈਨ ਅਸੀਂ ਕਿੱਥੇ ਵਰਤਦੇ ਹੈਗੇ ਆ, ਤੁਸੀਂ ਦੇਖੋ ਜਦੋਂ ਤੁਸੀਂ ਚੈਸਟ ਦਾ ਨਾਪ ਲਗਾ ਰਹੇ ਹੋ, ਚੈਸਟ ਦੀ ਚੌੜਾਈ ਲਾਈ ਹੈ ਤਾਂ ਉਹਨੂੰ ਤੁਸੀਂ ਪੂਰੀ ਬਲੈਕ ਨਹੀਂ ਕਰਦੇ ਨਾ, ਉਹਦੇ ਦੇ ਵਿੱਚ ਤੁਸੀਂ ਜਿਵੇਂ ਇੱਥੇ ਮੈਂ ਦਿਖਾਈ ਹੋਈ ਹੈ ਇਸ ਤਰ੍ਹਾਂ ਦੀਆਂ ਲਾਈਨਾਂ ਲਾ ਲੈਂਦੇ ਹਾਂ ਜਿੱਥੋਂ ਤੁਹਾਨੂੰ ਪਤਾ ਲੱਗਦਾ ਵੀ ਇਹ ਸਾਨੂੰ ਗਾਈਡ ਕਰ ਰਿਹਾ ਵੀ ਇੱਥੇ ਅਸੀਂ ਚੈਸਟ ਦਾ ਨਿਸ਼ਾਨ ਲਗਾਇਆ ਹੋਇਆ ਹੈ। ਉਸੇ ਤਰ੍ਹਾਂ ਹੀ ਅਸੀਂ ਡਾਟਡ ਲਾਈਨਾਂ ਲਗਾ ਲੈਂਦੇ ਹਾਂ, 3 ਡਾਟ ਤੇ ਇੱਕ ਛੋਟੀ ਜਿਹੀ ਲਾਈਨ, ਫਿਰ 3 ਡਾਟ ਇੱਕ ਛੋਟੀ ਜਿਹੀ ਲਾਈਨ। ਇਹਦਾ ਮਤਲਬ ਕੀ ਹੁੰਦਾ ਹੈਗਾ, ਜਦੋਂ ਤੁਸੀਂ ਕਿਸੇ ਜਗ੍ਹਾ ਤੇ ਡਰਾਫਟਿੰਗ ਕਰ ਲਈ ਹੈ ਤਾਂ ਉਹਦੇ ਵਿੱਚ ਤੁਹਾਡੀ ਜਿਹੜੇ ਕੱਪੜੇ ਦੀ ਵੇਸਟੇਜ ਹੋਣੀ ਹੈ, ਜਿਹੜਾ ਕੱਪੜਾ ਤੁਹਾਡਾ ਕਟਿੰਗ 'ਚ ਬਾਹਰ ਚਲਾ ਜਾਣਾ, ਉੱਥੇ ਤੁਸੀਂ ਡਾਟਡ ਲਾਈਨ ਲਗਾ ਕੇ ਉਸ ਚੀਜ਼ ਨੂੰ ਦਿਖਾ ਸਕਦੇ ਹੋ। ਵੀ ਜੋ ਮੰਨ ਲਓ ਤੁਸੀਂ ਅੰਬਰੇਲਾ ਫਰਾਕ ਦੀ ਡਰਾਫਟਿੰਗ ਕਰ ਰਹੇ ਹੋ ਤਾਂ ਉੱਥੇ ਜਦੋਂ ਤੁਸੀਂ ਨਿਸ਼ਾਨ ਲਗਾ ਲੈਂਦੇ ਹੋ ਨਾ ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਜਿਹੜੇ ਤੁਹਾਡੇ ਨਿਸ਼ਾਨ ਦੇ ਵਿੱਚ ਤੁਸੀਂ ਰਾਊਂਡ ਦੇ ਵਿੱਚ ਉਹਦਾ ਘੇਰਾ ਬਣਾਇਆ ਤਾਂ ਉੱਥੇ ਜਿਹੜੇ ਤੁਹਾਡਾ ਚੌਰਸ ਤੁਸੀਂ ਕੱਪੜਾ ਲਿਆ ਸਕੁਅਰ ਦੇ ਵਿੱਚ, ਜਿਹੜਾ ਤੁਹਾਡਾ ਨੀਚੇ ਕਟਿੰਗ 'ਚ ਚਲੀ ਗਈ ਸ਼ੇਪ, ਤਾਂ ਉਹ ਸਾਡੀ ਉੱਥੇ ਤੁਸੀਂ ਡਾਟਡ ਲਾਈਨਾਂ ਉਹਨੂੰ ਸ਼ੋ ਕੀਤਾ ਤਾਂ ਤੁਹਾਡੇ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਤੁਹਾਡਾ ਕੱਪੜਾ ਬਾਹਰ ਚਲਾ ਜਾਣਾ। ਇਹਨਾਂ ਨੂੰ ਅਸੀਂ ਵੱਖ-ਵੱਖ ਕਲਰ ਦੀਆਂ ਪੈਨਸਲਾਂ ਯੂਜ਼ ਕਰਕੇ, ਜੇ ਤੁਸੀਂ ਗਾਈਡ ਲਾਈਨ ਜਾਂ ਡਾਟਡ ਲਾਈਨ ਨਹੀਂ ਲਗਾਈ ਹੈ ਤਾਂ ਤੁਸੀਂ ਉਹਨਾਂ ਨੂੰ ਵੱਖ-ਵੱਖ ਕਲਰ ਦੇ ਪੈਨਸਲ ਯੂਜ਼ ਕਰਕੇ ਵੀ ਇਹਨਾਂ ਚੀਜ਼ਾਂ ਨੂੰ ਸ਼ੋ ਕਰ ਸਕਦੇ ਹੋ। ਡਰਾਫਟਿੰਗ ਦੇ ਵਿੱਚ ਪੈਨਸਲ ਨੂੰ ਅਸੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਡਰਾਫਟਿੰਗ ਦੇ ਵਿੱਚ ਜਦੋਂ ਅਸੀਂ ਪੈਨਸਲ ਦੀ ਯੂਜ਼ ਕਰਦੇ ਹਾਂ, ਰੈੱਡ ਜਾਂ ਬਲੂ ਪੈਨਸਲ ਨੂੰ ਤੁਸੀਂ ਵਰਤਦੇ ਹੈਗੇ ਹੋ ਗਲਾਈਆਂ ਦੇ ਲਈ। ਜਿਵੇਂ ਤੁਸੀਂ ਪੂਰਾ ਸਕੇਲ ਦੇ ਬਲੈਕ ਪੈਨਸਲ ਨਾਲ ਕਰ ਲਿਆ, ਉੱਥੇ ਤੁਸੀਂ ਫਰੰਟ ਦੀ ਗਲਾਈ ਦਿਖਾਉਣੀ ਹੈ ਤਾਂ ਤੁਸੀਂ ਰੈੱਡ ਕਲਰ ਦੀ ਪੈਨਸਲ ਯੂਜ਼ ਕਰ ਲਓ। ਵੀ ਇੱਥੇ ਅਸੀਂ ਮੋਢੇ ਦੀ ਜਿਹੜੀ ਗਲਾਈ ਹੈ ਰੈੱਡ ਕਲਰ ਨਾਲ ਕੀਤਾ, ਉਹਨੂੰ ਤੁਸੀਂ ਆਪਦੇ ਡਰਾਫਟਿੰਗ ਦੇ ਉੱਪਰ ਸ਼ੋ ਵੀ ਕਰ ਸਕਦੇ ਹੋ ਵੀ ਅਸੀਂ ਇਸ ਚੀਜ਼ ਲਈ ਆਹ ਚੀਜ਼ ਯੂਜ਼ ਕੀਤੀ ਹੈ। ਠੀਕ ਹੈ, ਇਹ ਤੁਹਾਨੂੰ ਤੁਹਾਡੇ ਫੋਟੋ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈ, ਇੱਥੇ ਪੂਰੇ ਸਕੇਲ ਦੇ ਵਿੱਚ ਇੱਕ ਡਰਾਫਟਿੰਗ ਹੋਈ ਹੋਈ ਹੈ ਬੋਡੀ ਏ ਲਾਈਨ ਫਰੋਕ ਦੀ। ਤਾਂ ਇੱਕ ਸਾਈਡ ਤੇ ਤੁਹਾਡੇ ਕੋਲੇ ਪੈਂਟ ਕੱਟ ਪਜਾਮੇ ਦੀ ਡਰਾਫਟਿੰਗ ਹੈ ਛੋਟੇ ਸਕੇਲ ਦੇ ਵਿੱਚ, ਕਿਉਂਕਿ ਪ੍ਰੋਪਰ ਜੇ ਆਪਾਂ ਪੂਰੀ ਲੈਂਥ ਲਈਏ ਤਾਂ ਐਡੀ ਤੁਹਾਡੇ ਕੋਲੋਂ ਪੂਰੀ ਫਾਈਲ ਦੇ ਵਿੱਚ ਜਿਹੜੀ ਹੈ ਲੈਂਥ ਉਹ ਨਹੀਂ ਆਉਂਦੀ। ਇਸ ਤੋਂ ਬਾਅਦ ਆ ਗਈ ਗੱਲ ਪੈਟਰਨ ਦੀ। ਹੁਣ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਪੈਟਰਨ ਬਣਾ ਲੈਂਦੇ ਹੋ, ਠੀਕ ਹੈ, ਪੈਟਰਨ ਕੀ ਹੁੰਦਾ, ਤੁਸੀਂ ਜਿਹੜਾ ਵੀ ਡਰਾਫਟਿੰਗ ਕਰ ਲਈ ਹੈਗੀ ਹੈ, ਕਿਸੇ ਵੀ ਚੀਜ਼ ਦੀ ਤੁਸੀਂ ਡਰਾਫਟਿੰਗ ਬਣਾ ਲਈ ਹੈ ਹਨਾ, ਤਾਂ ਉਸ ਚੀਜ਼ ਨੂੰ ਜਦੋਂ ਤੁਸੀਂ ਕੈਂਚੀ ਨਾਲ ਕੱਟ ਲੈਂਦੇ ਹੋ ਨਿਸ਼ਾਨਾਂ ਦੇ ਉੱਪਰ ਤਾਂ ਤੁਹਾਡੇ ਕੋਲੇ ਉਹ ਕੀ ਹੋ ਜਾਂਦਾ, ਸਧਾਰਨ ਪੈਟਰਨ ਤਿਆਰ ਹੋ ਜਾਂਦਾ ਉਸ ਚੀਜ਼ ਦਾ, ਜੋ ਵੀ ਤੁਸੀਂ ਉਸ ਚੀਜ਼ ਨੂੰ ਬਣਾ ਰਹੇ ਹੋ। ਕਿਸੇ ਤਰ੍ਹਾਂ ਦੇ ਵੀ ਸ਼ਰਟ ਬਣਾ ਰਹੇ ਹੋ ਜਾਂ ਬਲਾਊਜ਼ ਬਣਾ ਰਹੇ ਹੋ ਤਾਂ ਜੋ ਤੁਸੀਂ ਦਿੱਤੇ ਗਏ ਨਾਪ ਤੇ ਖਾਕਾ ਤਿਆਰ ਕੀਤਾ ਸੀ, ਉਹਨਾਂ ਨੂੰ ਤੁਸੀਂ ਜਦੋਂ ਉਹਨਾਂ ਨਿਸ਼ਾਨਾਂ ਨੂੰ ਕੈਂਚੀ ਨਾਲ ਕੱਟ ਲਿਆ, ਤੁਹਾਡੇ ਕੋਲੇ ਇੱਕ ਸਧਾਰਨ ਪੈਟਰਨ ਤਿਆਰ ਹੋ ਗਿਆ ਉਸ ਚੀਜ਼ ਦਾ। ਇਸ ਤੋਂ ਇਲਾਵਾ ਸਧਾਰਨ ਪੈਟਰਨ ਤੋਂ ਇਲਾਵਾ 6 ਤਰ੍ਹਾਂ ਦੇ ਪੈਟਰਨ ਹੁੰਦੇ ਆ। ਇੱਕ ਤਿਆਰਸ਼ੁਦਾ ਪੈਟਰਨ, ਫਿਟਿੰਗ ਪੈਟਰਨ, ਬਲੌਕ ਪੈਟਰਨ, ਗ੍ਰੇਡਡ ਪੈਟਰਨ, ਗ੍ਰਾਫ ਪੈਟਰਨ ਤੇ ਵਿਅਕਤੀਗਤ ਪੈਟਰਨ। ਸਭ ਤੋਂ ਪਹਿਲਾਂ ਜੇ ਗੱਲ ਅਸੀਂ ਕਰੀਏ ਤਿਆਰਸ਼ੁਦਾ ਪੈਟਰਨ ਦੀ, ਤਿਆਰਸ਼ੁਦਾ ਪੈਟਰਨ ਮਤਲਬ ਰੈਡੀਮੇਡ ਪੈਟਰਨ। ਰੈਡੀਮੇਡ ਪੈਟਰਨ ਕੀ ਹੁੰਦੇ ਆ, ਤੁਸੀਂ ਬਾਜ਼ਾਰ ਦੇ ਵਿੱਚੋਂ ਰੈਡੀਮੇਡ ਨਾਪ ਦੇ ਆਧਾਰ ਤੇ ਰੈਡੀਮੇਡ ਪੈਟਰਨ ਖਰੀਦ ਸਕਦੇ ਹੋ। ਠੀਕ ਹੈ, ਉਹਦੇ ਵਿੱਚ ਕੀ ਹੁੰਦਾ ਹੈਗਾ, ਮਤਲਬ ਚੈਸਟ ਦੇ ਅਕੋਰਡਿੰਗ ਆਪਣੇ ਬਾਜ਼ਾਰਾਂ ਦੇ ਵਿੱਚ 75 ਸੈਂਟੀਮੀਟਰ ਚੈਸਟ ਤੋਂ ਲੈ ਕੇ 92 ਸੈਂਟੀਮੀਟਰ ਚੈਸਟ ਤੱਕ ਦੇ ਜਿਹੜੇ ਹੁੰਦੇ ਆ ਹਰੇਕ ਤਰ੍ਹਾਂ ਦੇ ਅਪਰ ਬਾਡੀ ਦੇ ਜਿਹੜੇ ਨਾਪ ਦੇ ਵਿੱਚ। ਜਿਵੇਂ ਤੁਸੀਂ ਬਲਾਊਜ਼ ਦਾ ਪੈਟਰਨ ਲੈਣਾ ਹੈਗਾ ਜਾਂ ਤੁਸੀਂ ਇੱਕ
ਸਿੰਪਲ ਸ਼ਰਟ ਦਾ ਕਮੀਜ਼ ਦਾ ਪੈਟਰਨ ਲੈਣਾ ਹੈ ਤਾਂ ਤੁਹਾਨੂੰ ਉਹ ਬਣਿਆ ਬਣਾਇਆ ਪੈਟਰਨ ਮਿਲ ਜੂ। ਉਹ ਕਿਸ ਤਰ੍ਹਾਂ ਮਿਲੂਗਾ, ਉਹਦੇ ਤੇ ਨੰਬਰ ਲੱਗੇ ਹੁੰਦੇ ਆ, 12 ਤੋਂ 20 ਤੱਕ ਦੇ ਜਿਹੜੇ ਨੰਬਰ ਦੇ ਪੈਟਰਨ ਹੈ, ਤਿਆਰਸ਼ੁਦਾ ਪੈਟਰਨ ਹੈ, ਉਹ ਮਿਲਦੇ ਨੇ ਬਾਜ਼ਾਰ ਦੇ ਵਿੱਚ। ਪਰ ਉਹਦੇ ਵਿੱਚ ਕੀ ਹੁੰਦਾ, ਤੁਸੀਂ ਬਾਜ਼ਾਰੋਂ ਜਿੰਨੀ ਵੀ ਫਿਟਿੰਗ ਦਾ ਤੁਹਾਨੂੰ ਪੈਟਰਨ ਚਾਹੀਦਾ ਸੀ ਉਹ ਲਿਆਂਦਾ। ਕਈ ਵਾਰੀ ਕੀ ਹੁੰਦਾ, ਤੁਸੀਂ ਪੈਟਰਨ ਲਿਆਂਦਾ ਤੁਹਾਡੀ ਆਪਦੀ ਫਿਟਿੰਗ ਦੇ ਨਾਪ, ਪਰ ਉਸ ਪੈਟਰਨ ਨੂੰ ਜੇ ਤੁਸੀਂ ਉਹਦੇ ਚ ਘਟਾਉਣਾ ਵਧਾਉਣਾ ਵੀ ਹੈ ਤੁਹਾਡੇ ਨਾਪ ਦੇ ਅਕੋਰਡਿੰਗ ਉਹ ਸੈੱਟ ਨਹੀਂ, ਤਾਂ ਤੁਸੀਂ ਤਿਆਰਸ਼ੁਦਾ ਪੈਟਰਨ ਨੂੰ ਆਪਦੇ ਅਕੋਰਡਿੰਗ ਮੋਲਡ ਕਰ ਸਕਦੇ ਹੋ। ਉਹਦੀ ਕਟਿੰਗ ਦੇ ਵਿੱਚ ਉਸ ਚੀਜ਼ ਨੂੰ ਕੱਟ ਕੇ ਨਿਸ਼ਾਨ ਲਗਾ ਕੇ ਉਹਨੂੰ ਆਪਾਂ ਆਪਦੀ ਅਕੋਰਡਿੰਗ ਸੈੱਟ ਵੀ ਕਰ ਸਕਦੇ ਹਾਂ। ਇਸ ਤੋਂ ਬਾਅਦ ਗੱਲ ਕਰੀਏ ਜੇ ਅਸੀਂ ਫਿਟਿੰਗ ਪੈਟਰਨ। ਫਿਟਿੰਗ ਪੈਟਰਨ ਤੋਂ ਤੁਹਾਨੂੰ ਪਤਾ ਹੀ ਲੱਗਦਾ ਕਿ ਇਹ ਇੱਕ ਪ੍ਰੋਪਰ ਫਿਟਿੰਗ ਦਾ ਪੈਟਰਨ ਤਿਆਰ ਕੀਤਾ ਗਿਆ ਹੁੰਦਾ। ਇਹ ਵੀ ਬਾਜ਼ਾਰ ਦੇ ਵਿੱਚ ਟਿਸ਼ੂ ਪੇਪਰ ਦਾ ਬਣਿਆ ਹੁੰਦਾ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਸਾਰੇ ਹੀ ਜਾਣਦੇ ਹੋ, ਜਦੋਂ ਅਸੀਂ ਐਲ ਸਾਈਜ਼, ਸਮਾਲ ਸਾਈਜ਼, ਐਕਸਲ ਸਾਈਜ਼, ਡਬਲ ਐਕਸਲ ਤਰ੍ਹਾਂ ਦੇ ਜੋ ਵੀ ਅਸੀਂ ਵਸਤਰ ਬਾਜ਼ਾਰ ਦੇ ਵਿੱਚੋਂ ਰੈਡੀਮੇਡ ਜੇ ਖਰੀਦੀਏ ਤਾਂ ਇਸ ਤਰ੍ਹਾਂ ਦੇ ਨਿਸ਼ਾਨ ਉਹਨਾਂ ਦੇ ਉੱਪਰ ਦਿੱਤੀ ਹੁੰਦੀ ਹੈ ਵੀ ਅਸੀਂ ਕਿਹੜੀ ਫਿਟਿੰਗ ਦਾ ਸ਼ਰਟ ਲੈਣਾ ਜਾਂ ਕਿਹੜੀ ਫਿਟਿੰਗ ਦਾ ਅਸੀਂ ਟੌਪ ਲੈਣਾ। ਤਾਂ ਫਿਟਿੰਗ ਪੈਟਰਨ ਦੇ ਵਿੱਚ ਕੀ ਹੁੰਦਾ, ਇਹ ਜਿਹੜੇ ਪੈਟਰਨ ਹੈ ਇਹ ਜਦੋਂ ਤੁਸੀਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਹੋ, ਉੱਥੇ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋ ਤਾਂ ਰੈਡੀਮੇਡ ਕੱਪੜੇ ਬਣਾਉਣ ਦੇ ਲਈ ਫਿਟਿੰਗ ਪੈਟਰਨ ਹੈ ਜਿਹੜੇ ਵਰਤੇ ਜਾਂਦੇ ਆ। ਫਿਟਿੰਗ ਪੈਟਰਨ ਦੇ ਵਿੱਚ ਕੀ ਹੁੰਦਾ, ਪ੍ਰੋਪਰ ਨਾਪ ਦੇ, ਜਿਵੇਂ 32 ਛਾਤੀ ਦਾ, 34 ਛਾਤੀ ਦਾ ਜਾਂ 36 ਜਾਂ 38 ਛਾਤੀ ਦਾ ਜਿਹੜਾ ਤੁਹਾਨੂੰ ਪੈਟਰਨ ਜਿਹੜਾ ਤਿਆਰ ਹੈ ਉਹ ਰੈਡੀਮੇਡ ਬਾਜ਼ਾਰ ਦੇ ਵਿੱਚੋਂ ਮਿਲ ਜਾਣਾ। ਇਹਦੇ ਵਿੱਚ ਇਹ ਦਿੱਕਤ ਆਉਂਦੀ ਹੈ ਕਿ ਜਿਹੜਾ ਤੁਸੀਂ ਮੰਨ ਲਓ ਕਿਸੇ ਦੀ ਚੈਸਟ ਹੈਗੀ ਹੈ 37 ਇੰਚ, ਤਾਂ ਉੱਥੇ ਤੁਸੀਂ 36 ਇੰਚ ਵਾਲਾ ਵੀ ਨਹੀਂ ਯੂਜ਼ ਕਰ ਸਕਦੇ, ਉੱਥੇ ਤੁਸੀਂ 38 ਵਾਲਾ ਵੀ ਨਹੀਂ ਯੂਜ਼ ਕਰ ਸਕਦੇ। ਇਸ ਕਰਕੇ ਜਿਹੜੇ ਪੈਟਰਨ ਜਿਹੜੀ ਵੀ ਫਿਟਿੰਗ ਦੇ ਹੈਗੇ ਆ ਇਹ ਉਹੀ ਜਿਹੜੇ ਪੈਟਰਨ ਹੈ ਵਰਤੋਂ ਵਿੱਚ ਲਿਆਏ ਜਾਂਦੇ ਆ। ਉਸ ਤੋਂ ਬਾਅਦ ਆ ਗਿਆ ਬਲੌਕ ਪੈਟਰਨ। ਬਲੌਕ ਪੈਟਰਨ ਤੋਂ ਤੁਹਾਨੂੰ ਸਮਝ ਆਉਂਦੀ ਹੈ ਕਿ ਇਹ ਇੱਕ ਜਿਹੜੇ ਪੈਟਰਨ ਹੁੰਦੇ ਆ ਇਹ ਫਾਈਨਲ ਪੈਟਰਨ ਹੈ। ਜਦੋਂ ਤੁਸੀਂ ਕੋਈ ਵੀ ਵਸਤਰ ਤਿਆਰ ਕਰਨਾ ਤਾਂ ਇਹ ਇੱਕ ਫਾਈਨਲ ਪੈਟਰਨ ਹੈ। ਬਲੌਕ ਪੈਟਰਨ ਦੇ ਜਿਹੜਾ ਹੈਗਾ ਉਹ ਪ੍ਰੋਪਰ ਫਿਟਿੰਗ ਦਾ ਹੀ ਕੱਟਿਆ ਜਾਂਦਾ। ਜਿਹੜੇ ਵੀ ਨਾਪ ਦਾ ਤੁਸੀਂ ਪੈਟਰਨ ਤਿਆਰ ਕੀਤਾ, ਡਰਾਫਟ ਬਣਾ ਕੇ ਜੋ ਤੁਸੀਂ ਪੈਟਰਨ ਤਿਆਰ ਕੀਤਾ, ਫੋਟੋ ਦੇ ਵਿੱਚ ਤੁਸੀਂ ਦੇਖਿਆ ਹੀ ਹੈ, ਇਹਦੇ ਵਿੱਚ ਤੁਹਾਨੂੰ ਦੋਨਾਂ ਤਰ੍ਹਾਂ ਦੀਆਂ ਡਾਟਸ ਦੇ ਜਿਹੜੇ ਹੈਗੇ ਆ ਉਹਦੀ ਵੀ ਪੈਟਰਨ ਦੇ ਵਿੱਚ ਕਟਿੰਗ ਕੀਤੀ ਹੋਈ ਹੈ ਹਨਾ। ਇਹਦੇ ਵਿੱਚ ਜਿਹੜੀ ਕਟਿੰਗ ਕੀਤੀ ਹੋਈ ਹੈ ਇਹਦੇ ਵਿੱਚ ਕੀ ਹੈਗਾ, ਜਿਹੜਾ ਇਹ ਬਲੌਕ ਪੈਟਰਨ ਦੀ ਇੱਕ ਤਸਵੀਰ ਹੈਗੀ ਆ, ਇਹਦੇ ਵਿੱਚ ਜਿਹੜਾ ਬਲੌਕ ਪੈਟਰਨ ਬਣਦਾ ਉਹ ਪ੍ਰੋਪਰ ਫਿਟਿੰਗ ਦਾ ਬਣਦਾ। ਇਹਦੇ ਵਿੱਚ ਜਿਹੜੇ ਤੁਸੀਂ ਪੈਟਰਨ ਨੂੰ ਕੱਟ ਕੇ ਜਿਹੜੇ ਵੀ ਪਾਰਟਸ ਤੁਸੀਂ ਕੱਟ ਲਿਆ ਉਹਨੂੰ ਪੈਨਸਲ ਨਾਲ ਕੱਚਾ ਕਰਕੇ ਡੰਮੀ ਦੇ ਉੱਪਰ ਉਹਦੀ ਫਿਟਿੰਗ ਨੂੰ ਤੁਸੀਂ ਸੈੱਟ ਕਰ ਸਕਦੇ ਹੋ ਜਾਂ ਦੇਖ ਸਕਦੇ ਹੋ। ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜੇ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਤੁਸੀਂ ਉੱਥੇ ਨਿਸ਼ਾਨ ਲਗਾ ਕੇ ਇਸ ਚੀਜ਼ ਦਾ ਆਪਾਂ ਬਲੌਕ ਪੈਟਰਨ ਦੇ ਵਿੱਚ ਹੀ ਕਰ ਸਕਦੇ ਹਾਂ, ਜਿਹੜਾ ਕਿ ਅਸੀਂ ਡੰਮੀ ਦੇ ਉੱਪਰ ਉਹਨੂੰ ਹਲਕੇ ਤੌਰ ਤੇ ਸਟਿਚ ਕਰਕੇ ਉਸ ਚੀਜ਼ ਨੂੰ ਦੇਖ ਸਕਦੇ ਹਾਂ। ਤਾਂ ਇਹ ਜਿਹੜੀ ਚੀਜ਼ ਹੁੰਦੀ ਆ ਬਲੌਕ ਪੈਟਰਨ ਚ। ਉਸ ਤੋਂ ਬਾਅਦ ਗੱਲ ਕਰੀਏ ਤਾਂ ਗ੍ਰੇਡਡ ਪੈਟਰਨ। ਗ੍ਰੇਡਡ ਪੈਟਰਨ ਕੀ ਹੁੰਦੇ ਆ, ਇਹ ਵੀ ਬਲੌਕ ਪੈਟਰਨ ਦੀ ਤਰ੍ਹਾਂ ਹੀ ਟਿਸ਼ੂ ਦੇ ਜਾਂ ਪਲਾਸਟਿਕ ਦੇ ਮਿਲਦੇ ਆ। ਠੀਕ ਹੈ, ਇਹ ਪੇਪਰ ਜਿਹੜੇ ਇਹ ਪੈਟਰਨ ਹੈ ਇਹ ਗ੍ਰੇਡਡ ਪੈਟਰਨ ਟਿਸ਼ੂ ਤੇ ਜਾਂ ਪਲਾਸਟਿਕ ਦੇ ਮਿਲਦੇ ਆ। ਬਲੌਕ ਪੈਟਰਨ ਦੇ ਵਿੱਚ ਕੀ ਹੈਗਾ, ਪ੍ਰੋਪਰ ਇੱਕ ਪੈਟਰਨ ਜਿਹੜਾ ਇੱਕੋ ਨਾਪ ਦਾ ਬਣਿਆ ਹੁੰਦਾ ਜੋ ਕਿ ਤੁਹਾਡੀ ਪੂਰੀ ਪ੍ਰੋਪਰ ਫਿਟਿੰਗ ਦਾ। ਗ੍ਰੇਡਡ ਪੈਟਰਨ ਦੇ ਵਿੱਚ ਕੀ ਹੁੰਦਾ, ਉਹਨੂੰ ਕੱਟਿਆ ਨਹੀਂ ਗਿਆ ਹੁੰਦਾ, ਉਹ ਇੱਕ ਤੁਹਾਡੇ ਕੋਲੇ ਮੰਨ ਲਓ ਇੱਕ 40 ਇੰਚ ਛਾਤੀ ਦਾ ਤੁਸੀਂ ਬਲਾਊਜ਼, ਸਿੰਪਲ ਸਾਦੇ ਬਲਾਊਜ਼ ਦਾ ਤੁਸੀਂ ਡਰਾਫਟ ਕੀਤਾ ਹੋਇਆ ਤਾਂ ਗ੍ਰੇਡਡ ਪੈਟਰਨ ਹੈਗਾ। ਪਰ ਤੁਸੀਂ ਜਦੋਂ ਤੁਸੀਂ ਸਟਿਚਿੰਗ ਦਾ ਕੰਮ ਕਰ ਰਹੇ ਹੋ ਤੁਹਾਡੇ ਕੋਲੇ ਜ਼ਰੂਰੀ ਤਾਂ ਨਹੀਂ ਸਾਰੇ 40 ਛਾਤੀ ਦੇ ਹੀ ਬਲਾਊਜ਼ ਸੀਨੇ ਆਉਣਗੇ। ਤਾਂ ਗ੍ਰੇਡਡ ਪੈਟਰਨ ਦੇ ਵਿੱਚ ਕੀ ਹੁੰਦਾ ਹੈਗਾ, ਉਹਦੇ ਤੇ ਵੱਖਰੇ ਵੱਖਰੇ ਨਾਪਾਂ ਦੀਆਂ ਜਿਹੜੀਆਂ ਹੈਗੀਆਂ ਪੈਨਸਿਲ ਨਾਲ ਡਰਾਫਟਿੰਗ ਕੀਤੀ ਹੁੰਦੀ ਹੈ। ਉਹਦੇ ਵਿੱਚ ਕਹਿ ਲਓ 4 ਤਰ੍ਹਾਂ ਦੀਆਂ ਜਿਹੜੀਆਂ ਗ੍ਰੇਡਡ ਪੈਟਰਨ ਦੀਆਂ ਸ਼ੇਪਸ ਦਿਖਾਈਆਂ ਹੁੰਦੀਆਂ। ਤਾਂ ਉਹਦੇ ਉੱਪਰ ਜੋ ਤੁਸੀਂ ਡਰਾਫਟਿੰਗ ਦੇ ਵਿੱਚ ਲਾਈਨਾਂ ਲਗਾ ਲੀਆਂ, ਮਤਲਬ ਉਹਦੇ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਨਾਪਾਂ ਦੇ ਆਧਾਰ ਤੇ ਨਿਸ਼ਾਨ ਲਗਾ ਕੇ 4 ਤਰ੍ਹਾਂ ਦੀ ਉਹਦੇ ਤੇ ਡਰਾਫਟਿੰਗ ਕੀਤੀ ਹੈ ਉਸ ਇੱਕੋ ਪੈਟਰਨ 'ਚ ਹੀ। ਗ੍ਰੇਡਡ ਪੈਟਰਨ ਦੇ ਵਿੱਚ 4 ਨਾਪ ਦੇ ਵੱਖਰੇ ਵੱਖਰੇ ਜਿਹੜੀ ਡਰਾਫਟਿੰਗ ਕਰ ਲਈ ਹੈ ਤਾਂ ਉਹਨਾਂ ਦੇ ਉੱਪਰ ਕੀ ਹੈ, ਮਸ਼ੀਨ ਨਾਲ ਤੁਸੀਂ ਦੇਖਿਆ ਹੀ ਹੈ ਕਿ ਮਸ਼ੀਨ ਨਾਲ ਤੁਸੀਂ ਸੂਈ, ਸਿੰਪਲ ਮਸ਼ੀਨ ਨੂੰ ਜੇ ਤੁਸੀਂ ਕਿਸੇ ਚੀਜ਼ ਤੇ ਚਲਾ ਦਿੰਦੇ ਹੋ ਤਾਂ ਬਰੀਕ ਬਰੀਕ ਹੋਲ ਬਣ ਜਾਂਦੇ ਆ। ਤੁਸੀਂ ਉਹਦੇ ਤੇ ਬਰੀਕ ਬਰੀਕ ਹੋਲ ਬਣਾ ਕੇ ਉਸ ਚੀਜ਼ ਨੂੰ, ਮੰਨ ਲਓ ਤੁਸੀਂ ਹੁਣ 40 ਛਾਤੀ ਦੇ ਬਲਾਊਜ਼ ਦੀ ਤਾਂ ਕਿਸੇ ਦੀ ਕਟਿੰਗ ਕਰ ਲਈ ਹੈ, ਤਾਂ ਅੱਜ ਜੇ ਮੰਨ ਲਓ ਤੁਸੀਂ 32 ਇੰਚ ਛਾਤੀ ਦਾ ਬਲਾਊਜ਼ ਬਣਾਉਣਾ ਹੈ ਤਾਂ ਜਿੱਥੇ ਉੱਥੇ ਤੁਹਾਨੂੰ ਉੱਥੇ ਦਰਸਾਇਆ ਗਿਆ ਹੋਊਗਾ ਇਹ ਗ੍ਰੇਡਡ ਪੈਟਰਨ ਦੇ ਵਿੱਚ ਵੀ 32 ਇੰਚ ਛਾਤੀ ਦਾ ਜਿਹੜਾ ਨਿਸ਼ਾਨ ਆ ਉਹ ਕਿਸ ਜਗ੍ਹਾ ਤੇ ਉੱਪਰ ਤੁਹਾਡੇ ਲਿਖਿਆ ਹੋਊਗਾ ਵੀ ਇਹ 32 ਇੰਚ ਛਾਤੀ ਦਾ ਨਿਸ਼ਾਨ ਹੈ। ਤਾਂ ਉਹ ਗ੍ਰੇਡਡ ਪੈਟਰਨ ਦੇ ਵਿੱਚ ਕੀ ਹੈਗਾ, ਮੋਰੀਆਂ ਕੀਤੀਆਂ ਹੁੰਦੀਆਂ ਉਸ ਜਗ੍ਹਾ ਤੇ ਚਲਾਉਣ ਲਈ। ਅਤੇ ਇਹ ਮੋਰੀਆਂ ਅਸੀਂ ਮਸ਼ੀਨ ਨਾਲ ਕਰ ਸਕਦੇ ਹਾਂ, ਨਹੀਂ ਤਾਂ ਅਸੀਂ ਇਹਦੇ ਉੱਪਰ ਕੀ ਹੈਗਾ, ਤੁਸੀਂ ਟ੍ਰੇਸਿੰਗ ਵੀਲ ਚਲਾ ਕੇ ਨੁਕੀਲਾ ਜਿਹੜਾ ਪੈਨ ਦੀ ਤਰ੍ਹਾਂ ਦੀ ਸ਼ੇਪ ਦੇ ਵਿੱਚ ਹੁੰਦਾ ਨੁਕੀਲਾ ਟ੍ਰੇਸਿੰਗ ਵੀਲ, ਉਹਨੂੰ ਚਲਾ ਕੇ ਵੀ ਅਸੀਂ ਉਹਦੇ ਵਿੱਚ ਛੋਟੇ ਛੋਟੇ ਹੋਲ ਬਣਾ ਸਕਦੇ ਹਾਂ, ਜਿਹਦੇ ਨਾਲ ਕਿ ਸਾਨੂੰ ਦੂਸਰੇ ਜਿਹੜੇ ਪੈਟਰਨ ਦੇ ਉੱਪਰ ਦੂਸਰੇ ਕੱਪੜੇ ਨੂੰ ਬਣਾਉਣ ਦੇ ਲਈ
ਉਸ ਚੀਜ਼ ਨੂੰ ਅਸੀਂ ਵਰਤ ਸਕੀਏ। ਉਸ ਤੋਂ ਬਾਅਦ ਆ ਜਾਂਦਾ ਗ੍ਰਾਫ ਪੈਟਰਨ। ਹੁਣ ਸਭ ਨੇ ਗ੍ਰਾਫ ਤਾਂ ਦੇਖਿਆ ਹੀ ਹੈ। ਗ੍ਰਾਫ ਕੀ ਹੁੰਦਾ? ਇੱਕ ਚੈੱਕ ਬਣਿਆ ਹੁੰਦਾ ਗ੍ਰਾਫ ਪੇਪਰ ਦੇ ਉੱਪਰ, ਛੋਟੀਆਂ ਛੋਟੀਆਂ ਡੱਬੀਆਂ ਬਣੀਆਂ ਹੁੰਦੀਆਂ ਨਿਸ਼ਾਨ ਦੇ, ਮਤਲਬ ਜਦੋਂ ਤੁਸੀਂ ਸਮੋਕਿੰਗ ਵਗੈਰਾ ਜਾਂ ਚਾਈਨਾ ਸਮੋਕਿੰਗ ਜਾਂ ਹਨੀਕੌਮ ਵਗੈਰਾ ਕਰਦੇ ਹੋ ਤਾਂ ਤੁਸੀਂ ਗ੍ਰਾਫ ਪੇਪਰ ਨੂੰ ਯੂਜ਼ ਕਰਦੇ ਹੋ, ਠੀਕ ਹੈ। ਉਸੇ ਤਰ੍ਹਾਂ ਹੀ ਤੁਸੀਂ ਗ੍ਰਾਫ ਪੇਪਰ ਦੇ ਉੱਪਰ ਵੀ ਪੈਟਰਨ ਤਿਆਰ ਕਰ ਸਕਦੇ ਹੋ ਡਰਾਫਟਿੰਗ ਕਰਕੇ। ਉਸੇ ਤਰ੍ਹਾਂ ਹੀ ਗ੍ਰਾਫ ਪੇਪਰ ਦੀ ਕੀ ਖਾਸੀਅਤ ਹੈਗੀ ਹੈ ਕਿ ਤੁਸੀਂ ਗ੍ਰਾਫ ਪੇਪਰ ਦੇ ਵਿੱਚ ਜਿਹੜੀ ਡਰਾਫਟਿੰਗ ਕੀਤੀ ਹੋਈ ਹੈ, ਤਾਂ ਗ੍ਰਾਫ ਪੈਟਰਨ ਦੇ ਵਿੱਚ ਕੀ ਹੁੰਦਾ ਹੈ, ਡਰਾਫਟਿੰਗ ਜੇ ਤੁਸੀਂ ਛੋਟੇ ਕਿਸੇ ਤਰ੍ਹਾਂ ਦੀ ਛੋਟੇ ਨਾਪ ਦੀ ਪੈਟਰਨ ਬਣਾਇਆ ਹੋਇਆ ਗ੍ਰਾਫ ਪੇਪਰ ਦੇ ਉੱਪਰ, ਪਹਿਲਾਂ ਗ੍ਰਾਫ ਪੇਪਰ ਦੇ ਉੱਪਰ ਛੋਟੇ ਨਾਪ ਦਾ ਤੁਸੀਂ ਡਰਾਫਟ ਕਰ ਲਿਆ ਹੈਗਾ, ਤਾਂ ਉਹਨੂੰ ਤੁਸੀਂ ਵੱਡੇ ਨਾਪ ਦੇ ਵਿੱਚ ਕਰਨਾ ਹੈ। ਤਾਂ ਤੁਸੀਂ ਉਸੇ ਤਰ੍ਹਾਂ ਹੀ ਡੱਬੀਆਂ ਗਿਣ ਕੇ, ਤੁਸੀਂ ਛੋਟੇ ਕਲਾਸਾਂ ਦੇ ਵਿੱਚ ਜੋ 8th 10th ਦੇ ਵਿੱਚ ਆਪਾਂ ਨੂੰ ਡਰਾਇੰਗ ਕਰਾਉਂਦੇ ਸੀ, ਤਾਂ ਉਹਦੇ ਵਿੱਚ ਤੁਸੀਂ ਦੇਖਿਆ ਸੀ ਡਿਜ਼ਾਈਨ ਨੂੰ ਛੋਟਾ ਵੱਡਾ ਕਰਨਾ। ਤਾਂ ਇਹੀ ਗ੍ਰਾਫ ਪੇਪਰ ਦੇ ਵਿੱਚ ਵੀ ਅਸੀਂ ਇਸੇ ਗ੍ਰਾਫ ਪੈਟਰਨ ਦੇ ਵਿੱਚ ਵੀ ਇਹੀ ਖਾਸੀਅਤ ਹੈ ਕਿ ਅਸੀਂ ਡਿਜ਼ਾਈਨ ਜੋ ਵੀ ਅਸੀਂ ਪੈਟਰਨ ਬਣਾਇਆ, ਜੋ ਵੀ ਅਸੀਂ ਡਰਾਫਟਿੰਗ ਕਿਸੇ ਨਾਪ ਦੀ ਕੀਤੀ ਹੈ, ਉਸ ਤੋਂ ਅਸੀਂ ਉਸ ਡਰਾਫਟ ਨੂੰ ਵੱਡਾ ਕਰ ਸਕਦੇ ਹਾਂ ਗ੍ਰਾਫ ਪੇਪਰ ਦੇ ਉੱਪਰ। ਉਹਨਾਂ ਡੱਬੀਆਂ ਦੇ ਵਿੱਚ ਕੀ ਹੈਗਾ, ਤੁਹਾਨੂੰ ਸੌਖਾ ਹੋ ਜਾਂਦਾ ਜੋ ਵੀ ਡਰਾਫਟਿੰਗ ਹੈਗੀ ਚੱਕਣ ਦੇ ਲਈ। ਤਾਂ ਇੱਥੇ ਅਸੀਂ ਗ੍ਰਾਫ ਪੇਪਰ ਦੀ ਵਰਤੋਂ ਕਰਦੇ ਹਾਂ। ਵਿਅਕਤੀਗਤ ਪੈਟਰਨ, ਹੁਣ ਗੱਲ ਕਰੀਏ ਤਾਂ ਵਿਅਕਤੀਗਤ ਪੈਟਰਨ ਤੋਂ ਕੀ ਭਾਵ ਹੈ ਕਿ ਜੋ ਇੱਕ ਖਾਸ ਵਿਅਕਤੀ ਲਈ ਤਿਆਰ ਕੀਤਾ ਗਿਆ ਪੈਟਰਨ, ਕਿਉਂਕਿ ਤੁਹਾਨੂੰ ਇਹ ਸਭ ਨੂੰ ਹੀ ਪਤਾ ਹੈ ਕਿ ਹਿਊਮਨ ਬੋਡੀ ਹੈ ਉਹ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਹਰੇਕ ਦੀ ਬੋਡੀ ਹੈਗੀ ਹੈ ਉਹ ਵੱਖਰੇ ਵੱਖਰੇ ਤਰ੍ਹਾਂ ਦੀ ਹੁੰਦੀ ਹੈ। ਕੋਈ ਸਰੀਰ, ਕਿਸੇ ਦਾ ਸਰੀਰ ਅੱਗੇ ਵੱਲ ਝੁਕਿਆ ਹੁੰਦਾ, ਕਿਸੇ ਦੇ ਕੰਧੇ ਢਿੱਲੇ ਹੁੰਦੇ ਨੇ, ਕਿਸੇ ਦੇ ਕੰਧੇ ਕਾਫੀ ਉਭਾਰ ਵਾਲੇ ਹੁੰਦੇ ਨੇ, ਜਾਂ ਕਿਸੇ ਦਾ ਪੇਟ ਨਿਕਲਿਆ ਹੋਇਆ ਹੈਗਾ। ਤਾਂ ਇਸ ਕਰਕੇ ਜਿਹੜਾ ਪੈਟਰਨ ਤੁਸੀਂ ਇੱਕ ਖਾਸ ਵਿਅਕਤੀ ਲਈ ਤਿਆਰ ਕਰ ਲਓ, ਇੱਕ ਖਾਸ ਨਾਪ ਦੇ ਲਈ ਜਿਹੜਾ ਤੁਹਾਡਾ ਪੈਟਰਨ ਤਿਆਰ ਹੋ ਜਾਵੇ, ਉਹ ਸਾਡੇ ਲਈ ਕੀ ਹੁੰਦਾ, ਵਿਅਕਤੀਗਤ ਪੈਟਰਨ। ਇਹ ਵਿਅਕਤੀਗਤ ਪੈਟਰਨ ਇੱਕ ਲਈ ਹੀ ਵਰਤਿਆ ਜਾ ਸਕਦਾ ਹੈ। ਇਹਨੂੰ ਅਸੀਂ ਵਾਰ-ਵਾਰ ਕਿਸੇ ਹੋਰ ਦੇ ਪੈਟਰਨ ਦੇ, ਹੋਰ ਕਿਸੇ ਵਸਤਰ ਦੇ ਲਈ ਅਸੀਂ ਇਸ ਚੀਜ਼ ਨੂੰ ਨਹੀਂ ਵਰਤੋਂ ਵਿੱਚ ਲਿਆ ਸਕਦੇ, ਠੀਕ ਹੈ। ਇਹ ਸੀਗੀਆਂ ਪੈਟਰਨ ਦੀਆਂ ਕਿਸਮਾਂ, ਵੀ ਕਿਹੜੇ ਕਿਹੜੇ ਪੈਟਰਨ ਅਸੀਂ ਕਿਸ ਕਿਸ ਵਰਤੋਂ ਦੇ ਵਿੱਚ ਕਿਵੇਂ ਕਿਵੇਂ ਅਸੀਂ ਇਹਨਾਂ ਨੂੰ ਯੂਜ਼ ਕਰਨਾ। ਉਸ ਤੋਂ ਬਾਅਦ ਆ ਜਾਂਦੇ ਪੈਟਰਨ ਦੇ ਭਾਗ। ਹੁਣ ਜਦੋਂ ਤੁਸੀਂ ਕੋਈ ਵੀ ਵਸਤਰ ਤਿਆਰ ਕਰਦੇ ਹੋ ਤਾਂ ਡਰਾਫਟਿੰਗ ਕਰਦੇ ਆ, ਡਰਾਫਟਿੰਗ ਆਪਾਂ ਬੈਕ ਦੀ ਕਰ ਲਈ, ਤਾਂ ਜਦੋਂ ਅਸੀਂ ਪੈਟਰਨ ਕੱਟਣਾ ਤਾਂ ਉਹਦੇ ਅਸੀਂ 4 ਭਾਗ ਕਰਦੇ ਆ, ਇੱਕ ਅਗਲੇ ਹਿੱਸੇ ਦਾ, ਇੱਕ ਪਿਛਲੇ ਹਿੱਸੇ ਦਾ, ਆਸਤੀਨ ਦਾ, ਕਾਲਰ ਦਾ ਆਦਿ। ਹੁਣ ਮੰਨ ਲਓ ਜਿੱਥੇ ਤੁਸੀਂ ਸਲੀਵਲੈਸ ਕੱਪੜਾ ਤਿਆਰ ਕਰ ਰਹੇ ਹੋ ਤਾਂ ਉੱਥੇ ਤੁਹਾਨੂੰ ਆਸਤੀਨ ਦੀ ਜ਼ਰੂਰਤ ਨਹੀਂ ਪੈਂਦੀ, ਹੈ ਨਾ। ਕਾਲਰ ਆਦਿ ਜਦੋਂ ਤੁਸੀਂ ਕਿਸੇ ਬੱਚੇ ਦੀ ਫਰਾਕ ਵਗੈਰਾ ਤੇ ਕਾਲਰ ਲਗਾਉਣਾ, ਜਿਸ ਵੀ ਤਰ੍ਹਾਂ ਦਾ ਤੁਸੀਂ ਕਾਲਰ ਲਗਾਉਣਾ ਹੈਗਾ, ਉਸ ਅਕੋਰਡਿੰਗ ਤੁਸੀਂ ਉਹਦੀ ਕਟਿੰਗ ਕਰਦੇ ਹੋ ਉਸ ਤਰ੍ਹਾਂ ਦੇ ਪੈਟਰਨ ਦੀ। ਜੇ ਬੇਬੀ ਕਾਲਰ ਲਾ ਰਹੇ ਹੋ, ਪੀਟਰ ਪੈਨ ਕਾਲਰ ਲਾ ਰਹੇ ਹੋ, ਕੋਈ ਫ੍ਰਿਲ ਕਾਲਰ ਲਾ ਰਹੇ ਹੋ, ਤਾਂ ਤੁਸੀਂ ਉਸ ਤਰ੍ਹਾਂ ਦੇ ਕਾਲਰ ਨੂੰ ਪੈਟਰਨ ਦੇ ਵਿੱਚ ਕੱਟ ਕੇ ਫਿਰ ਅਸੀਂ ਕੱਪੜੇ ਦੇ ਉੱਤੇ ਉਹਦੀ ਕਟਿੰਗ ਕਰਦੇ ਹਾਂ। ਉਵੇਂ ਅਗਲਾ ਹਿੱਸਾ ਹੋ ਗਿਆ, ਠੀਕ ਹੈ। ਅਗਲੇ ਹਿੱਸੇ ਦਾ ਅਸੀਂ ਪੈਟਰਨ ਬਣਾਉਂਦੇ ਆ, ਪਿਛਲੇ ਹਿੱਸੇ ਦਾ ਅਸੀਂ ਪੈਟਰਨ ਬਣਾਉਂਦੇ ਆ। ਤੇ ਆਸਤੀਨ ਦਾ, ਆਸਤੀਨ ਦੇ ਵਿੱਚ ਕੀ ਹੈਗਾ, ਜਦੋਂ ਤੁਸੀਂ ਕਿਸੇ ਦਾ ਸਲੀਵਲੈਸ ਕੋਈ ਵਸਤਰ ਸੀ ਰਹੇ ਹੋ ਤਾਂ ਉੱਥੇ ਤੁਹਾਨੂੰ ਆਸਤੀਨ ਦੀ ਜਿਹੜੀ ਹੈਗੀ ਹੈ ਜ਼ਰੂਰਤ ਨਹੀਂ ਪੈਂਦੀ। ਤਾਂ ਇਸ ਤਰ੍ਹਾਂ ਦੇ ਅਸੀਂ ਪੈਟਰਨ ਦੇ ਕਿੰਨੇ 4 ਭਾਗ ਕਰਕੇ ਪੈਟਰਨ ਅਸੀਂ ਤਿਆਰ ਕਰ ਲੈਂਦੇ ਹਾਂ। ਪੈਟਰਨ ਤਿਆਰ ਕਰਨ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਤੁਸੀਂ ਪੈਟਰਨ ਬਣਾ ਲੈਂਦੇ ਹੋ ਤਾਂ ਇਹ ਸਭ ਨੂੰ ਹੀ ਪਤਾ ਹੈ ਕਿ ਪੈਟਰਨ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਸਿਲਾਈ ਹੱਕ, ਜਿਹੜਾ ਪੈਟਰਨ ਹੁੰਦਾ ਹੈ ਉਹ ਇੱਕ ਤਿਆਰ ਨਾਪ ਦਾ ਪੈਟਰਨ ਹੁੰਦਾ ਹੈ, ਤਿਆਰ ਨਾਪ ਦਾ ਪੈਟਰਨ ਹੁੰਦਾ ਹੈ। ਤੇ ਜਿਸ ਕਰਕੇ ਕੀ ਹੈਗਾ, ਤੁਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਸੀਮ ਅਲਾਉਂਸ ਜਾਂ ਸਿਲਾਈ ਹੱਕ ਨਹੀਂ ਰੱਖਣਾ ਹੁੰਦਾ, ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੁੰਦਾ। ਇਹ ਜਸਟ ਡਾਇਰੈਕਟ ਪੈਟਰਨ ਬਣਾਇਆ ਹੁੰਦਾ ਜੋ ਕਿ ਤੁਸੀਂ ਕੱਟਣ ਵੇਲੇ ਵਰਤੋਂ ਵਿੱਚ ਲਿਆਉਣਾ ਹੁੰਦਾ। ਤਾਂ ਸੀਮ, ਇਹਦੇ ਵਿੱਚ ਅਸੀਂ ਸੀਮ ਅਲਾਉਂਸ ਕਿੱਥੇ ਯੂਜ਼ ਕਰਨਾ ਹੈ, ਸੀਮ ਅਲਾਉਂਸ ਦਾ ਭਾਵ ਕੀ ਹੈਗਾ, ਸਿਲਾਈ ਹੱਕ। ਸਿਲਾਈ ਹੱਕ ਕੀ ਹੈਗਾ, ਜਦੋਂ ਤੁਸੀਂ ਪੈਟਰਨ ਤਿਆਰ ਕਰ ਲਿਆ ਤਾਂ ਤੁਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਿਲਾਈ ਹੱਕ ਨਹੀਂ ਰੱਖਿਆ, ਪਰ ਜਦੋਂ ਤੁਸੀਂ ਕੱਪੜੇ ਦੇ ਉੱਪਰ ਪੈਟਰਨ ਨੂੰ ਰੱਖਣਾ ਤਾਂ ਉੱਥੇ ਜਦੋਂ ਤੁਸੀਂ ਕੱਪੜੇ ਦੀ ਕਟਾਈ ਕਰਨੀ ਹੈ ਤਾਂ ਉੱਥੇ ਤੁਸੀਂ ਸੀਮ ਹੱਕ, ਸਿਲਾਈ ਹੱਕ ਤੇ ਜਾਂ ਜਿਹੜਾ ਤੁਸੀਂ ਦਬਾ ਕਿਸੇ ਤਰ੍ਹਾਂ ਦੀ ਫੋਲਡਿੰਗ ਰੱਖਣੀ ਹੈ ਘੇਰੇ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਬੈਕ ਦੇ ਵਿੱਚ, ਤੁਸੀਂ ਜਿਵੇਂ ਪੈਂਟ ਕੱਟ ਪਜਾਮੇ ਦੀ ਕਟਿੰਗ ਕਰਦੇ ਹੋ ਤਾਂ ਤੁਸੀਂ ਉੱਪਰਲਾ ਹਿੱਸਾ ਵਧਾਉਂਦੇ ਹੋ, ਤਾਂ ਉਹ ਡਰਾਫਟਿੰਗ ਤੋਂ ਬਾਅਦ ਪੈਟਰਨ ਦੇ ਵਿੱਚ ਤਾਂ ਨਹੀਂ ਆਈ, ਪਰ ਜਦੋਂ ਪੈਟਰਨ ਤੋਂ ਤੁਸੀਂ ਕੱਪੜੇ ਤੇ ਲੇਆਊਟ ਕਰ ਰਹੇ ਹੋ ਤਾਂ ਉੱਥੇ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ, ਠੀਕ ਹੈ। ਇਸ ਕਰਕੇ ਜਿਹੜੇ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਦੇਖੋਗੇ, ਸਿਲਾਈ ਹੱਕ ਜਿਵੇਂ ਤੁਸੀਂ ਡਾਇਗਰਾਮ ਦੇ ਵਿੱਚ ਦੇਖਿਆ ਹੀ ਹੈ, ਇੱਥੇ 2 ਲਾਈਨਾਂ ਦਿਖਾਈਆਂ ਗਈਆਂ, ਤਾਂ ਜਿਹੜੀ ਅੰਦਰਲੀ ਲਾਈਨ ਹੈ ਉਹ ਤੁਹਾਡੀ ਪੈਟਰਨ ਦੀ ਲਾਈਨ ਹੈ, ਤੇ ਜਿਹੜਾ ਤੁਸੀਂ ਬਾਰ-ਬਾਰ ਸਿਲਾਈ ਹੱਕ ਜਿਹੜਾ ਤੁਸੀਂ 1-1 ਸੈਂਟੀਮੀਟਰ ਦਾ ਦੇ ਲਿਆ ਉਹ ਤੁਹਾਡੇ ਕੋਲੇ ਸੀਮ ਅਲਾਉਂਸ ਹੋ ਗਿਆ। ਜੇ ਤੁਸੀਂ ਇਹ ਸੀਮ ਅਲਾਉਂਸ ਨਾ ਰੱਖਿਆ, ਸਿੱਧਾ ਹੀ ਕੱਪੜੇ ਨੂੰ ਪੈਟਰਨ ਤੇ ਰੱਖਿਆ ਤਾਂ ਉਹਦੇ ਨਾਲ ਕਟਿੰਗ ਕਰਤੀ, ਤਾਂ ਉੱਥੇ ਤੁਹਾਡਾ ਕੀ ਆ ਜਾਣਾ, ਤੁਹਾਡਾ ਕੱਪੜਾ ਘਟ ਜਾਣਾ ਤੇ ਜਿਹੜਾ ਪ੍ਰੋਪਰ ਕੱਪੜਾ ਜਿਹੜਾ ਉਹ ਸਹੀ ਸੀਤਾ ਨਹੀਂ ਜਾਣਾ। ਜਦੋਂ ਤੁਸੀਂ ਕਿਸੇ ਤਰ੍ਹਾਂ ਦਾ ਡਿਜ਼ਾਈਨ ਬਣਾ ਲਿਆ ਤਾਂ ਉੱਥੇ ਵੀ ਤੁਸੀਂ ਕਿਹੜਾ ਡਿਜ਼ਾਈਨ ਦੇ ਵਿੱਚ ਜਦੋਂ ਪੈਟਰਨ ਨੂੰ ਸੈੱਟ ਕੀਤਾ ਤਾਂ ਡਿਜ਼ਾਈਨ ਦਾ ਜਿਹੜਾ ਸਿਲਾਈ ਹੱਕ ਹੈ ਉਹ ਵੀ
ਜ਼ਰੂਰ ਰੱਖਣਾ ਹੁੰਦਾ ਹੈ ਕੱਪੜੇ ਦੇ ਵਿੱਚ, ਤਾਂ ਜੋ ਜਿਹੜਾ ਤੁਹਾਡੇ ਡਿਜ਼ਾਈਨ ਦੇ ਵਿੱਚ ਜਿੰਨਾ ਕੱਪੜਾ ਜਾਣਾ ਹੈਗਾ ਉਹ ਆ ਕੇ ਮਤਲਬ ਕੱਪੜੇ ਦਾ ਜਿਹੜਾ ਵੇਸਟੇਜ ਨਾ ਹੋਵੇ, ਕੱਪੜਾ ਜਿਹੜਾ ਹੈਗਾ ਤੁਹਾਡਾ ਉੱਥੇ ਪੂਰੀ ਪ੍ਰੋਪਰ ਸਹੀ ਫਿਟਿੰਗ ਦਾ ਬਣ ਸਕੇ। ਇਸ ਤੋਂ ਬਾਅਦ ਗੱਲ ਕਰੀਏ ਤਾਂ ਅਸੀਂ ਹੁਣ ਤੁਸੀਂ ਬਾਜ਼ਾਰੋਂ ਪੈਟਰਨ ਖਰੀਦ ਲਿਆਂਦੇ ਪਰ ਉਹ ਤੁਹਾਡੇ ਪ੍ਰੋਪਰ ਨਾਪ ਦੇ ਨਹੀਂ ਹੈ, ਤਾਂ ਉੱਥੇ ਕੀ ਹੈਗਾ ਪੈਟਰਨ ਦੀ ਅਸੀਂ ਲੰਬਾਈ ਨੂੰ ਘੱਟ ਵੱਧ ਕਰ ਸਕਦੇ ਹਾਂ, ਆਸਤੀਨ ਦੀ ਲੰਬਾਈ ਨੂੰ ਵੀ ਘੱਟ ਵੱਧ ਕਰ ਸਕਦੇ ਹਾਂ, ਰੈਡੀਮੇਡ ਪੈਟਰਨ ਨੂੰ ਅਸੀਂ ਆਪਣੇ ਅਨੁਸਾਰ ਬਦਲ ਸਕਦੇ ਹਾਂ। ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋਗੇ ਹੋ ਤੇ ਤੁਹਾਡੇ ਕੋਲ ਇੱਕ ਸ਼ਰਟ ਦੀ ਲੈਂਥ ਹੈ, ਸ਼ਰਟ ਦੀ ਲੈਂਥ ਨੂੰ ਤੁਸੀਂ ਘੱਟ ਵੱਧ ਕਰਨਾ ਹੈਗਾ ਤਾਂ ਤੁਸੀਂ ਉਹਦੀ ਫੋਲਡਿੰਗ ਨੀਚੋਂ ਘੇਰੇ ਤੋਂ ਲੈ ਕੇ ਹਿਪ ਤੋਂ ਲੈ ਕੇ ਘੇਰੇ ਤੱਕ ਤੇ ਜਿਹੜਾ ਨਿਸ਼ਾਨ ਹੁੰਦੇ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਫਿਟਿੰਗ ਜ਼ਿਆਦਾ ਦਾ ਮਾਰਜਨ ਵਗੈਰਾ ਅਸੀਂ ਜੋ ਰੱਖਿਆ ਵਿੱਚ ਰੱਖਿਆ ਹੈ, ਤਾਂ ਉੱਥੇ ਤੁਸੀਂ ਜਿੰਨੇ ਇੰਚ ਦਾ ਤੁਹਾਡਾ ਲੰਬਾਈ ਨੂੰ ਤੁਸੀਂ ਘਟਾਉਣਾ ਹੈ ਤਾਂ ਉਸ ਚੀਜ਼ ਨੂੰ ਉਹਨਾਂ ਤੁਸੀਂ ਬਾਕਸ ਪਲੀਟ ਪਾ ਸਕਦੇ ਹੋ, ਜਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਪਲੀਟ ਪਾ ਕੇ ਉਸ ਚੀਜ਼ ਨੂੰ ਤੁਸੀਂ ਘਟਾ ਸਕਦੇ ਹੋ। ਜੇ ਇਸੇ ਤਰ੍ਹਾਂ ਹੀ ਤੁਸੀਂ ਕਿਸੇ ਪੈਟਰਨ ਨੂੰ ਵਧਾਉਣਾ ਹੈ ਤਾਂ ਉਸੇ ਤਰ੍ਹਾਂ ਹੀ ਤੁਸੀਂ ਇੰਚ ਜਾਂ 2 ਇੰਚ ਜਿੰਨੀ ਤੁਹਾਡੀ ਲੈਂਥ ਵਧਾਉਣੀ ਹੈ ਤਾਂ ਤੁਸੀਂ ਉਸ ਨੂੰ ਨੀਚੇ ਲੰਬਾਈ ਦੇ ਵਿੱਚ ਵਧਾ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਆਸਤੀਨ ਦੀ ਲੰਬਾਈ ਘਟਾ ਸਕਦੇ ਹੋ। ਰੈਡੀਮੇਡ ਪੈਟਰਨ ਜੇ ਤੁਸੀਂ ਲਿਆਂਦਾ, ਹੁਣ ਇਹਦੇ ਵਿੱਚ ਤੁਹਾਨੂੰ ਦਿਖਦਾ ਹੈ ਇੱਕ ਪੱਟੀ ਪਾਈ ਹੋਈ ਹੈ ਸੈਂਟਰ ਦੇ ਵਿੱਚ, ਠੀਕ ਹੈ। ਇਹ ਚੀਜ਼ ਕੀ ਸ਼ੋ ਕਰਦੀ ਪਈ ਹੈ, ਮੰਨ ਲਓ ਤੁਹਾਡੀ ਜਿਹੜੀ ਇੱਥੋਂ ਚੈਸਟ ਦੀ ਹੈਗੀ ਹੈ ਚੌੜਾਈ ਜ਼ਿਆਦਾ ਸੀ ਤਾਂ ਤੁਸੀਂ ਉੱਥੇ ਬਾਕਸ ਪਲੀਟ ਬਣਾ ਕੇ ਉਹਨੂੰ ਘਟਾ ਦਿੱਤਾ ਤੇ ਤੁਹਾਨੂੰ ਜੋ ਤਿਆਰ ਚਾਹੀਦਾ ਸੀ ਉਸ ਅਕੋਰਡਿੰਗ ਤੁਸੀਂ ਉਹ ਪੈਟਰਨ ਨੂੰ ਆਪਦੇ ਅਕੋਰਡਿੰਗ ਉਹਨੂੰ ਬਦਲ ਲਿਆ ਹੈਗਾ। ਇਸੇ ਤਰ੍ਹਾਂ ਹੀ ਤੁਸੀਂ ਮੋਢੇ ਦੀ ਗਲਾਈ ਜਿਹੜੀ ਕਟਾਈ ਮੋਢੇ ਦਾ ਨਾਪ ਹੈ ਉਹਨੂੰ ਘੱਟ ਵੱਧ ਕਰ ਸਕਦੇ ਹੋ। ਮੋਢੇ ਦੇ ਨਾਪ ਨੂੰ ਘੱਟ ਵੱਧ ਕਰਨ ਲਈ ਜੇ ਤੁਹਾਡੇ ਕੋਲੇ ਮੋਢੇ ਦੀ ਲੰਬਾਈ ਜ਼ਿਆਦਾ ਹੈ ਤਾਂ ਤੁਸੀਂ ਉੱਥੇ ਉਹਨੂੰ ਪਲੀਟ ਦੇ ਨਾਲ ਤੁਸੀਂ ਨਾਈਫ ਪਲੀਟ ਪਾ ਕੇ ਜਾਂ ਤੁਸੀਂ ਉੱਥੇ ਬਾਕਸ ਪਲੀਟ ਪਾ ਕੇ ਉਹਦੀ ਲੰਬਾਈ ਹੈ ਜਿਹੜੀ ਘਟਾ ਸਕਦੇ ਹੋ। ਇਸੇ ਤਰ੍ਹਾਂ ਹੀ ਜੇ ਤੁਸੀਂ ਕਮੀਜ਼ ਦੀ ਚੌੜਾਈ ਘੱਟ ਵੱਧ ਕਰਨੀ ਹੈ, ਹੁਣ ਤੁਸੀਂ ਸੈਕਿੰਡ ਜਿਹੜੀ ਪਿਕਚਰ ਦੇ ਵਿੱਚ ਤੁਹਾਨੂੰ ਦਿਖਦਾ ਹੈਗਾ ਇੱਥੇ ਤੁਹਾਡੀ ਫਿਟਿੰਗ ਜਿਹੜੀ ਘੱਟ ਹੈ ਤਾਂ ਤੁਹਾਨੂੰ ਇੱਥੇ ਜ਼ਿਆਦਾ ਚਾਹੀਦਾ ਸੀ ਤਾਂ ਤੁਸੀਂ ਇੱਥੇ 1-1 ਜਾਂ 2-2 ਇੰਚ ਦਾ ਜਿੰਨਾ ਤੁਹਾਡਾ ਮਾਰਜਨ ਘਟ ਗਿਆ ਤਾਂ ਉਸ ਚੀਜ਼ ਦਾ ਤੁਸੀਂ ਇੱਥੇ ਪੈਟਰਨ ਦੇ ਵਿੱਚ ਹੀ ਅਟੈਚ ਕਰਕੇ ਉਸ ਚੀਜ਼ ਨੂੰ ਬਣਾ ਕੇ ਆਪਣੇ ਮਤਲਬ ਦਾ ਜਿਹੜਾ ਪੈਟਰਨ ਹੈ ਉਹ ਬਣਾ ਕੇ ਉਸ ਚੀਜ਼ ਦੀ ਤੁਸੀਂ ਵਰਤੋਂ ਵਿੱਚ ਲਿਆ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਸਾਡੇ ਕੋਲੇ ਲੇਆਊਟ। ਹੁਣ ਤੁਸੀਂ ਡਰਾਫਟ ਕਰ ਲਿਆ, ਪੈਟਰਨ ਕਰ ਲਿਆ ਤਾਂ ਉਸ ਤੋਂ ਬਾਅਦ ਅਸੀਂ ਲੇਆਊਟ ਕਰਨਾ ਹੁੰਦਾ। ਲੇਆਊਟ ਦਾ ਭਾਵ ਕੀ ਹੈ, ਕੱਪੜੇ ਦਾ ਸਹੀ ਅੰਦਾਜ਼ਾ ਲਾਉਣਾ। ਡਰਾਫਟਿੰਗ ਤੇ ਪੈਟਰਨ ਕਰਨ ਤੋਂ ਬਾਅਦ ਜਦੋਂ ਅਸੀਂ ਕੱਪੜੇ ਦੀ ਕਟਾਈ ਕਰਨੀ ਹੈ ਤਾਂ ਅਸੀਂ ਤਿਆਰ ਹਿੱਸਿਆਂ ਦੇ ਜਿਹੜਾ ਪੈਟਰਨ ਰੱਖ ਕੇ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਹੜਾ ਹਿੱਸਾ ਕਿਹੜੇ ਹਿੱਸੇ ਚੋਂ ਨਿਕਲਣਾ। ਆ ਦੇਖੋ ਤੁਹਾਡੀ ਫੋਟੋ ਦੇ ਵਿੱਚ ਤੁਹਾਨੂੰ ਸ਼ੋ ਹੋਊਗਾ ਪੈਟਰਨ, ਤੁਸੀਂ ਆ ਦੇਖੋ ਕੱਪੜੇ ਦੇ ਉੱਪਰ ਰੱਖ ਕੇ ਇੱਕ ਪੈਟਰਨ ਕੱਟੇ ਹੋਏ ਆ ਤਾਂ ਉਹ ਤੁਸੀਂ ਕੱਪੜੇ ਨੂੰ ਕਿਸ ਤਰ੍ਹਾਂ ਵਿਛਾਇਆ ਹੈਗਾ ਉਸ ਚੀਜ਼ ਨੂੰ ਰੱਖ ਕੇ ਤੁਸੀਂ ਦੇਖ ਲੈਣਾ ਵੀ ਕਿਹੜੇ ਬਾਡੀ ਦਾ ਕਿਹੜਾ ਪਾਰਟ ਤੁਸੀਂ ਕਿੱਥੇ ਕੱਢਣਾ। ਇੱਕ ਜਿਹੜੀ ਪਿਕਚਰ ਦੇ ਵਿੱਚ ਤੁਸੀਂ ਦੇਖਿਆ ਹੈਗਾ ਇੱਕ ਫਰਾਕ ਹੈਗੀ ਹੈ ਬਣਾਈ ਹੋਈ ਲੌਂਗ ਦੇ ਵਿੱਚ, ਉਹਨਾਂ ਨੂੰ ਤੁਸੀਂ ਦੇਖਦੇ ਹੋ ਵੀ ਉਹਦੇ ਵਿੱਚ ਇੱਕ ਸਾਈਡ ਤੇ ਤੁਹਾਡੇ ਕੋਲੇ ਬਾਡੀ ਹੈ ਤੇ ਨੀਚੇ ਤੁਸੀਂ ਘੇਰਿਆਂ ਦੀ ਲੈਂਥ ਨੂੰ ਰੱਖਿਆ ਹੈ, ਉੱਪਰ ਤੁਹਾਡੇ ਕੋਲੇ ਕਾਲਰ ਆ ਗਈ, ਠੀਕ ਹੈ। ਉਹਦੇ ਵਿੱਚ ਤੁਸੀਂ ਉਹਨੇ ਦੇਖੋ ਹਰੇਕ ਸਾਈਡ ਦੇ ਉੱਪਰ ਉਹਨਾਂ ਨੇ ਸਲਾਈ ਹੱਕ ਲਈ ਜਿਹੜਾ ਹੈਗਾ ਦਬਾ ਲਈ ਜਿਹੜਾ ਹੈਗਾ ਕੱਪੜਾ ਛੱਡਿਆ ਹੋਇਆ, ਜਿਸ ਕਰਕੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਦੋਂ ਤੁਸੀਂ ਪੈਟਰਨ ਨੂੰ ਲੇਆਊਟ ਕਰਨਾ ਹੈ ਤਾਂ ਉਹਦੇ ਵਿੱਚ ਤੁਸੀਂ ਜਿਹੜੇ ਦਬਾਅ ਮਾਰਜਨ ਜਾਂ ਕਿਸੇ ਵੀ ਤਰ੍ਹਾਂ ਦਾ ਦਬਾਅ ਰੱਖਣਾ ਤਾਂ ਉਹ ਲੇਆਊਟ ਕਰਨ ਵੇਲੇ ਰੱਖਿਆ ਜਾਂਦਾ। ਪੈਟਰਨ ਦੇ ਵਿੱਚ ਉਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਲਾਈ ਹੱਕ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਤੁਸੀਂ ਇਹ ਦੇਖੋ ਚੋਲੀ ਕੱਟ ਬਲਾਊਜ਼ ਹੈ। ਹੁਣ ਪੈਟਰਨ ਤੋਂ ਲੇਆਊਟ ਅਸੀਂ ਇਸ ਕਰਕੇ ਵੀ ਕਰਦੇ ਹਾਂ ਜਦੋਂ ਤੁਸੀਂ ਕੀ ਹੈਗਾ ਤੁਹਾਡੇ ਮੰਨ ਲਓ ਕਿਸੇ ਕੱਪੜੇ ਦੇ ਇਹਦੇ ਨਾਲ ਕੀ ਹੁੰਦਾ, ਜਦੋਂ ਤੁਸੀਂ ਲੇਆਊਟ ਕਰਦੇ ਹੋ ਤੁਹਾਡਾ ਕੱਪੜਾ ਨਹੀਂ ਜਾਇਆ ਜਾਂਦਾ, ਤੁਹਾਡਾ ਕੱਪੜਾ ਨਹੀਂ ਵੇਸਟ ਹੁੰਦਾ, ਕਿਉਂਕਿ ਜਦੋਂ ਤੁਸੀਂ ਲੇਆਊਟ ਕਰਕੇ ਇਸ ਚੀਜ਼ ਨੂੰ ਦੇਖਦੇ ਹੋ ਨਾ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਸਾਡਾ ਕਿਹੜਾ ਪਾਰਟ ਕਿੱਥੋਂ ਨਿਕਲਿਆ ਤਾਂ ਅਸੀਂ ਕਿਵੇਂ ਕੱਪੜੇ ਦੀ ਬੱਚਤ ਕਰ ਸਕਦੇ ਹਾਂ। ਕਈ ਵਾਰੀ ਅਸੀਂ ਕੱਪੜਾ ਪੂਰਾ ਕਟਿੰਗ ਕਰ ਲੈਂਦੇ ਹਾਂ ਤੇ ਲਾਸਟ ਤੇ ਸਾਨੂੰ ਸੂਟ ਦੇ ਉੱਪਰ ਮਤਲਬ ਕਮੀਜ਼ ਦੇ ਉੱਪਰ ਗਲੇ ਲਈ ਕੱਪੜਾ ਚਾਹੀਦਾ ਹੁੰਦਾ ਜਾਂ ਕਿਸੇ ਤਰ੍ਹਾਂ ਦੀਆਂ ਬਾਜੂ ਵਗੈਰਾ ਦੇ ਲਈ ਕੱਪੜਾ ਸਾਡੇ ਕੋਲੇ ਘਟ ਜਾਵੇ ਤਾਂ ਇਹ ਚੀਜ਼ ਦੀ ਦਿੱਕਤ ਜਿਹੜੀ ਲਾਸਟ ਤੇ ਨਹੀਂ ਆਉਂਦੀ ਜੇ ਅਸੀਂ ਪਹਿਲਾਂ ਲੇਆਊਟ ਕਰਕੇ ਉਸ ਚੀਜ਼ ਨੂੰ ਦੇਖਿਆ ਹੋਵੇ। ਹੁਣ ਇਹਦੇ ਵਿੱਚ ਇਹ ਵੀ ਖਾਸੀਅਤ ਹੈ, ਜੇ ਤੁਸੀਂ ਲੇਆਊਟ ਕੀਤਾ ਮੰਨ ਲਓ ਤੁਹਾਡੇ ਕੱਪੜੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਝਿਰਖੀ ਹੈ, ਕੋਈ ਡਿਫੈਕਟ ਹੈ, ਕੋਈ ਮਿਸਪ੍ਰਿੰਟ ਹੋਇਆ ਹੈ ਤਾਂ ਤੁਸੀਂ ਜੇ ਉਸ ਚੀਜ਼ ਦਾ ਪਹਿਲਾਂ ਲੇਆਊਟ ਕੀਤਾ ਹੋਊਗਾ ਤਾਂ ਤੁਸੀਂ ਉਸ ਚੀਜ਼ ਨੂੰ ਆਸਾਨੀ ਨਾਲ ਬਾਹਰ ਕੱਢ ਸਕਦੇ ਹੋ। ਉਸ ਚੀਜ਼ ਦਾ ਮਤਲਬ ਕੀ ਹੈਗਾ ਵੀ ਮਤਲਬ ਪ੍ਰਿੰਟ ਨੂੰ ਤੁਸੀਂ ਸਾਈਡ ਤੇ ਰੱਖ ਕੇ ਜਿਹੜੇ ਤੁਸੀਂ ਉਹਦੇ ਪੈਟਰਨ ਕੱਟੇ ਹੈਗੇ ਆ ਉਹਨੂੰ ਸਾਫ਼-ਸਾਫ਼ ਜਗ੍ਹਾ ਤੇ ਰੱਖ ਕੇ ਉਹਦੀ ਕਟਿੰਗ ਕਰ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਪੈਟਰਨ ਕਰਨ ਵੇਲੇ ਵੀ ਸਾਨੂੰ ਕੁਝ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ। ਉਹਦੇ ਇੱਕ ਨਿਯਮ ਹੈ, ਜਦੋਂ ਵੀ ਤੁਸੀਂ ਪੈਟਰਨ ਤੋਂ ਬਾਅਦ ਲੇਆਊਟ ਕਰਦੇ ਹੋ ਤਾਂ ਲੇਆਊਟ ਕਰਨ ਵੇਲੇ ਸਭ ਤੋਂ ਪਹਿਲਾਂ ਤਾਂ ਕੱਪੜੇ ਨੂੰ ਚੰਗੀ ਤਰ੍ਹਾਂ ਸ਼ਰਿੰਕ ਕਰਕੇ ਪ੍ਰੈਸ ਕਰਕੇ ਉਸ ਚੀਜ਼ ਨੂੰ ਵਿਛਾਉਣਾ ਚਾਹੀਦਾ ਹੈ। ਸ਼ਰਿੰਕ ਤੇ ਪ੍ਰੈਸ ਕਰਨ ਨਾਲ ਕੀ ਹੁੰਦਾ ਹੈ, ਕੱਪੜੇ ਦੇ ਵਿੱਚ ਜਿਹੜੀ ਤਰ੍ਹਾਂ ਦੀ ਜੇ ਉਹਨੇ ਕਿਸੇ ਤਰ੍ਹਾਂ ਦਾ ਸ਼ਰਿੰਕ ਹੋਣਾ ਸੀ ਉਹ ਹੋ ਜਾਂਦਾ, ਜਿਹਦੇ ਨਾਲ ਕਿ ਤੁਹਾਡਾ ਕੱਪੜੇ ਦੇ ਵਿੱਚ ਬਾਅਦ ਚੋਂ ਬਣਾਉਣ ਦੇ ਬਾਅਦ ਵਸਤਰ ਬਣਾਉਣ ਦੇ ਬਾਅਦ ਕਿਸੇ ਤਰ੍ਹਾਂ ਦੀ ਫਿਟਿੰਗ ਵਗੈਰਾ 'ਚ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਆਉਂਦਾ ਤੇ ਕੱਪੜੇ ਨੂੰ ਜਦੋਂ ਤੁਸੀਂ ਪ੍ਰੈਸ ਕਰਕੇ ਕੱਟੋਗੇ ਤਾਂ ਉਹ ਪੂਰਾ ਪ੍ਰੋਪਰ ਸਹੀ ਨਾਪ ਦਾ ਕੱਟਿਆ ਜਾਂਦਾ।
ਪੈਟਰਨ ਵੇਲੇ ਜਦੋਂ ਤੁਸੀਂ ਲੇਆਊਟ ਕਰਨਾ ਤਾਂ ਪੈਟਰਨ ਨੂੰ ਕੱਪੜੇ ਤੇ ਜਦੋਂ ਵਿਛਾ ਲੈਣਾ ਤਾਂ ਪਿੰਨਾਂ ਦੀ ਸਹਾਇਤਾ ਨਾਲ ਉਹਨੂੰ ਸੈੱਟ ਕਰ ਲਓ ਤਾਂ ਜੋ ਜਿਹੜਾ ਵਾਰੀ-ਵਾਰੀ ਕੱਪੜਾ ਹਿੱਲੇ ਨਾ। ਲੇਆਊਟ ਕਰਨ ਵੇਲੇ ਸਲਾਈ ਹੱਕ ਤੇ ਦਬਾਅ ਜਿਹੜੇ ਆ ਨਿਸ਼ਾਨ ਪੈਟਰਨ ਤੋਂ ਬਾਹਰ ਲਾਉਣੇ ਚਾਹੀਦੇ ਆ। ਠੀਕ ਹੈ, ਇਹ ਗੱਲ ਵੀ ਧਿਆਨ ਦੇ ਵਿੱਚ ਹਰੇਕ ਬੱਚੇ ਦੀ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਪੈਟਰਨ ਬਣਾ ਲੈਂਦੇ ਹੋ ਨਾ, ਕਈ ਬੱਚਿਆਂ ਨੂੰ ਇਹ ਹੁੰਦਾ ਵੀ ਅਸੀਂ ਪੈਟਰਨ ਦੇ ਵਿੱਚ ਸ਼ਾਇਦ ਸਾਡਾ ਸਲਾਈ ਹੱਕ ਜਾਂ ਦਬਾਅ ਹੈਗਾ, ਪਰ ਨਹੀਂ, ਤੁਸੀਂ ਪੈਟਰਨ ਜਿਹੜਾ ਹੈਗਾ ਉਹ ਪ੍ਰੋਪਰ ਤਿਆਰ ਨਾਪ ਦਾ ਬਣਾਇਆ, ਤਾਂ ਇਸ ਕਰਕੇ ਕੀ ਆ ਜਿਹੜੇ ਤੁਸੀਂ ਪੈਟਰਨ ਤੋਂ ਬਾਹਰ ਆ ਜਿਹੜਾ ਉਹਨਾਂ ਦਾ ਦਬਾਅ ਜਾਂ ਸਲਾਈ ਹੱਕ ਹੈ ਉਹ ਜ਼ਰੂਰ ਰੱਖਣਾ ਚਾਹੀਦਾ। ਉਸ ਤੋਂ ਬਾਅਦ ਗੱਲ ਆ ਗਈ ਲੇਆਊਟ ਕਰਨ ਤੋਂ ਪਹਿਲਾਂ ਕੱਪੜੇ ਦਾ ਪ੍ਰਿੰਟ। ਕਈ ਕੱਪੜੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਦਿੱਖ ਹੈ ਉਹ ਇੱਕ ਸਾਈਡ ਜਾਂਦੀ ਹੁੰਦੀ ਹੈ, ਕਈ ਫਲਾਵਰ ਹੁੰਦੇ ਨੇ, ਕਈ ਪੱਤੀਆਂ ਬੂਟੀਆਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦਾ ਰੁੱਖ ਉੱਪਰ ਵੱਲ ਨੂੰ ਹੀ ਜਾਂਦਾ ਹੁੰਦਾ। ਤਾਂ ਹਮੇਸ਼ਾ ਜਦੋਂ ਤੁਸੀਂ ਕੱਪੜੇ ਦਾ ਲੇਆਊਟ ਕਰਦੇ ਹੈਗੇ ਆ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਚੱਲਣਾ ਚਾਹੀਦਾ ਕਿ ਤੁਹਾਡਾ ਪ੍ਰਿੰਟ ਜੇ ਫਲਾਵਰ ਇੱਕ ਸਾਈਡ ਜਾ ਰਿਹਾ ਤਾਂ ਉਹਦਾ ਸਾਰਾ ਰੁੱਖ ਇੱਕ ਸਾਈਡ ਹੀ ਹੋਵੇ। ਫਰੰਟ ਕਈਆਂ ਦੇ ਤੁਸੀਂ ਪਾਏ ਦੇਖੇ ਹੁੰਦੇ, ਫਰੰਟ ਦੇ ਵਿੱਚ ਜਿਹੜਾ ਡਿਜ਼ਾਈਨ ਆ ਉਹ ਉੱਪਰ ਵੱਲ ਨੂੰ ਜਾ ਰਿਹਾ ਹੁੰਦਾ ਸਾਰੀ ਡਿਜ਼ਾਈਨਿੰਗ, ਤਾਂ ਜਿਹੜੀ ਬੈਕ ਹੁੰਦੀ ਹੈ ਉਹਦਾ ਪ੍ਰਿੰਟ ਨੀਚੇ ਨੂੰ ਆ ਰਿਹਾ ਹੁੰਦਾ, ਤਾਂ ਉਹ ਇਹ ਚੀਜ਼ਾਂ ਭੱਦੀਆਂ ਲੱਗਦੀਆਂ ਪਾਈਆਂ। ਇਸ ਕਰਕੇ ਜਿਹੜਾ ਲੇਆਊਟ ਕਰਨ ਵੇਲੇ ਕੱਪੜੇ ਦਾ ਪ੍ਰਿੰਟ ਹੈ ਉਹ ਜ਼ਰੂਰ ਚੈੱਕ ਕਰ ਲੈਣਾ ਚਾਹੀਦਾ ਹੈ। ਪੈਟਰਨ ਤੇ ਲੇਆਊਟ ਦੇ ਲਾਭ। ਹੁਣ ਇਹ ਚੀਜ਼ਾਂ ਦੇ ਸਾਨੂੰ ਕੀ ਕੀ ਲਾਭ ਹੈ? ਇਹਦੇ ਨਾਲ ਕੀ ਹੈ, ਪੈਟਰਨ ਬਣਾਉਣ ਨਾਲ ਕੱਪੜੇ ਦੇ ਵਿੱਚ ਜਿਹੜੀਆਂ ਹੋਣ ਵਾਲੀਆਂ ਗਲਤੀ ਦੀਆਂ ਸੰਭਾਵਨਾ ਹੁੰਦੀਆਂ ਉਹ ਘਟ ਜਾਂਦੀ ਹੈ। ਠੀਕ ਹੈ, ਗਲਤੀ ਹੁੰਦੀ ਨਹੀਂ। ਪਹਿਲੀ ਗੱਲ ਤਾਂ ਜੇ ਤੁਸੀਂ ਪੈਟਰਨ ਤਿਆਰ ਕੀਤਾ ਨਾ ਕੋਈ ਵੀ ਕੱਪੜੇ ਦਾ, ਤਾਂ ਤੁਹਾਡੇ ਉੱਥੇ ਕਟਿੰਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਨੁਕਸਾਨ ਨਹੀਂ ਹੁੰਦਾ। ਤਾਂ ਸਿੱਖ ਰਹੇ ਸਿਖਿਆਰਥੀਆਂ ਨੂੰ ਜਿਹੜਾ ਵਸਤਰ ਬਣਾਉਣ ਦੇ ਵਿੱਚ ਮਦਦ ਮਿਲਦੀ ਹੈ। ਸਿੱਖ ਰਹੇ ਸਿਖਿਆਰਥੀ ਦੇ ਵਿੱਚ ਜੇ ਤੁਸੀਂ ਪੈਟਰਨ ਵਗੈਰਾ ਤਿਆਰ ਕਰਕੇ ਇਸ ਚੀਜ਼ ਨੂੰ ਬਣਾਇਆ ਹੈ ਤਾਂ ਤੁਹਾਨੂੰ ਉਹਦੇ ਵਿੱਚ ਕੀ ਕੱਪੜਾ ਕਟਾਈ ਕਰਨ ਵੇਲੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਆਊਗੀ, ਤਾਂ ਉਸ ਕੰਮ ਨੂੰ ਤੁਸੀਂ ਆਸਾਨੀ ਨਾਲ ਸਿੱਖ ਸਕੋਗੇ। ਇਹਦੇ ਵਿੱਚ ਕੀ ਸਮੇਂ ਤੇ ਪੈਸੇ ਦੀ ਵੀ ਬਚਤ ਹੁੰਦੀ ਹੈ। ਜਦੋਂ ਤੁਸੀਂ ਪੈਟਰਨ ਤੇ ਲੇਆਊਟ ਕਰ ਲੈਂਦੇ ਹੋ ਤਾਂ ਉੱਥੇ ਤੁਹਾਡਾ ਸਮਾਂ ਵੀ ਬਚਤ ਹੋਗੀ, ਤੁਸੀਂ ਜਸਟ ਪੈਟਰਨ ਤੋਂ ਕੱਪੜੇ ਦੀ ਕਟਿੰਗ ਕਰ ਲੈਂਦੇ ਹੋ। ਜੇਕਰ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰਦੇ ਹੋ ਤਾਂ ਤੁਹਾਡਾ ਸਮਾਂ ਵੀ ਬਚਤ ਹੋਗੀ, ਪਲੱਸ ਤੁਹਾਡੇ ਪੈਸੇ ਦੀ ਵੀ ਬਚਤ ਹੋਗੀ। ਪੈਸੇ ਦੀ ਬਚਤ ਇਸ ਤਰ੍ਹਾਂ ਹੋਗੀ ਕਿ ਜੇਕਰ ਤੁਸੀਂ ਸਹੀ ਪੈਟਰਨ ਤਿਆਰ ਕੀਤਾ ਤਾਂ ਉਸ ਤੋਂ ਬਾਅਦ ਉਹਦਾ ਲੇਆਊਟ ਕਰਕੇ ਕੱਪੜੇ ਨੂੰ ਕੱਟਿਆ ਤਾਂ ਤੁਹਾਡਾ ਜਿਹੜਾ ਕੱਪੜਾ ਉਹ ਵੇਸਟ ਨਹੀਂ ਹੁੰਦਾ। ਤਾਂ ਡਿਜ਼ਾਈਨ ਆਦਿ ਜਿਹੜੇ ਪੈਟਰਨ ਵਿੱਚ ਆ ਜਦੋਂ ਤੁਸੀਂ ਸੈੱਟ ਕਰਕੇ ਦੇਖ ਲੈਂਦੇ ਹੋ ਤਾਂ ਉੱਥੇ ਜਦੋਂ ਤੁਸੀਂ ਡਿਜ਼ਾਈਨ ਤੇ ਜੋ ਤੁਸੀਂ ਟਾਈਮ ਵੇਸਟ ਕਰਨਾ ਸੀ ਕੱਪੜੇ ਦੀ ਕਟਾਈ ਵੇਲੇ, ਅਸੀਂ ਸੋਚਦੇ ਹਾਂ ਵੀ ਇੱਥੇ ਆਪਾਂ ਇਸ ਚੀਜ਼ ਨੂੰ ਲਾ ਲਈਏ ਤਾਂ ਆਹ ਡਿਜ਼ਾਈਨ ਬਣ ਜਾਣਾ, ਪਰ ਜੇ ਤੁਸੀਂ ਮਾਈਂਡ ਦੇ ਵਿੱਚ ਪਹਿਲਾਂ ਡਰਾਫਟ ਵੇਲੇ ਹੀ ਉਹ ਚੀਜ਼ ਨੂੰ ਲੈ ਕੇ ਚੱਲੇ ਹੋ, ਪੈਟਰਨ ਬਣਾਇਆ ਤਾਂ ਸੈੱਟ ਕੀਤਾ, ਤਾਂ ਤੁਹਾਨੂੰ ਐਂਡ ਤੇ ਕੱਪੜਾ ਜਿਹੜਾ ਸਟਿਚ ਕਰਨ ਵੇਲੇ ਕੀ ਹੈਗਾ ਉਹ ਤੁਹਾਨੂੰ ਆਸਾਨੀ ਹੋ ਜਾਂਦੀ ਹੈ। ਇਸ ਤਰ੍ਹਾਂ ਬੱਚੇ ਲੇਆਊਟ ਕਰਨ ਤੋਂ ਪਹਿਲਾਂ ਕੱਪੜੇ ਦੀ ਬਚਤ ਹੋ ਗਈ ਅਤੇ ਡਿਫੈਕਟ ਆਦਿ ਨੂੰ ਤੁਸੀਂ ਆਸਾਨੀ ਨਾਲ ਬਾਹਰ ਕੱਢਤਾ, ਤੇ ਜਿਹੜਾ ਤੁਹਾਡਾ ਵਸਤਰ ਹੈ ਉਹਨੂੰ ਅਸੀਂ ਹੁਣ ਮੰਨ ਲਓ ਕਈ ਵਾਰੀ ਕਿਸੇ ਤਰ੍ਹਾਂ ਦਾ ਤੁਹਾਡਾ ਕੱਪੜਾ ਘਟ ਜਾਂਦਾ ਹੈ ਤਾਂ ਉਹਦੇ ਵਿੱਚ ਕੀ ਹੈਗਾ, ਜਾਂ ਕਿਸੇ ਤਰ੍ਹਾਂ ਦਾ ਕੋਈ ਡਿਫੈਕਟ ਆ ਗਿਆ ਤੁਹਾਡੇ ਕੱਪੜੇ, ਤੁਹਾਡੇ ਕੋਲੇ ਸ਼ਾਰਟੇਜ ਆ ਗਈ, ਤਾਂ ਤੁਸੀਂ ਹੁਣ ਜਿਵੇਂ ਲੈਂਥ ਹੈ, ਮੰਨ ਲਓ ਕਿਸੇ ਸ਼ਰਟ ਦੀ ਲੈਂਥ ਹੈ ਤਾਂ ਤੁਸੀਂ ਉਹਦੇ ਉੱਪਰ ਤੀਰੇ ਦੇ ਉੱਪਰ ਸ਼ੋਲਡਰ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਜ਼ਾਈਨ ਸੈੱਟ ਕਰਕੇ, ਤੁਸੀਂ ਘੇਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਡਿਜ਼ਾਈਨ ਸੈੱਟ ਕਰਕੇ ਵਸਤਰ ਨੂੰ ਨਵਾਂ ਰੂਪ ਦੇ ਸਕਦੇ ਹੋ। ਠੀਕ ਹੈ, ਇਹ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਇਹ ਤੁਹਾਡੇ ਸਾਰਿਆਂ ਦੇ ਵਰਤੋਂ ਦੇ ਵਿੱਚ ਰੂਟੀਨ 'ਚ ਤੁਸੀਂ ਸਾਰੇ ਹੀ ਸਿਖਿਆਰਥੀ ਜਿਹੜੇ ਹੈਗੇ ਆ ਉਹ ਇਹਨਾਂ ਚੀਜ਼ਾਂ ਨੂੰ ਜੇ ਦਿਮਾਗ ਦੇ ਵਿੱਚ ਬਿਠਾ ਕੇ ਮਾਈਂਡ ਦੇ ਵਿੱਚ ਲੈ ਕੇ ਚੱਲਣਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਬੱਚੇ ਨੂੰ ਡਰਾਫਟਿੰਗ ਸਿੱਖਣ 'ਚ ਜਾਂ ਡਰਾਫਟਿੰਗ ਕਰਨ ਦੇ ਵਿੱਚ ਤੇ ਕੱਪੜੇ ਦੀ ਸਹੀ ਸਟਿਚਿੰਗ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਆਵੇ। ਥੈਂਕ ਯੂ ਜੀ ਸਾਰਿਆਂ ਦਾ ਮੈਨੂੰ ਧਿਆਨ ਨਾਲ ਸੁਣਨ ਦੇ ਲਈ, ਤੇ ਜੇ ਕਿਸੇ ਤਰ੍ਹਾਂ ਦੇ ਕੋਈ ਪ੍ਰਸ਼ਨ ਨੇ ਤਾਂ ਆਪਣੇ ਆਪ ਨੂੰ ਅਨਮਿਊਟ ਕਰਕੇ ਕਰ ਲਿਓ ਤੇ ਮੈਂ ਤੁਹਾਡੇ ਵਾਰ-ਵਾਰ ਰਹੇ ਉਸ ਚੀਜ਼ ਨੂੰ ਹੈਲੋ 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 ਰਾਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਜਿਸਨੇ ਦਾ ਵੀ ਕੋਈ ਕੁਐਸਚਨ ਹੈਗਾ हेलो हेलो हाँ जी नमस्ते मैम। नमस्कार जी मैम मैं शिल्पी बोल रही हूँ गवर्नमेंट आईटीआई तो हाँ जी मैम ਤੁਹਾਡਾ ਅੱਜ ਦਾ ਲੈਕਚਰ ਬਹੁਤ ਵਧੀਆ ਸੀ। ਪੈਟਰਨ ਤੇ ਲੇਆਊਟ ਤਿੰਨੋਂ ਚੀਜ਼ਾਂ ਬਹੁਤ ਵਧੀਆ ਤੁਸੀਂ ਡਿਸਕ੍ਰਾਈਬ ਕੀਤੀਆਂ। ਬਹੁਤ ਮਜ਼ਾ ਆਇਆ ਲੈਕਚਰ ਲਗਾਉਣ ਦਾ। ਬਹੁਤ ਜ਼ਿਆਦਾ ਸੋਹਣਾ ਲੈਕਚਰ ਸੀ ਮੈਮ।
ਬਹੁਤ ਡੀਪਲੀ ਚੀਜ਼ਾਂ ਦੱਸੀਆਂ ਤੁਸੀਂ ਪੈਟਰਨ ਤੇ ਲੇਆਊਟ ਦੀਆਂ। ਹਾਂਜੀ ਹੋ ਸਕਦਾ ਉਹਦੇ ਵਿੱਚੋਂ ਸਾਨੂੰ ਵੀ ਕੁਝ ਚੀਜ਼ਾਂ ਨਹੀਂ ਪਤਾ ਸੀ ਜਿਹੜੀਆਂ ਕਿ ਮੈਨੂੰ ਅੱਜ ਲੈਕਚਰ ਲਗਾਉਣ ਨਾਲ ਪਤਾ ਲੱਗਿਆ। ਥੈਂਕ ਯੂ ਥੈਂਕ ਯੂ ਵੈਰੀ ਮਚ ਮੈਮ, ਮੈਮ। थैंक यू। हेलो हेलो, हाँ जी, मैम, नमस्ते नमस्ते जी। मैम। मैं गवर्नमेंट आईटीआई जीरकपुर तो बोल रही हूँ। हाँ जी, मैम हाँ जी। आपका लेक्चर बहुत अच्छा था। और सेकंड मैम, मेरे को एक डाउट है, जैसे हमारा क्वेश्चन है कि लाइक हमें एग्जाम में बनाने के लिए आता है जो हाँ जी, हाँ जी। ब्राउन पेपर पे, तो हाँ हमें जी। लेफ्ट साइड लिखना है या राइट साइड लिखना है अपना जो मेजरमेंट है? ਜਦੋਂ ਤੁਸੀਂ ਮੈਜਰਮੈਂਟ ਲਿਖਣਾ ਹੈਗਾ, ਜੋ ਤੁਸੀਂ ਡਰਾਫਟਿੰਗ ਕਰਨੀ ਹੈ, ਤੁਸੀਂ ਆਪਣੇ ਟੇਬਲ ਦੇ ਉੱਪਰ ਡਰਾਫਟਿੰਗ ਪੇਪਰ ਜਦੋਂ ਤੁਸੀਂ ਵਿਛਾ ਲੈਂਦੇ ਹੋ ਤਾਂ ਉਹਨੂੰ ਤੁਸੀਂ ਸੱਜੇ ਹੱਥ ਰੱਖ ਕੇ, ਜਿਹੜੀ ਤੁਹਾਡੀ ਡਰਾਫਟਿੰਗ ਆ ਸੱਜੇ ਹੱਥ ਆਊਗਾ, ਤਾਂ ਜਿਹੜਾ ਤੁਹਾਡਾ ਮੇਜਰਮੈਂਟ ਆ ਉਹ ਤੁਹਾਡਾ ਲੈਫਟ ਹੈਂਡ 'ਚ ਲਿਖਿਆ ਜਾਊਗਾ ਸਾਰਾ। अच्छा जी, लेफ्ट हैंड च। हाँ जी, ठीक है मैम, थैंक यू सो मच। ओके जी, ओके। ਨੈਕਸਟ ਹੋਰ ਕਿਸੇ ਦਾ ਕੋਈ ਕੁਐਸਚਨ ਹੈ ਤਾਂ? ਦਿਲਪ੍ਰੀਤ ਜੀ ਆਪਣੇ ਆਪ ਨੂੰ ਅਨਮਿਊਟ ਕਰ ਲਓ। ਹੈਲੋ, ਗੁੱਡ ਮਾਰਨਿੰਗ ਮੈਮ। ਗੁੱਡ ਮਾਰਨਿੰਗ ਜੀ। ਮੈਮ ਤੁਸੀਂ ਪੈਟਰਨ ਬਾਰੇ ਸਮਝਾਇਆ ਸੀ, ਪਲੀਜ਼ ਉਹ ਰਿਪੀਟ ਕਰ ਦੋਗੇ? ਹਾਂਜੀ ਮੈਂ ਕਰ ਦਿੰਦੀ ਹਾਂ ਰਹੇ। ਪੈਟਰਨ ਜਿਹੜਾ ਹੈਗਾ, ਪੈਟਰਨ ਦੀਆਂ ਮੈਂ ਕਿਸਮਾਂ ਸਮਝਾਈਆਂ ਸੀ ਰਾਏ। ਤੁਸੀਂ ਪੈਟਰਨ ਦੀਆਂ ਕਿਸਮਾਂ ਬਾਰੇ ਜਾਣਨਾ ਹੈ ਕਿ ਪੈਟਰਨ ਬਣਾਉਣਾ ਕਿੱਦਾਂ? ਹੈਲੋ ਹੈਲੋ ਰਾਏ, ਜਦੋਂ ਵੀ ਤੁਸੀਂ ਪੈਟਰਨ ਬਣਾ ਲੈਂਦੇ ਹੋ ਨਾ, ਕੋਈ ਵੀ ਤੁਸੀਂ ਡਰਾਫਟਿੰਗ ਕਰ ਲਈ ਹੈ, ਜੋ ਤੁਹਾਨੂੰ ਦਿੱਤੇ ਹੋਏ ਨਾਪ ਤੇ ਜੋ ਤੁਸੀਂ ਖਾਕਾ ਤਿਆਰ ਕਰ ਲੈਂਦੇ ਹੋ, ਤੁਹਾਡਾ ਡਰਾਫਟ ਹੋ ਗਿਆ। ਤਾਂ ਜਦੋਂ ਤੁਸੀਂ ਉਹਨੂੰ ਕੈਂਚੀ ਨਾਲ ਕੱਟ ਲਿਆ ਤਾਂ ਉਹ ਤੁਹਾਡੇ ਲਈ ਪੈਟਰਨ ਤਿਆਰ ਹੋ ਜਾਂਦਾ, ਉਹਨੂੰ ਅਸੀਂ ਸਧਾਰਨ ਪੈਟਰਨ ਕਹਿੰਦੇ ਆ। ਠੀਕ ਹੈ। ਉਸ ਤੋਂ ਇਲਾਵਾ ਤੁਹਾਨੂੰ ਬਣੇ ਬਣਾਏ ਪੈਟਰਨ ਵੀ 6 ਕਿਸਮ ਦੇ ਪੈਟਰਨ ਹੁੰਦੇ ਆ। ਇਹ ਬਣੇ ਬਣਾਏ ਤੁਹਾਨੂੰ ਰੈਡੀਮੇਡ ਬਾਜ਼ਾਰ ਦੇ ਵਿੱਚ ਮਿਲ ਜਾਂਦੇ ਨੇ, ਜਿਨ੍ਹਾਂ ਦੀ ਅਸੀਂ ਵੱਖ-ਵੱਖ ਜਗ੍ਹਾ ਤੇ ਵਰਤੋਂ ਕਰਦੇ ਹਾਂ। ਤਿਆਰਸ਼ੁਦਾ ਪੈਟਰਨ ਕੀ ਹੁੰਦੇ? ਰੈਡੀਮੇਡ ਪੈਟਰਨ, ਜੋ ਵੱਖ-ਵੱਖ ਨਾਪ ਦੇ ਤੁਹਾਨੂੰ ਮਿਲਦੇ ਆ। ਇਹਦੇ ਵਿੱਚ ਕੀ ਹੁੰਦਾ ਹੈ, ਨੰਬਰ ਦੇ ਅਕੋਰਡਿੰਗ, ਤੁਹਾਡੇ ਫਿਟਿੰਗ ਦੇ ਅਕੋਰਡਿੰਗ, ਜੋ ਤੁਹਾਡੀ ਚੈਸਟ ਵਗੈਰਾ ਦਾ ਨਾਪ ਹੈਗਾ ਉਹਦੇ ਅਕੋਰਡਿੰਗ ਉਹਦੇ ਤੇ ਨੰਬਰ ਲੱਗਿਆ ਹੁੰਦਾ। 75 ਸੈਂਟੀਮੀਟਰ ਤੋਂ ਲੈ ਕੇ 90 ਸੈਂਟੀਮੀਟਰ ਤੱਕ ਦੇ ਜਿਹੜੇ ਪੈਟਰਨ ਮਿਲਦੇ ਨੇ, ਉਹ 12 ਤੋਂ 20 ਲੇਡੀਜ਼ ਦੇ ਲਈ 12 ਤੋਂ 20 ਨੰਬਰ ਤੱਕ ਦੇ ਜਿਹੜੇ ਪੈਟਰਨ ਹੈ ਚੈਸਟ ਦੇ ਅਕੋਰਡਿੰਗ ਬਣਾਏ ਹੋਏ ਬਾਜ਼ਾਰ ਦੇ ਵਿੱਚ ਮਿਲ ਜਾਂਦੇ ਨੇ। ਉਹਦੇ 'ਚ ਤੁਹਾਡੇ ਕੋਲੇ ਕਮਰ ਦਾ ਨਿਸ਼ਾਨ ਜਾਂ ਇਸ ਤਰ੍ਹਾਂ ਦੇ ਸਾਰੇ ਜਿਹੜੇ ਨਿਸ਼ਾਨ ਹੈ ਉਹ ਪੈਟਰਨ ਦੇ ਵਿੱਚ ਸ਼ੋ ਕੀਤੇ ਹੁੰਦੇ ਆ। ਇਸੇ ਤਰ੍ਹਾਂ ਹੀ ਫਿਟਿੰਗ ਪੈਟਰਨ ਹੁੰਦਾ। ਫਿਟਿੰਗ ਪੈਟਰਨ ਵੀ ਬਾਜ਼ਾਰ ਦੇ ਵਿੱਚ ਹੀ ਬਣਿਆ ਬਣਾਇਆ ਮਿਲਦਾ। ਇਹ ਇੱਕ ਫਿਟਿੰਗ ਦਾ ਬਣਾਇਆ ਹੁੰਦਾ। ਜਿਵੇਂ ਕਿ ਤੁਸੀਂ ਦੇਖਦੇ ਹੋ ਰੈਡੀਮੇਡ ਕੱਪੜਿਆਂ ਦੇ ਵਿੱਚ ਐਕਸਲ, ਐਲ ਸਾਈਜ਼, ਡਬਲ ਐਕਸਲ, ਐਸ, ਸਮਾਲ ਸਾਈਜ਼, ਹਨਾ, ਲਾਰਜ ਸਾਈਜ਼ ਦੇ ਪੈਟਰਨ ਹੁੰਦੇ ਆ। ਕੱਪੜੇ ਵਸਤਰ ਸੀਤੇ ਹੋਏ ਮਿਲਦੇ ਆ, ਤਾਂ ਉਹਨਾਂ ਨੂੰ ਜਦੋਂ ਤਿਆਰ ਕਰਦੇ ਆ ਤਾਂ ਉਹਨਾਂ ਦੇ ਲਈ ਉਹ ਫਿਟਿੰਗ ਪੈਟਰਨ ਯੂਜ਼ ਕਰਦੇ ਨੇ। ਇਹ ਇੱਕ ਪੂਰੀ ਬਾਡੀ ਦੇ ਅਕੋਰਡਿੰਗ, ਜੇ ਮੰਨ ਲਓ ਤੁਸੀਂ ਸ਼ਰਟ ਬਣਾ ਰਹੇ ਹੋ ਤਾਂ ਉਹਦੇ ਅਕੋਰਡਿੰਗ ਤੁਹਾਡਾ ਪੈਟਰਨ ਤਿਆਰ ਹੋ ਜਾਂਦਾ। ਤਾਂ ਉਹਨੂੰ ਤੁਸੀਂ ਜਦੋਂ ਕੱਟ ਕੇ, ਤਾਂ ਜਿੱਥੇ ਜਿੱਥੇ ਤੁਹਾਡੀਆਂ, ਹੁਣ ਜਿਵੇਂ ਤੁਹਾਡੇ ਇਹ ਸ਼ੋਅ ਕਰ ਰਹੀ ਹਾਂ ਮੈਂ ਇਹਦੇ ਵਿੱਚ ਫੋਟੋ ਦੇ ਵਿੱਚ, ਇਹਦੇ ਵਿੱਚ ਤੁਹਾਡੀਆਂ ਜੋ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਡਾਟ ਵਗੈਰਾ ਪਾਈ ਹੋਈ ਆ, ਉਹਨੂੰ ਤੁਸੀਂ ਜਦੋਂ ਸਟਿਚ ਕਰਕੇ ਕੱਚੇ ਦੇ ਨਾਲ ਸੂਈ ਦੇ ਨਾਲ ਉਹਦੇ ਪਾਰਟਸ ਨੂੰ ਜੋੜ ਕੇ ਜੇ ਤੁਸੀਂ ਅਟੈਚ ਕਰਕੇ ਡੰਮੀ ਤੇ ਪਾ ਕੇ ਦੇਖੋ ਤਾਂ ਤੁਸੀਂ ਉੱਥੇ ਫਿਟਿੰਗ ਦਾ ਅੰਦਾਜ਼ਾ ਲਗਾ ਸਕਦੇ ਹੋ ਪ੍ਰੋਪਰ, ਜੇ ਕੋਈ ਉਹਦੇ 'ਚ ਕਮੀ ਪੇਸ਼ੀ ਹੈ ਤਾਂ। ਇਸੇ ਤਰ੍ਹਾਂ ਹੀ ਬਲੌਕ ਪੈਟਰਨ ਹੁੰਦੇ ਨੇ। ਠੀਕ ਹੈ। ਇਸੇ ਤਰ੍ਹਾਂ ਹੀ ਗ੍ਰੇਡਡ ਪੈਟਰਨ ਹੈ। ਬਲੌਕ ਪੈਟਰਨ ਤੇ ਗ੍ਰੇਡਡ ਪੈਟਰਨ ਇੱਕੋ ਜਿਹੇ ਹੁੰਦੇ ਨੇ, ਪਰ ਬਲੌਕ ਪੈਟਰਨ ਦੇ ਵਿੱਚ ਉਹ ਇੱਕ ਫਿਟਿੰਗ ਦਾ ਬਣਿਆ, ਤਾਂ ਗ੍ਰੇਡਡ ਪੈਟਰਨ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪੈਟਰਨ ਦੇ ਵਿੱਚ ਨਿਸ਼ਾਨ ਅਲੱਗ-ਅਲੱਗ ਨਾਪ ਦੇ, ਉਹਦੇ ਵਿੱਚ ਤੁਸੀਂ ਸੂਈ ਦੀ ਸਹਾਇਤਾ ਨਾਲ ਜਾਂ ਉਹਦੇ ਤੇ ਨਿਸ਼ਾਨ ਜੋ ਤੁਸੀਂ ਡਰਾਫਟਿੰਗ 'ਚ ਬਣਾ ਲਿਆ ਉਹਨੂੰ ਮੇਜ਼ਰ ਕਰ ਸਕਦੇ ਹੋ ਉਹਦੇ ਉੱਤੇ ਟ੍ਰੇਸਿੰਗ ਵੀਲ ਵਰਤ ਕੇ। ਗ੍ਰਾਫ ਪੇਪਰ ਦੇ ਉੱਪਰ ਜਿਹੜਾ ਪੈਟਰਨ ਤਿਆਰ ਕੀਤਾ ਜਾਂਦਾ ਉਹ ਗ੍ਰਾਫ ਪੈਟਰਨ ਹੁੰਦਾ। ਉਹਦੇ ਵਿੱਚ ਕੀ ਹੁੰਦਾ, ਚੈੱਕ ਬਣਿਆ ਹੁੰਦਾ। ਤਾਂ ਤੁਸੀਂ ਇਸ ਪੈਟਰਨ ਦੀ ਖਾਸੀਅਤ ਹੈ, ਇਹਨੂੰ ਵੱਡੇ ਨਾਪ ਦੇ ਵਿੱਚ ਵੀ ਲਿਜਾ ਸਕਦੇ ਹੋ। ਤਾਂ ਵਿਅਕਤੀਗਤ ਪੈਟਰਨ, ਕਿਸੇ ਖਾਸ ਵਿਅਕਤੀ ਲਈ ਜਦੋਂ ਤੁਸੀਂ ਬਣਾਇਆ ਹੋਵੇ ਪੈਟਰਨ, ਉਹ ਤੁਹਾਡੇ ਕੋਲੇ ਵਿਅਕਤੀਗਤ ਪੈਟਰਨ ਹੋ ਜਾਂਦਾ ਹੈ। ਹੈਲੋ 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 ਹਾਂਜੀ ਹੈਲੋ 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 ਹਾਂਜੀ ਸੁਖਵੰਤ ਕੌਰ ਜੀ। ਹਾਂਜੀ ਮੈਡਮ, ਸਤਿ ਸ਼੍ਰੀ ਹਾਂਜੀ ਅਕਾਲ। ਸਤਿ ਸ਼੍ਰੀ ਅਕਾਲ ਮੈਡਮ ਜੀ।
ਹਾਂਜੀ ਮੈਡਮ ਜੀ, ਬਹੁਤ ਵਧੀਆ ਲੱਗਾ ਲੈਕਚਰ, ਵੈਰੀ ਗੁੱਡ। ਥੈਂਕ ਜੋ ਯੂ ਕਿ ਅੱਜ ਦੇ ਸਮੇਂ 'ਚ ਲੋੜ ਆ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੱਸਣ ਦੀ ਆਪਾਂ ਨੂੰ। ਹਾਂਜੀ ਮੈਡਮ, ਇਹ ਛੋਟੀਆਂ ਛੋਟੀਆਂ ਬਰੀਕੀਆਂ ਹੈਗੀਆਂ ਅੱਜ, ਕਿਉਂਕਿ ਹੁਣ ਸਾਡੇ ਜਿਹੜੇ ਵਗੈਰਾ ਵੀ ਲੈਕਚਰ ਬਹੁਤ ਚੱਲ ਰਹੇ ਵਧੀਆ ਆ ਆਪਾਂ ਨੂੰ। ਉਹ ਇਹਨਾਂ ਚੀਜ਼ਾਂ ਦੇ ਲਈ ਹੋਈ ਹੈ। ਡਰਾਫਟਿੰਗ ਪੈਟਰਨ ਹੀ ਬਣਾ ਰਹੇ ਆ ਅਸੀਂ, ਬੱਚੇ ਜੋ ਵੀ ਜੌਬ ਤਿਆਰ ਕਰ ਰਹੇ ਆ, ਪਰ ਉਹਨਾਂ ਨੂੰ ਜਿਹੜੀਆਂ ਇਹ ਬਰੀਕ ਹੈਗੀਆਂ ਚੀਜ਼ਾਂ ਇਹ ਹਾਂਜੀ ਦੱਸਣੀਆਂ ਮੈਡਮ, ਜ਼ਰੂਰੀ ਬੱਚਿਆਂ ਸੀ। ਨੂੰ ਕੁਝ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ, ਜਦੋਂ ਆਪਾਂ ਪ੍ਰੈਕਟੀਕਲ ਵੀ ਕਿਤੇ ਲੈਣ ਜਾਂਦੇ ਪਤਾ ਨਹੀਂ ਹੁੰਦਾ ਹਾਂਜੀ ਤੇ ਖੁੱਟ ਕੇ ਕੀ ਹੈ, ਕਿੱਥੇ ਲੱਗਦੇ ਆ, ਕੀ ਚੀਜ਼ਾਂ ਇਹ ਦੱਸਣ ਦੀ ਬਹੁਤ ਲੋੜ ਸੀ। ਠੀਕ ਹੈ ਵਧੀਆ ਜੀ, ਹੋਇਆ ਥੈਂਕ ਯੂ ਜੀ। ਇਹ ਤੁਹਾਡੇ ਸਾਰੇ ਵੱਡਿਆਂ ਦੇ ਨਾਲ ਹੀ ਸਾਡਾ ਹੈਗਾ, ਤੁਸੀਂ ਸੀਨੀਅਰ ਹੋ ਸਾਡੇ ਤੋਂ ਤੇ ਤੁਹਾਡੇ ਤੋਂ ਅਸੀਂ ਸਿੱਖ ਰਹੇ ਹਾਂ। ਹਾਂਜੀ ਗੁਰਮੀਤ ਮੈਮ ਕਹਿਣਾ ਚਾਹੁੰਦੇ ਨੇ ਕੁਝ, ਆਪਣੇ ਆਪ ਨੂੰ ਅਨਮਿਊਟ ਕਰ ਲਓ। ਹੈਲੋ ਹਾਂਜੀ ਨਮਸਤੇ ਮੈਮ। ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਟੌਪਿਕ ਦਿੱਤਾ ਅੱਜ, ਬਹੁਤ ਵਧੀਆ ਦਿੱਤਾ ਤੁਸੀਂ। ਥੈਂਕ ਯੂ ਜੀ, ਸੁਣ ਕੇ ਮਜ਼ਾ ਹੀ ਆ ਗਿਆ। ਹਾਂਜੀ ਬਹੁਤ ਵਧੀਆ ਤਿਆਰੀ ਕਰਕੇ ਬੈਠੇ ਤੁਸੀਂ ਅੱਜ। ਹਾਂਜੀ ਬਹੁਤ ਵਧੀਆ ਪਤਾ ਲੱਗਿਆ ਬੱਚਿਆਂ ਨੂੰ ਅੱਜ। ਹਾਂਜੀ ਹਾਂਜੀ ਥੈਂਕ ਯੂ ਮੈਡਮ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਮ, ਥੈਂਕ ਯੂ। ਇੱਥੇ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਪੂਰੇ ਸਟਾਫ ਦਾ ਤੇ ਆਪਣੇ ਪ੍ਰਿੰਸੀਪਲ ਸਰ ਸਰਦਾਰ ਸ਼੍ਰੀ ਲਾਲਚੰਦ ਸਰ ਜੀ ਦਾ, ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਤੂੰ ਵੀ ਲੈਕਚਰ ਬਣਾਉਣਾ ਹੈ ਤੇ ਬੱਚਿਆਂ ਦੇ ਲਈ ਮੈਂ ਕੁਝ ਕਰ ਸਕੀ ਹਾਂ। ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਨਸੀਬ ਸਮਝਦੀ ਹਾਂ ਕਿ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਨੈਕਸਟ ਕਿਸੇ ਦੀ ਕੋਈ ਕੁਐਸਚਨ ਹੈ ਸਰ? ਇਹ ਗੱਲ ਤੁਸੀਂ ਕਹਿ ਸਕਦੇ ਹੋ। ਹੈਲੋ ਅਵਿਨਾਸ਼ ਕੌਰ, ਹਾਂਜੀ ਅਵਿਨਾਸ਼ ਕੌਰ ਜੀ ਗੱਲ ਕਰ ਰਹੇ ਨੇ। ਹੈਲੋ ਹੈਲੋ ਹਾਂਜੀ ਹੈਲੋ ਮੈਮ, ਤੁਹਾਡਾ ਲੈਕਚਰ ਬਹੁਤ ਵਧੀਆ ਸੀਗਾ ਜੀ। ਥੈਂਕ ਯੂ ਜੀ। ਬਹੁਤ ਵਧੀਆ ਲੱਗਿਆ ਤੁਹਾਡਾ ਲੈਕਚਰ ਜੀ। ਥੈਂਕ ਯੂ। ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਮੈਡਮ ਜੀ, ਹੋਰ ਠੀਕ ਠਾਕ ਹੋ? ਹਾਂਜੀ ਹਾਂਜੀ ਸਰ ਵਧੀਆ। ਤੁਹਾਡਾ ਲੈਕਚਰ ਸੁਣ ਕੇ ਬਹੁਤ ਮਜ਼ਾ ਆਇਆ ਤੇ ਬਹੁਤ ਹੀ ਮੈਨੂੰ ਖੁਸ਼ੀ ਹੈ ਅੱਜ ਕਿ ਤੁਸੀਂ ਤੁਸੀਂ ਸਾਨੂੰ ਗਾਈਡ ਕੀਤਾ ਤਾਂ ਅੱਜ ਮੈਂ ਲੈਕਚਰ ਦਿੱਤਾ। ਹੈਲੋ ਹਾਂਜੀ ਮੈਡਮ, ਮੈਨੂੰ ਅੱਗੇ ਵੀ ਆਸ ਹੈ ਕਿ ਤੁਸੀਂ ਬੱਚਿਆਂ ਲਈ ਵਧੀਆ ਵਧੀਆ ਲੈਕਚਰ ਲੈ ਕੇ ਆਓਗੇ ਤੇ ਮੇਰੀ ਇਹਨਾਂ ਕੋਸ਼ਿਸ਼ ਹੋਊਗੀ ਗਿਆਨ ਮੈਂ ਦੇ ਵਿੱਚ ਵਾਧਾ ਲੈਕਚਰ ਹੋਊਗਾ। ਤਿਆਰ ਕਰਾਂ। ਹਾਂਜੀ ਬਾਕੀ ਜਿਹੜੇ ਵੀ ਕਿਸੇ ਚੀਜ਼ ਦੀ ਸਹਿਯੋਗ ਦੀ ਲੋੜ ਹੈ, ਹਾਂਜੀ ਹਾਂਜੀ ਤੁਸੀਂ ਜਦੋਂ ਵੀ ਮੈਨੂੰ ਕਾਲ ਕਰ ਸਕਦੇ ਹੋ, ਕਿ ਰਾਤ ਨੂੰ ਕਾਲ ਕਰ ਸਕਦੇ ਹੋ, ਮੈਂ ਹਾਜ਼ਰ। ਹਾਂਜੀ ਸਰ ਥੈਂਕ ਯੂ। ਬਹੁਤ ਵਧੀਆ ਲੱਗਿਆ ਮੈਨੂੰ, ਬਹੁਤ ਵਧੀਆ। ਠੀਕ ਹੈ ਜੀ, ਥੈਂਕ ਯੂ ਸਰ। ਹੈਲੋ 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 ਹਾਂਜੀ ਮੈਡਮ ਜੀ ਨਾਲ ਗੱਲ ਕਰੋ। ਹੈਲੋ ਹੈਲੋ ਹਾਂਜੀ ਨਮਸਤੇ ਮੈਮ। ਨਮਸਤੇ। ਹਾਂਜੀ ਮੈਮ, ਬਹੁਤ ਵਧੀਆ ਲੈਕਚਰ ਸੀ ਜੀ, ਮੈਂ ਵੀ ਸੁਣਿਆ ਸੀਗਾ। ਠੀਕ ਹੈ, ਥੈਂਕ ਯੂ ਮੈਮ। ਬਹੁਤ ਵਧੀਆ ਸੀ। ਥੈਂਕ ਯੂ ਜੀ। ਓਕੇ। ਹਾਂਜੀ ਭਾਰਤੀ ਕੁਝ ਕਹਿਣਾ ਚਾਹੁੰਦੇ ਨੇ? ਹੈਲੋ ਮੈਮ। ਹਾਂਜੀ ਹੈਲੋ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡਾ ਅੱਜ ਦਾ ਲੈਕਚਰ ਬਹੁਤ ਹੀ ਵਧੀਆ ਸੀ। ਥੈਂਕ ਯੂ ਜੀ। ਮੈਮ ਬਹੁਤ ਵਧੀਆ ਤਰੀਕੇ ਨਾਲ ਸਮਝ ਵੀ ਆਈ ਸਾਨੂੰ। ਠੀਕ ਹੈ ਜੀ, ਥੈਂਕ ਯੂ। ਮੂਵਮੈਂਟ ਆਈ ਮੂਵਮੈਂਟ ਫਤਿਹਗੜ੍ਹ ਚੂੜੀ। ਠੀਕ ਹੈ, ਥੈਂਕ ਯੂ ਜੀ। ਜੇਕਰ ਕਿਸੇ ਦਾ ਕੋਈ ਕੁਐਸਚਨ ਨਹੀਂ ਹੈਗਾ ਤਾਂ ਵਾਈਂਡ ਅਪ ਸਰ ਕਰ ਦਈਏ। ਹੈਲੋ 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 ਹਾਂਜੀ ਮੈਡਮ, ਜੇ ਕਿਸੇ ਦਾ ਕੁਐਸਚਨ ਨਹੀਂ ਤਾਂ ਫਿਰ ਵਾਈਂਡ ਅਪ ਕਰ ਦਿਓ। ਹਾਂਜੀ ਹੈਲੋ ਹੈਲੋ
हेलो 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 सर, बाइंड अप कर दिए? हाँ जी मैम। हाँ जी, ओके सर, ओके।